ਸ਼ੇਰੇ ਪੰਜਾਬ 600 AM ਤੇ ਨਿੱਘਾ ਹਾਰਦਿਕ ਸਵਾਗਤ ਹੈ। ਮੈਂ ਤੁਹਾਡਾ ਮੇਜ਼ਬਾਨ ਹਰਜੀਤ ਸਿੰਘ ਗਿੱਲ ਸ਼ੋਅ ਦੇ ਵਿੱਚ ਤੁਹਾਡੇ ਨਾਲ ਮੈਂ ਸ਼ਾਮਲ ਹਾਂ। ਅੱਜ ਵੀਰਵਾਰ ਦਾ ਦਿਨ ਹੈ, 9:11 ਹੋਏ ਨੇ ਤੇ 15 ਅਕਤੂਬਰ ਹੈ, 30 ਅਸੂਨ ਨਾਨਕਸ਼ੇ ਸੰਮਤ 552। ਅੱਜ ਦੇ ਸ਼ੋਅ ਦੇ ਵਿੱਚ ਪਹਿਲੇ ਹਿੱਸੇ ਦੇ ਵਿੱਚ ਦੋ ਖਬਰਾਂ ਤੁਹਾਡੇ ਨਾਲ ਜਿਹੜੀਆਂ ਦੋ ਇਸ਼ੂ ਸਾਂਝੇ ਕਰਨੇ ਨੇ। ਪਹਿਲਾ, ਕੈਨੇਡਾ ਦੇ ਵਿੱਚ ਨਸਲਵਾਦ ਦਾ ਜਿਹੜਾ ਰੌਲਾ ਹੈ, ਉੱਪਰੋਂ ਥਲੀ ਦੀਆਂ ਜਦ ਘਟਨਾਵਾਂ ਕਈ ਹੋ ਜਾਂਦੀਆਂ ਨੇ ਤਾਂ ਇਹਦਾ ਮਤਲਬ ਇਹ ਹੈ ਕਿ ਹਾਲੇ ਇਹ ਮੁਸ਼ਕਲ ਹੈ। ਪਿਛਲੇ ਦਿਨੀ BC ਦੇ ਲੀਡਰਾਂ ਦੀ ਡਿਬੇਟ ਜਿਹੜੀਆਂ ਤਿੰਨਾਂ ਪਾਰਟੀਆਂ ਦੀ ਜਿਹੜੀ ਉਹਨਾਂ ਨੇ ਗੱਲਬਾਤ ਕੀਤੀ, ਜਿਹਦੇ ਵਿੱਚ ਜੌਨ ਹੌਰਗਨ ਨੇ ਕਿਹਾ ਵੀ ਮੈਨੂੰ ਰੰਗ ਨਹੀਂ ਦਿਖਦੇ, ਮੈਂ ਰੰਗ ਨਹੀਂ ਵੇਖੇ। ਉਸ 'ਤੇ ਖਾਸਾ ਵਿਰੋਧ ਹੋ ਰਿਹਾ। ਉਹਨਾਂ ਨੇ ਗਲਤੀ ਵੀ ਮੰਨੀ। ਐਂਡਰਿਊ ਵਿਲਕਿੰਸਨ ਦਾ ਇਹ ਕਹਿਣਾ, ਮੈਂ ਕਮਿਊਨਿਟੀਆਂ ਦੇ ਵਿੱਚ ਡਾਕਟਰ ਸੀ ਤੇ ਮੈਂ ਬੱਚਾ ਇੱਕ ਪੈਦਾ ਕੀਤਾ ਮੂਲ ਨਿਵਾਸੀ ਤੇ ਉਹਦਾ ਨਾਂ ਮੇਰੇ ਨਾਂ ਤੇ ਰੱਖਿਆ। ਇਹ ਨਸਲਵਾਦ ਦੀ ਗੱਲ ਨਹੀਂ। ਇਸ ਨਸਲਵਾਦ ਦੇ ਬਾਰੇ ਅਸਲ ਜਿਹੜਾ ਉਹਨਾਂ ਦੇ ਜਿਹੜੇ ਸ਼ਬਦ ਸੀ, ਉਹਨਾਂ ਸ਼ਬਦਾਂ ਦੇ ਬਾਰੇ ਗੱਲਬਾਤ ਹੋ ਰਹੀ ਹੈ। ਸੋਨੀਆ ਫਰਸਨਰ ਨੇ ਜਿਹੜੀ ਗੱਲ ਕੀਤੀ, ਉਹ ਕਹਿੰਦੇ ਤੁਹਾਨੂੰ ਨਹੀਂ ਪਤਾ ਲੱਗ ਸਕਦਾ, ਗੋਰੇ ਬੰਦਿਆਂ ਨੂੰ ਨਹੀਂ ਪਤਾ ਨਸਲਵਾਦ ਕੀ ਆ। ਪਰ ਪਿਕਰਿੰਗ ontario ਦੇ ਵਿੱਚ ਤੇ ਪੀਅਰਸਨ ਏਅਰਪੋਰਟ 'ਤੇ ਕੁਝ ਗੱਲਾਂ ਬਾਤਾਂ ਹੋਈਆਂ, ਦੋ ਘਟਨਾਵਾਂ ਹੋਈਆਂ। ਇੱਕ ਸੋਮਾਲੀਅਨ ਬੰਦੇ ਨਾਲ, ਇੱਕ ਬਲੈਕ ਜਿਹੜਾ ਨੌਜਵਾਨ 12ਵੀਂ 'ਚ ਪੜ੍ਹਦਾ ਸੀ, ਉਸ ਦੇ ਨਾਲ ਉਹ ਗੱਲਬਾਤ ਹੋਏਗੀ। ਐਬਸਫੋਰਡ ਪੁਲਿਸ ਨੂੰ ਦੋ ਸਾਊਥ ਏਸ਼ੀਅਨਾਂ ਦੀ ਭਾਲ ਹੈ। ਇੱਕ ਬਜ਼ੁਰਗ ਨੇ ਜਿਨ੍ਹਾਂ ਨੇ ਦਸਤਾਰ ਬੰਨੀ ਸੀ, ਦਾੜੀ ਰੱਖੀ ਸੀ ਤੇ ਮੂੰਹ 'ਤੇ ਮਾਸਕ। ਕੁੜੀ ਨਾਲ ਉਹਨਾਂ ਨੇ ਬੱਸ ਦੇ ਵਿੱਚ ਛੇੜਛਾੜ ਕੀਤੀ। ਤੇ ਇੱਕ ਹੋਰ ਅਗਸਤ ਦੀ ਘਟਨਾ ਹੈ, ਉਹਦੇ 'ਚ ਵੀ ਸਾਊਥ ਏਸ਼ੀਅਨ ਨੇ 30 ਸਾਲ ਦਾ ਉਹਨਾਂ ਨੂੰ ਲੜੀਂਦਾ ਉਹਦੇ ਸਕੈਚ ਬਣਾਇਆ। ਉਹਨੇ ਪਾਣੀ ਲਾਉਂਦੀ ਇਸਤਰੀ ਨੂੰ ਦੇ ਨਾਲ ਛੇੜਛਾੜ ਕੀਤੀ ਸੀ। ਇਹ ਦੋਨੇ ਘਟਨਾਵਾਂ ਪਹਿਲੇ ਹਿੱਸੇ ਦੇ ਵਿੱਚ ਇਸ ਦੀਆਂ ਗੱਲਾਂ ਬਾਤਾਂ ਤੁਹਾਡੇ ਨਾਲ ਹੋਣਗੀਆਂ ਵੀ ਕਿੱਥੇ ਖੜੀ ਹੈ ਕਮਿਊਨਿਟੀ ਤੇ ਕੀ ਇਹਦਾ ਸਾਨੂੰ ਕਿਸ ਤਰ੍ਹਾਂ ਇਹਦਾ ਇਸ ਦੇ ਬਾਰੇ ਗੱਲਬਾਤ ਕਰਨੀ ਚਾਹੀਦੀ ਹੈ। ਜਦ ਗੱਲ ਨਹੀਂ ਕਰਦੇ ਤਾਂ ਇਸ਼ੂ ਕੀ ਹੁੰਦਾ ਹੈ। ਤੇ ਦੂਸਰੇ ਘੰਟੇ ਦੇ ਵਿੱਚ ਅੱਜ ਲਾਈਵ ਡਿਬੇਟ ਜਿਹੜੀ 980 CKNW ਤੇ ਜਿਹਦੇ ਨਾਲ ਸ਼ੇਰੇ ਪੰਜਾਬ ਸਦਾ ਰਲ ਕੇ ਕੰਮ ਕਰਦਾ ਹੈ, ਉਸ 'ਤੇ ਡਿਬੇਟ ਚੱਲਣੀ ਹੈ। ਮੈਂ ਤੇ ਸਾਡੇ ਨਿਊਜ਼ਮੈਨ ਸਮੀਰ ਕੌਸ਼ਲ ਜੀ ਗੱਲਬਾਤ ਕਰਾਂਗੇ 1 ਘੰਟਾ ਕਿ ਚੋਣਾਂ ਦੇ ਪਲੇਟਫਾਰਮ ਕੀ ਹੋ ਰਿਹਾ, ਭਾਈਚਾਰਾ ਕੀ ਹੋ ਰਿਹਾ, ਪੰਜਾਬ ਸਟਾਈਲ ਜਿਹੜੀ ਸਰੀ ਦੇ ਵਿੱਚ ਕੈਂਪੇਨ ਚੱਲ ਰਹੀ ਹੈ, ਉਹਦਾ ਕੀ ਫਾਇਦਾ ਨੁਕਸਾਨ ਹੈ। ਇੱਕ ਦੂਜੇ 'ਤੇ ਸ਼ਬਦੀ ਹਮਲੇ ਜਿਹੜੇ ਕੀਤੇ ਜਾ ਰਹੇ ਨੇ ਉਹ ਕਿੱਧਰ ਨੂੰ ਜਾ ਰਹੇ, ਤੇ ਅਸੀਂ ਮੁੱਦਿਆਂ ਤੋਂ ਭਟਕ ਕੇ ਕੀ ਗੱਲ ਕਰਦੇ ਹਾਂ। 3.5 ਸਾਲ ਮੁੱਦੇ ਕਿਉਂ ਨਹੀਂ, ਤੇ ਆਹ 20 ਦਿਨਾਂ 'ਚ ਮੁੱਦੇ ਕਰਕੇ ਤੇ ਫਿਰ ਅਗਲੇ 4 ਸਾਲ ਭੁੱਲ ਜਾਣਾ। ਇਸ 'ਤੇ ਗੱਲਬਾਤ ਹੋਏਗੀ। ਸ਼ੇਰੇ ਪੰਜਾਬ radio.ca ਤੇ ਤੁਸੀਂ ਪ੍ਰੋਗਰਾਮ ਨੂੰ ਸੁਣ ਸਕਦੇ ਹੋ। ਐਪ ਛੇਤੀ ਤੁਹਾਡੇ ਸੇਵਾ ਦੇ ਵਿੱਚ ਅਸੀਂ ਪੇਸ਼ ਕਰ ਦੇਣਾ ਹੈ। ਸ਼ੇਰੇ ਪੰਜਾਬ radio.ca ਮੈਨੂੰ ਪਤਾ ਹੈ ਟਰੱਕਰਜ਼ ਨੂੰ ਖਾਸ ਤੌਰ 'ਤੇ ਮੁਸ਼ਕਿਲ ਹੁੰਦੀ ਆ, ਪਰ ਟਿਊਨ ਇਨ ਕਰਕੇ ਬਹੁਤ ਦੂਰ ਤੱਕ ਤੁਸੀਂ ਪ੍ਰੋਗਰਾਮ ਸੁਣ ਸਕਦੇ ਹੋ। ਓਲੰਪੀਆ ਤੱਕ ਲੋਕ ਟਿਊਨ ਇਨ ਕਰਕੇ ਸੁਣਦੇ ਨੇ। ਮਨਜੀਤ ਸਿੰਘ ਥਿੰਦ ਸਾਡੇ ਦੋਸਤ ਓਲੰਪੀਆ ਦੇ ਵਿੱਚ ਸਦਾ ਟਿਊਨ ਇਨ ਕਰਕੇ ਗੱਡੀ ਸੁਣਦੇ ਨੇ। ਤੇ ਆਈਲੈਂਡ ਤੇ ਪਾਰਕਸਵਿਲ ਤੋਂ ਲੈ ਕੇ ਨਨੈਮੋ ਤੇ ਸਾਡੀ ਰਾਜਧਾਨੀ ਦੇ ਵਿੱਚ, ਉਸ ਤੋਂ ਬਾਅਦ ਕੈਮਲੂਪਸ ਕਲੋਨਾ ਦੇ ਵਿੱਚ ਵੀ ਤੁਸੀਂ ਟਿਊਨ ਇਨ ਕਰਕੇ ਪ੍ਰੋਗਰਾਮ ਨੂੰ ਸੁਣਦੇ ਹੋ। ਵਿਸਲਰ ਤੱਕ ਪ੍ਰੋਗਰਾਮ ਚੱਲਦਾ ਹੈ। ਅਸੋਏ ਸੋਲੇਵਰ ਦੇ ਵਿੱਚ ਕਿਉਂਕਿ ਵੈਲੀ ਹੈ, ਕਿਤੇ ਨਾ ਕਿਤੇ ਥੋੜ੍ਹੀ ਬਹੁਤੀ ਮੁਸ਼ਕਲ ਆਉਂਦੀ ਹੈ, ਪਰ ਤੁਸੀਂ ਪ੍ਰੋਗਰਾਮ ਟਿਊਨ ਇਨ ਕਰਕੇ ਸਿੱਧਾ ਜਿਹੜਾ ਰੇਡੀਓ ਚੱਲਦਾ ਉਹਦੇ ਵਰਗਾ ਸਵਾਦ ਨਹੀਂ। ਬਾਕੀ ਐਪ ਛੇਤੀ ਆ ਜਾਣਾ ਤੇ ਸੁਨੇਹਾ ਆਲੇ ਦੁਆਲੇ ਜ਼ਰੂਰ ਲੋਕਾਂ ਨੂੰ, ਸਾਰੇ ਮਿੱਤਰ ਪਿਆਰਿਆਂ ਨੂੰ ਦਿਓ ਕਿ ਸ਼ੇਰੇ ਪੰਜਾਬ ਰੇਡੀਓ ਹੁਣ 28 ਸਤੰਬਰ ਤੋਂ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੈ। ਹਰਜੀਤ ਸਿੰਘ ਗਿੱਲ ਫੈਨ ਪੇਜ ਮੇਰਾ ਫੇਸਬੁੱਕ ਹੈ, 604 729 1224। ਵਟਸਐਪ ਤੇ ਟੈਕਸਟ ਲਈ ਇਹ ਨੰਬਰ ਹੈ। ਕੋਈ ਤੁਸੀਂ ਬ੍ਰੇਕਿੰਗ ਨਿਊਜ਼, ਕੋਈ ਕਿਤੇ ਕੁਝ ਹੋ ਰਿਹਾ ਹੈ ਅਜਿਹਾ ਜਿਹੜਾ ਛੇਤੀ ਦੱਸਣਾ ਚਾਹੋ ਤਾਂ ਤੁਸੀਂ ਦੱਸ ਸਕਦੇ ਹੋ। ਔਨ ਏਅਰ ਨੰਬਰ 604 204 0600 604 204 0600। ਪਿਆਰ ਤਾਂ ਹੈ ਸਬਜ਼ ਰਾਤਾਂ ਦੀ ਮਹਿਕ, ਪਿਆਰ ਤਾਂ ਹੈ ਰੁੱਖੀਆਂ ਥਲੀਆਂ ਦਾ ਯਾਰ, ਪਿਆਰ ਤਾਂ ਹੈ ਪਰਬਤਾਂ ਦੀ ਸਾਧਨਾ, ਪਿਆਰ ਤਾਂ ਹੈ ਡੂੰਘਿਆਂ ਖੂਹਾਂ ਦਾ ਸਾਰ, ਪਿਆਰ ਤਾਂ ਹੈ ਬਾਜ਼ ਦੀ ਨੰਗੀ ਨਜ਼ਰ, ਪਿਆਰ ਸ਼ਿੰਦੇ ਬਗਲਿਆਂ ਦੀ ਹੈ ਕਤਾਰ, ਪਿਆਰ ਦਾ ਕੋਈ ਰੰਗ ਨਾ ਆਕਾਰ ਨਾ, ਪਿਆਰ ਤਾਂ ਪਾਣੀ 'ਚ ਘੁਲਿਆ ਇੱਕ ਵਿਚਾਰ, ਪਿਆਰ ਤਾਂ ਹੈ ਠੱਠਿਆਂ ਦਾ ਅਰਕ ਜਿਉਂ, ਪਿਆਰ ਤਾਂ ਹੈ ਹੌਕਿਆਂ ਦਾ ਤਤਸਾਰ, ਪਿਆਰ ਤਾਂ ਹੈ ਜੋ ਹੜੱਪਾ ਦੀ ਗਲੀ ਸਦੀਆਂ ਪੁਰਾਣੀ ਰੀਤ ਦਾ ਕੋਈ ਆਧਾਰ, ਪਿਆਰ ਤਾਂ ਹੈ ਖਿੱਤੀਆਂ ਦਾ ਸਿਰ ਤੇ ਨੱਚਣਾ, ਪਿਆਰ ਤਾਂ ਖਾਬਾਂ ਦੀ ਡੋਲੀ ਦਾ ਕਹਾਰ,
ਪਿਆਰ ਤਾਂ ਹੈ ਉੱਡਦੀਆਂ ਧੁੱਪਾਂ ਦਾ ਗੀਤ, ਪਿਆਰ ਤਾਂ ਹੈ ਪਸਰੀਆਂ ਛਾਵਾਂ ਦਾ ਭਾਰ, ਪਿਆਰ ਤਾਂ ਦਿਲ ਦੀ ਮਮਟੀ ਨੂੰ ਭੰਨ ਕੇ ਹਰ ਰੋਜ਼ ਹੀ ਲੈਂਦਾ ਕੋਈ ਤਾਜ਼ੀ ਉਸਾਰ, ਪਿਆਰ ਤਾਂ ਜਿਸਮਾਂ ਦਾ ਸੁੱਚਾ ਹੋਵਣਾ, ਪਿਆਰ ਤਾਂ ਰੂਹਾਂ ਦਾ ਹੁੰਦਾ ਹੈ ਸ਼ਿੰਗਾਰ, ਪਿਆਰ ਤਾਂ ਜਿਸਮਾਂ ਦਾ ਸੁੱਚਾ ਹੋਵਣਾ, ਪਿਆਰ ਤਾਂ ਰੂਹਾਂ ਦਾ ਹੁੰਦਾ ਹੈ ਸ਼ਿੰਗਾਰ। ਹਰਮਨਜੀਤ ਲਿਖਦਾ ਹੈ। ਧੰਨਵਾਦ ਜੀ ਸਾਰਿਆਂ ਦਾ। ਹਰਜੀਤ ਸਿੰਘ ਗਿੱਲ ਸ਼ੋਅ ਦੇ ਵਿੱਚ ਪਹਿਲੇ ਹਿੱਸੇ ਦੇ ਵਿੱਚ ਪਿਛਲੇ ਦਿਨੀ ਡਿਬੇਟ ਜਿਹੜੀ ਹੋਈ ਗਲੋਬਲ ਨੇ ਕਰਾਈ, ਉਹਦੇ ਵਿੱਚ ਤਿੰਨੇ ਪਾਰਟੀ ਦੇ ਲੀਡਰਾਂ ਨੂੰ ਜਾਂ ਰੇਸਿਜ਼ਮ ਦੀ ਗੱਲ ਪੁੱਛੀ ਤਾਂ ਜੌਨ ਹੌਰਗਨ ਨੇ ਇਹ ਗੱਲ ਕਹਿ ਦਿੱਤੀ ਕਿ ਕਈ ਵਾਰ ਮਨ ਦੀ ਕੋਈ ਭਾਵਨਾ ਹੁੰਦੀ ਹੈ ਜਿਸ ਤਰ੍ਹਾਂ ਵੀ ਅਗਲੇ ਨੇ ਪ੍ਰਗਟਾਈ, ਪਰ ਕਈ ਵਾਰ ਸ਼ਬਦ ਉਹਦੇ ਉਚੇਚ ਨਹੀਂ ਹੁੰਦੇ। ਉਹਨਾਂ ਨੇ ਇਹ ਕਹਿ ਦਿੱਤਾ ਕਿ ਮੈਂ ਰੰਗ ਨਹੀਂ ਵੇਖਦਾ, ਜਾਂ ਮੈਂ ਲਕਰੋਸ ਖੇਲਿਆ ਜਾਂ ਮੈਂ ਕ੍ਰਿਕਟ ਖੇਲਿਆ, ਮੈਨੂੰ ਇਸ ਚੀਜ਼ ਦਾ ਮਤਲਬ ਨਹੀਂ ਹੈ। ਉਹਨਾਂ ਦਾ ਮੈਂ ਰੰਗ ਨਹੀਂ ਵੇਖਿਆ, ਉਹਨਾਂ ਦਾ ਮਤਲਬ ਇਹ ਸੀ। ਹੁਣ ਉਸ ਗੱਲ 'ਤੇ ਇੱਕ ਵੈਨਕੂਵਰ ਦੀ ਹੋਗਨਜ਼ ਐਲੀ ਸੁਸਾਇਟੀ ਹੈ, ਉਹਦੀ ਬੋਰਡ ਆਫ ਡਾਇਰੈਕਟਰ ਅਤੇ ਕੋ ਚੇਅਰ ਹੈ ਜਿਊਨ ਫ੍ਰਾਂਸਿਸ। ਉਹ ਕਹਿੰਦੀ ਵੀ ਜੇ ਪ੍ਰੀਮੀਅਰ ਹੌਰਗਨ ਬਲਾਈਂਡ ਹੈ ਰੇਸ ਨੂੰ, ਨਸਲ ਨੂੰ ਵੇਖਣ ਦੇ ਲਈ, ਇਹਦਾ ਮਤਲਬ ਉਹ ਸਿਸਟੈਮਿਕ ਰੇਸਿਜ਼ਮ ਲਈ ਵੀ ਬਲਾਈਂਡ ਹੈ। ਇਹ ਉਹਨਾਂ ਨੇ ਗੱਲ ਕੀਤੀ। ਇਸ ਦੇ ਨਾਲ ਹੀ CBC ਦਾ ਇੱਕ ਜਰਨਲਿਸਟ ਹੈ ਜਿਹੜਾ ਇੰਡੀਜਨਸ ਹੈ, ਬਾਮੀਸ਼ ਹੈਮਿਲਟਨ, ਉਹਨੇ ਵੀ ਕਿਹਾ ਵੀ ਰੀਕਨਸੀਲੀਏਸ਼ਨ ਦੀ ਗੱਲਬਾਤ ਹੋਣੀ ਚਾਹੀਦੀ ਹੈ। ਸੋਨੀਆ ਫਰਸਨੋ ਨੇ ਜਿਹੜਾ ਉਹਦਾ ਜਵਾਬ ਦਿੱਤਾ ਸੀ ਉਹ ਬਹੁਤ ਭਾਵਪੂਰਤ ਸੀ। ਉਹ ਕਹਿੰਦੀ ਵੀ ਤੁਹਾਨੂੰ ਨਹੀਂ ਪਤਾ ਲੱਗ ਸਕਦਾ, ਨਾ ਮੈਨੂੰ ਪਤਾ ਲੱਗ ਸਕਦਾ ਹੈ ਕਿ ਨਸਲਵਾਦ ਕੀ ਹੈ, ਅਸੀਂ ਗੋਰੇ ਹਾਂ। ਹੁਣ ਉੱਪਰੋਂ ਥਲੀ ਦੀਆਂ ਜਦ ਘਟਨਾਵਾਂ ਹੁੰਦੀਆਂ ਕੈਨੇਡਾ ਦੇ ਵਿੱਚ ਤਾਂ ਫਿਰ ਪਤਾ ਲੱਗਦਾ ਵੀ ਅਸੀਂ ਖੜੇ ਕਿੱਥੇ ਹਾਂ, ਕਹਾਣੀ ਕੀ ਹੈ। ਅਤੇ ਸਮਾਲੀਅਨ ਇੱਕ ਜਿਹੜਾ ਯੂਨੀਵਰਸਿਟੀ ਆਫ ਟੋਰਾਂਟੋ ਦੇ ਵਿੱਚ PhD ਦਾ ਸਟੂਡੈਂਟ ਆ, ਡਾਕਟਰੇਟ ਦਾ ਸਟੂਡੈਂਟ ਹੈ, ਅਤੇ ਉਸ ਨੂੰ ਜਦ ਉਹ ਇੱਕ ਰਿਸਰਚ ਤੋਂ ਬਾਅਦ ਆਇਆ ਵਾਪਸ, ਬਾਰਡਰ ਏਜੰਸੀ ਨੇ ਉਹਨੂੰ ਪੀਅਰਸਨ ਏਅਰਪੋਰਟ 'ਤੇ, ਜਿਹਦਾ ਨਾਮ ਮੁਹੰਮਦ ਡੋਇਲ ਹੈ, ਤੁਸੀਂ ਸੋਚ ਸਕਦੇ ਹੋ ਬਈ ਉਹ ਕੈਨੇਡੀਅਨ ਸਿਟੀਜ਼ਨ ਹੈ, ਡਾਕਟਰਲ ਦਾ ਜਿਹੜਾ ਉਹ ਸਟੂਡੈਂਟ ਹੈ ਯਾਰਕ ਯੂਨੀਵਰਸਿਟੀ ਨਿਊਯਾਰਕ 'ਚ। ਉਹਨੂੰ CBSA ਦੀ ਇੱਕ ਫੀਮੇਲ ਆਫਿਸਰ ਕਹਿੰਦੀ, ਇਟ ਇਜ਼ ਬਿਕੋਜ਼ ਆਫ ਵੇਅਰ ਯੂ ਆਰ ਬੋਰਨ, ਯੂ ਆਰ ਸਮਾਲੀਅਨ ਰਾਈਟ। ਹੁਣ ਉਹਦੀ ਸਿਟੀਜ਼ਨ ਜਿਹੜੀ ਹੈ ਉਹ ਕਿੱਥੇ ਖਹਿ ਗਈ? ਉਹ ਕਹਿੰਦਾ ਮੈਂ ਤਾਂ ਫਰੋਜ਼ਨ ਹੋ ਗਿਆ, ਬੀਇੰਗ ਏ ਬਲੈਕ, ਬੀਇੰਗ ਏ ਮੇਲ, ਬੀਇੰਗ ਏ ਮੁਸਲਿਮ। ਅਤੇ ਜਦ ਡਜ਼ਨ CBSA ਦੇ ਅਫੀਸਰ ਜਦ ਉਹਨਾਂ ਦੇ ਡਿਪਾਰਚਰ ਗੇਟ 'ਤੇ ਲੈ ਗਏ, ਉਹ ਕਹਿੰਦੇ ਜਾ ਕੇ ਉਹਨੂੰ ਇਸਤਰੀ, ਉਹ ਕਹਿੰਦੀ CBSA ਦੀ ਇੰਸਪੈਕਟਰ ਆਪਣੇ ਅਫੀਸਰ, ਉਹ ਕਹਿੰਦੀ ਤੂੰ ਵਾਕਿਆ ਹੀ PhD ਦਾ ਸਟੂਡੈਂਟ ਹੈ। ਇਹ ਸਤੰਬਰ 2, 2019 ਨੂੰ ਇਹ ਘਟਨਾ ਹੋਈ। 1 ਸਾਲ ਲੱਗਿਆ ਕੈਨੇਡੀਅਨ ਹਿਊਮਨ ਰਾਈਟਸ ਕਮਿਸ਼ਨ ਦੀ ਗੱਲਬਾਤ, ਉਹਦੇ 'ਚ ਉਹਨੇ ਜਿਹੜੀ ਇਹ ਇਸ 'ਤੇ ਉਹਨੇ ਇਹ ਕੰਪਲੇਂਟ ਕੀਤੀ। 1 ਸਾਲ ਬਾਅਦ ਅੱਜ ਇਹ ਖਬਰ ਨਿਕਲ ਕੇ ਆਈ ਹੈ। ਮਤਲਬ ਇਹ ਇੱਕ ਵਾਰ ਨਹੀਂ ਹੈ, ਦਸਤਾਰਾਂ ਨੂੰ ਰਿਗ ਸਿਰ 'ਤੇ ਬੜਾ ਕੁਛ, ਬਹੁਤ ਗੱਲਾਂ ਜਿਹੜੀਆਂ ਹੁਣ ਇਹ ਸਿਸਟੈਮਿਕ ਜਿਹੜਾ ਰੇਸਿਜ਼ਮ ਹੈ ਇਹ ਬਹੁਤ ਇੱਕ ਵੱਡਾ ਇਸ਼ੂ ਹੈ। ਇਹ ਕਲਚਰ ਹੈ। ਇਹ ਫਰੂਕ ਜਿਹੜੇ ਨੇ, ਜਿਹੜੇ ਮੁਸਲਿਮ ਇੱਕ ਆਰਗੇਨਾਈਜੇਸ਼ਨ ਦੇ ਵਿੱਚ ਐਗਜ਼ੈਕਟਿਵ ਅਫੀਸਰ ਨੇ, ਉਹ ਕਹਿੰਦੇ ਡਿਸਕ੍ਰਿਮੀਨੇਸ਼ਨ ਬਾਰਡਰ 'ਤੇ CBSA ਦੇ ਕੋਲ ਇਹ ਪੈਟਰਨ ਹੈ, ਇਹ ਸਿਸਟੈਮਿਕ ਹੈ, ਇਹ ਆਮ ਨਹੀਂ ਗੱਲ ਹੈ। ਜਿਹੜਾ ਨੈਸ਼ਨਲ ਕੌਂਸਲ ਆਫ ਕੈਨੇਡੀਅਨ ਮੁਸਲਿਮਸ ਦਾ ਸਪੋਕਸਪਰਸਨ ਆ ਮੁਸਤਫਾ ਫਰੂਕ, ਉਹ ਕਹਿੰਦਾ ਇੱਕ ਵਾਰ ਥੋੜ੍ਹਾ, ਇਹ ਜਿਹੜੀ ਅਕਸਰ ਗੱਲ ਹੁੰਦੀ ਆ ਵੀ ਤੁਹਾਡਾ ਚਿਹਰਾ ਵੇਖ ਕੇ ਜਿਹੜਾ ਵੇਖਿਆ ਜਾਂਦਾ। ਡਿਓਲ ਜਦ ਗਿਆ ਸੀ ਇੱਕ ਆਪਣੇ ਰਿਫਿਊਜੀ ਕੈਂਪ ਕੈਨੀਆ ਦੇ ਵਿੱਚ ਰਿਸਰਚ ਕਰਨ ਲਈ, ਤਾਂ ਉਹ 5 ਵਜੇ ਏਅਰਪੋਰਟ 'ਤੇ ਉਤਰਿਆ, ਅਤੇ ਜਦ ਉਸ ਨੂੰ ਵਾਈਟ ਫੀਮੇਲ CBSA ਅਫੀਸਰ ਇਹ ਕਹਿ ਰਹੀ ਹੈ ਤੂੰ ਰੀਅਲੀ PhD ਦਾ ਸਟੂਡੈਂਟ ਹੈ। ਮਤਲਬ ਇਸ ਲੈਵਲ 'ਤੇ ਇਹ ਦੇਸ਼ ਦੇ ਵਿੱਚ ਇੱਕ ਬੰਨੇ ਅਸੀਂ ਇਹ ਕਹਿ ਰਹੇ ਹਾਂ ਕਿ ਰੇਸਿਜ਼ਮ ਇੱਥੇ ਹੈ ਹੀ ਨਹੀਂ,
ਤੇ ਉਹਦਾ ਜਿਹੜਾ ਕਾਰਲਟਨ ਯੂਨੀਵਰਸਿਟੀ ਦਾ ਪ੍ਰੋਫੈਸਰ ਆ ਜਿਹੜਾ ਸੁਪਰਵਾਈਜ਼ ਕਰ ਰਿਹਾ ਇਸ ਦੀ ਰਿਸਰਚ ਨੂੰ ਕਹਿਣੀ ਆ, ਜੇਮਸ ਮਿਲਰ, ਉਹ ਕਹਿੰਦਾ ਵੀ ਇਹ ਅਕਸਰ ਬਾਹਰ ਜਾਂਦਾ ਰਹਿੰਦਾ ਅਤੇ ਜਦ ਉਹ ਉੱਤਰ ਕੇ ਆਉਂਦੇ ਨੇ ਵਾਪਸ, ਵਾਕਿਆ ਹੀ ਉਹਦੇ 'ਤੇ ਇਹ ਗੱਲ ਕੀਤੀ ਜਾਂਦੀ ਹੈ ਕਿ ਵਾਕਿਆ ਹੀ ਯਾਰ ਤੂੰ ਜਿਹੜਾ PhD ਦਾ ਸਟੂਡੈਂਟ, ਤੂੰ ਸਮਾਲੀਅਨ ਹੈ, ਉਹ ਕੈਨੇਡੀਅਨ ਸਿਟੀਜ਼ਨ। ਇਹਦਾ ਮਤਲਬ ਜਿਹੜਾ ਅਸੀਂ ਇਹ ਨੀਲਾ ਪਾਸਪੋਰਟ ਜੇਬ 'ਚ ਪਾਈ ਫਿਰਦੇ ਹਾਂ, ਇਹ ਸਾਡਾ ਪਾਸਪੋਰਟ ਨਹੀਂ ਹੈ। ਜਿਹੜੇ ਰੰਗਦਾਰ ਲੋਕ ਇਸ ਧਰਤੀ 'ਤੇ ਵਸਦੇ ਹੈ, ਜਿਹੜੇ 200 ਸਾਲ ਪਹਿਲਾਂ ਆ ਗਏ ਪਰ ਸੁਨੱਖੇ ਨੇ, ਨੀਲੀਆਂ ਅੱਖਾਂ ਵਾਲੇ ਨੇ, ਤਿੱਖਾ ਨੱਕ ਹੈ, ਉਹਨਾਂ ਦੀ ਜੇਬ 'ਚ ਪਾਸਪੋਰਟ ਪਾਇਆ ਤਾਂ ਉਹ ਕੈਨੇਡੀਅਨ ਸਿਟੀਜ਼ਨ ਨੇ। ਹੋਰ ਦੁਨੀਆ ਦੇ ਕਿਸੇ ਖਿੱਤੇ ਤੋਂ ਆਏ ਉਹ ਕੈਨੇਡੀਅਨ ਸਿਟੀਜ਼ਨ ਨਹੀਂ। ਮਤਲਬ ਇੱਕ ਕੈਨੇਡੀਅਨ ਸਿਟੀਜ਼ਨ ਨੂੰ, ਇੱਕ PhD ਦੇ ਸਟੂਡੈਂਟ ਨੂੰ ਇੱਕ ਕਾਲਾ ਰੰਗ ਕਰਕੇ, ਮਜ਼ਲਮ ਕਰਕੇ ਉਹਦੀ PhD ਦੀ ਗੱਲ ਕੀਤੀ ਜਾਂਦੀ ਹੈ। ਉਸ ਦੀ ਇਹ ਕਿਹਾ ਜਾਂਦਾ ਤੂੰ ਸਮਾਲੀਅਤ ਜੰਮਿਆ ਨਾ। ਤੁਹਾਡੀਆਂ ਕਾਲਜ 604 204 0600 'ਤੇ। ਇਸ ਦੇ ਨਾਲ ਹੀ ਇੱਕ ਦੂਜੀ ਘਟਨਾ ਵੀ ਤੁਹਾਨੂੰ ਸੁਣਾਉਣਾ। ਸਰਦਾਰ ਪੁਸ਼ਪਿੰਦਰ ਸਿੰਘ ਜੀ, ਤੁਸੀਂ ਏਅਰ 'ਤੇ ਲਾਈਨ ਨੰਬਰ 1। ਹਾਂਜੀ ਬਾਈ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਬਾਈ ਜੀ, ਗੱਲ ਇਹ ਆ, ਹੁਣ ਸਿਸਟਮੈਟਿਕ ਰੇਸਿਜ਼ਮ ਆਪਾਂ ਕਹਿ ਦਿੰਦੇ ਆ, ਆਪਾਂ ਕਈ ਵਾਰ ਥੋੜੀਆਂ ਚੀਜ਼ਾਂ ਤੇ ਧਿਆਨ ਨਹੀਂ ਦਿੰਦੇ। ਹੁਣ ਤੁਸੀਂ ਇੱਥੋਂ ਕਿਸੇ ਵੀ ਕੰਟਰੀ 'ਚ ਜਾਣਾ ਹੋਵੇ, ਵਿਜ਼ਟਰ ਵੀਜ਼ਾ ਲੈਣਾ ਹੋਵੇ, ਤੁਸੀਂ ਸਿੰਪਲੀ ਕਹਿਣਾ ਕਿ ਮੈਂ ਜਾਣਾ ਆ ਤੇ ਮੈਨੂੰ ਜਾਣ ਦਿਓ, ਉਹ ਜਾਣ ਦੇ ਦਿੰਦੇ ਆ। ਮੇਰੇ ਕੋਲ ਕੈਨੇਡੀਅਨ ਪਾਸਪੋਰਟ ਆ, ਮੈਂ ਇੰਗਲੈਂਡ ਜਾਣਾ, ਮੈਨੂੰ ਕੋਈ ਪ੍ਰੋਬਲਮ ਨਹੀਂ, ਮੈਨੂੰ ਅਮਰੀਕਾ ਕੋਈ ਪ੍ਰੋਬਲਮ ਨਹੀਂ। ਜੀ ਜੀ। ਹੁਣ ਗੱਲ ਆਪਾਂ ਕਾਮਾਗਾਟਾ ਮਾਰੂ ਵਾਲੀ ਸੇਮ ਰਿਪੀਟ ਦੇਖ ਲਓ। ਇੰਡੀਆ ਤੋਂ ਤੁਸੀਂ ਕੈਨੇਡਾ ਘੁੰਮਣ ਆਉਣਾ ਹੋਵੇ, ਤੁਸੀਂ ਪੈਸੇ ਜੋੜ ਲਏ ਵੀ ਭਾਈ ਇੰਨੀ ਕੁ ਮੇਰੀ ਟਿਕਟ ਆ, ਇੰਨਾ ਕੀ ਆ, ਲੈਟਸ ਲੀਵ। ਜਿਹੜੇ ਬੰਦੇ ਨੇ ਆ ਕੇ ਰਹਿਣਾ ਉਹ ਵੱਖਰੀ ਗੱਲ ਆ। ਤੁਹਾਨੂੰ ਕੋਈ ਬੰਦਾ ਇੱਥੇ ਜਾਣਦਾ ਨਹੀਂ, ਤੁਸੀਂ ਘੁੰਮਣ ਆਉਣਾ, ਬਿਕੋਜ਼ ਤੁਸੀਂ ਘੁੰਮਣ ਆਉਣਾ, ਦੈਟਸ ਇਟ, ਤੁਸੀਂ ਵਕੇਸ਼ਨ ਲਈ ਆਉਣਾ। ਉਦੋਂ ਅਗਲੇ ਕਹਿੰਦੇ ਤੇਰੇ ਬੈਂਕ 'ਚ ਇੰਨੇ ਪੈਸੇ ਹੋਣੇ ਚਾਹੀਦੇ ਆ, ਤੇਰਾ ਆਹ ਪ੍ਰੋਫੈਸ਼ਨ ਹੋਣਾ ਚਾਹੀਦਾ। ਕੀ ਗੱਲ, ਜਿਹੜੇ ਬੰਦੇ ਦੀ ਹਾਈ ਐਂਡ ਜੌਬ ਨਹੀਂ, ਜਿਹੜੇ ਬੰਦੇ ਦੀ ਜੇਬ 'ਚ ਪੈਸਾ ਨਹੀਂ, ਉਹ ਬੰਦਾ ਤੁਹਾਡਾ ਦੇਸ਼ ਘੁੰਮ ਵੀ ਨਹੀਂ ਸਕਦਾ। ਇਹ ਰੇਸਿਜ਼ਮ ਆ, ਹੋਰ ਇਹ ਕੀ ਆ? ਜੇ ਤੁਸੀਂ ਇੱਕ ਪਾਲਿਸੀ ਬਣਾਈ ਆ ਕਿ ਵਿਜ਼ਟਰ ਆ, ਜੇ ਹੁਣ ਕੋਈ ਇੰਗਲੈਂਡ ਤੋਂ ਘੁੰਮਣ ਆ ਰਿਹਾ, ਉਹਨੂੰ ਤਾਂ ਤੁਸੀਂ ਪੁੱਛਦੇ ਨਹੀਂ ਤੇਰੇ ਅਕਾਊਂਟ 'ਚ ਕਿੰਨੇ ਪੈਸੇ ਆ, ਤੇਰੀ ਜੌਬ ਕੀ ਆ, ਤੂੰ ਕਿੰਨਾ ਕਿੱਥੇ ਰਹਿਣਾ। ਮਤਲਬ ਹੁਣ ਅਮਰੀਕਾ ਦਾ ਜੇ ਆਪਾਂ ਵੀਜ਼ਾ ਲੈਂਦੇ ਆ, ਉਹ ਸਿੰਪਲੀ ਇੰਨਾ ਹੀ ਪੁੱਛਦੇ ਆ ਜਿਹੜੇ ਬੰਦੇ ਨੇ ਵੀਜ਼ਾ ਲੈਣਾ ਹੋਵੇ, ਜਦੋਂ ਤੁਸੀਂ PR ਹੋ ਜਾਂਦੇ ਹੋ ਤੋਂ ਬਾਅਦ, ਕਿ ਭਾਈ ਤੂੰ ਕਿਹੜੇ ਹੋਟਲ ਜਾਏਗਾ, ਤੇਰੇ ਜਾਣ ਦਾ ਮੋਟਿਵ ਕਲੀਅਰ ਕਰਦੇ ਵੀ ਕੀ ਆ, ਵੀ ਤੂੰ ਕਿੱਥੇ ਜਾਣਾ। ਪਰ ਇੰਡੀਆ ਤੋਂ ਤੁਸੀਂ ਵਿਜ਼ਟਰ ਵੀਜ਼ਾ ਲੈਣਾ ਹੋਵੇ, ਉਹਦੇ ਵਿੱਚ ਕਿੰਨਾ ਕੁਛ ਪਾਇਆ ਹੋਇਆ, ਏਦਾਂ ਹੀ ਬਾਕੀ ਕੰਟਰੀਜ਼ ਲਈ ਵੀ ਆ। ਸੋ ਜੇ ਤੁਸੀਂ ਹੁਣ ਮਤਲਬ ਆਲਰੇਡੀ ਇਦਾਂ ਦੀਆਂ ਡਬਲ ਪਾਲਿਸੀਜ਼ ਲੈ ਕੇ ਚੱਲ ਰਹੇ ਹੋ, ਤਾਂ ਫਿਰ ਇਹ ਤਾਂ ਆਟੋਮੈਟਿਕ ਤੁਹਾਡਾ, ਜਿੱਥੇ ਡਿਫਾਈਨਡ ਹੀ ਸਿਸਟਮ ਦੇ ਵਿੱਚ ਤੁਸੀਂ ਉਹ ਰੇਸਿਸਟ ਪਾਲਿਸੀਜ਼ ਕਰਤੀਆਂ, ਉੱਥੇ ਕਿਸੇ ਆਫਿਸਰ ਨੂੰ ਬਲੇਮ ਕਰਨਾ ਬਾਅਦ ਚ CBS ਵਾਲੇ ਨੂੰ, ਹੋਰ ਨੂੰ, ਉਹਦੇ ਤਾਂ ਓਬਵੀਅਸਲੀ ਉਹ ਹੌਲੀ ਹੌਲੀ ਚੈਨਲ ਡਾਊਨ ਹੋਣੀਆਂ ਹੀ ਨੇ ਨਾ, ਚਾਹੇ ਅਨਕੌਂਸ਼ੀਅਸਲੀ ਹੋਣ, ਚਾਹੇ ਕਿਵੇਂ ਵੀ ਹੋਣ। ਸੋ ਤੁਸੀਂ ਤਾਂ, ਤੁਹਾਡਾ ਤਾਂ ਸਿਸਟਮ ਫੀਡ ਕਰਦਾ ਰੇਸਿਜ਼ਮ ਨੂੰ। ਥੈਂਕ ਯੂ ਬਾਈ। ਧੰਨਵਾਦ ਜੀ। ਇਸੇ ਤਰ੍ਹਾਂ ਹੀ ਪਿਕਰਿੰਗ ਦੇ ਵਿੱਚ 18 ਸਾਲ ਦਾ ਇੱਕ ਮੁੰਡਾ ਜੋਸ਼ੂਆ ਟੈਲੀਮੈਕੇ, ਉਹਨੇ 18 ਵਰ੍ਹਿਆਂ ਦੇ ਨੇ ਜਿਹੜੀ ਈਅਰ ਬੁੱਕ ਹੈ ਉਹਦੇ ਵਿੱਚ ਆਪਣੀ ਦਾਦੀ ਦੇ ਬਾਰੇ ਲਿਖਿਆ। ਜੀਰੋ ਨੇ ਕਿਹਾ ਵੀ ਮੈਂ ਦਾਦੀ ਨੂੰ ਆਪਣੀ ਨੂੰ ਮਿਸ ਕਰਦਾ। ਬੱਚੇ ਲਿਖਦੇ ਨੇ ਉੱਥੇ ਈਅਰ ਬੁੱਕ ਦੇ ਵਿੱਚ, ਸੇਂਟ ਮੈਰੀ ਕੈਥੋਲਿਕ ਸੈਕੰਡਰੀ ਸਕੂਲ ਪਿਕਰਿੰਗ ਅੰਟੈਰੀਓ ਦੇ ਵਿੱਚ, ਉਹਦੇ ਵਿੱਚ ਜਿੱਥੇ ਉਹਨੇ ਆਪਣੀ ਦਾਦੀ ਨੂੰ ਲਿਖਿਆ, ਉੱਥੇ ਇੱਕ ਗਰੀਲੇ ਦੇ ਬਾਰੇ ਕਿਸ ਨੇ ਲਿਖਤਾ, ਰੈਸਟ ਇਨ ਪੀਸ ਰੇਪ ਹਰਾਂਬੇ ਡੂਗਾ ਬੂਗਾ। ਉਹ ਗਰੀਲਾ ਜਿਹੜਾ ਸਿਨਸਿਨੇਟੀ ਓਹਾਇਓ ਜ਼ੂ ਦੇ ਵਿੱਚ 2016 'ਚ ਮਾਰਿਆ ਗਿਆ ਜੀ। ਈਅਰ ਬੁੱਕ ਦੇ ਵਿੱਚ ਲਿਖ ਕੇ ਤੁਸੀਂ ਦੇਖ ਸਕਦੇ ਹੋ ਵੀ ਕਿੱਥੇ ਕਿੱਥੇ ਤੁਸੀਂ ਕੰਟਰੋਲ ਕਰੋਗੇ। ਜਿਵੇਂ ਪੁਸ਼ਪਿੰਦਰ ਹੋਣੀ ਦੱਸ ਕੇ ਗਏ ਨੇ, ਇਉਂ ਨਹੀਂ ਹੈ ਵੀ ਇੱਕ ਘਟਨਾ, ਇਹਦਾ ਮਤਲਬ ਜਿਹੜੀ ਗਾਰਨਿਸ਼ ਕੀਤੀ ਹੈ। ਹੁਣ ਉਹਨੇ ਵਿਚਾਰੇ ਨੇ ਲਿਖਿਆ, ਮੁੰਡੇ ਨੇ, ਟੈਲੀਮੈਕੇ ਨੇ, ਰੈਸਟ ਇਨ ਪੀਸ ਗ੍ਰੈਂਡਮਾ, ਥੈਂਕ ਯੂ ਫॉर ਗਾਈਡਿੰਗ ਮੀ ਥਰੂ ਮਾਈ 4 years ਆਫ ਹਾਈ ਸਕੂਲ। ਅੱਛਾ, ਉੱਥੇ ਹੁਣ ਕਮਿਊਨਿਟੀ ਉਹਦੇ ਘਰੇ ਚਲੇ ਜਾਵਾਂਗੇ ਜੀ, ਹੁਣ ਉਹਦੀਆਂ ਬੁੱਕਸ ਵਾਪਸ ਲਿਆਓ ਜੀ। ਸਾਰੇ ਸਟੂਡੈਂਟਾਂ ਨੂੰ, ਵਿਦਿਆਰਥੀਆਂ ਨੂੰ ਉਹ ਬੁੱਕਸ ਜਿਹੜੀਆਂ ਵੰਡਤੀਆਂ ਈਅਰ ਬੁੱਕਸ, ਉਹਦੇ ਵਿੱਚ ਉਹਨੇ ਆਪਣੀ ਦਾਦੀ ਨੂੰ ਲਿਖਿਆ, ਪਰ ਉਹਦੀ ਜਗ੍ਹਾ ਇੱਕ ਗਰੀਲੇ ਦੀ ਕੋਟੇਸ਼ਨ ਪਾ ਦੇਣੀ। ਇਹਦਾ ਮਤਲਬ ਕੋਈ ਨਾ ਕੋਈ ਸਿਸਟਮ ਦੇ ਵਿੱਚ ਕਿਤੇ ਨਾ ਕਿਤੇ ਗੜਬੜ ਹੈ, ਜਿਹੜੀ ਦੂਰ ਨਹੀਂ ਹੋ ਰਹੀ। ਜਦ ਉੱਪਰੋਂ ਗੱਲ ਇਹ ਹੋ ਜਾਂਦੀ ਹੈ ਤਾਂ ਥੱਲੜਿਆਂ ਨੂੰ ਇਸ ਨੂੰ ਲਾਗੂ ਕਰਨਾ ਬਹੁਤ ਸੌਖਾ ਹੋ ਜਾਂਦਾ। ਜਿੱਥੇ ਕਲਚਰ ਇਹ ਹੋਵੇ,
ਜਿੱਥੇ ਕਲਚਰ ਇਹ ਹੋਵੇ। ਈਵਨ ਰਾਜਨੀਤੀ ਦੇ ਵਿੱਚ ਇਹ ਹੁਣ ਇਸ ਗੱਲ ਦੀ ਪੁਸ਼ਟੀ ਜਿਹੜੀ ਕਈ ਵਾਰ ਔਖੀ ਹੋ ਜਾਂਦੀ ਹੈ। ਰਾਜਨੀਤਿਕ ਲੋਕ, ਇਹ BC ਦੇ ਵਿੱਚ ਘਟਨਾਵਾਂ ਹੋਈਆਂ, ਰਾਜਨੀਤਿਕ ਲੋਕ ਜਿੱਥੇ ਆਪਣੇ ਬੰਦੇ ਬੈਠੇ ਸੀ ਅਪਸ਼ਬਦਾਂ ਦੇ ਨਾਲ ਉਹ ਮੁਖਾਤਬ ਹੁੰਦੇ ਰਹੇ। ਇਹ ਗੱਲ ਬਾਹਰ ਨਿਕਲੀ, ਪਰ ਹੁਣ ਰਾਜਨੀਤੀ ਦਾ ਚੱਕਰ ਐਡਾ ਹੈ ਵੀ ਉਹਨਾਂ ਨੂੰ ਕਹਿਣਾ ਬੜਾ ਔਖਾ ਵੀ ਸਾਡੀ ਕਮਿਊਨਿਟੀ ਨੂੰ ਇਹ ਲੋਕ ਅੰਦਰ ਕੀ ਕਹਿੰਦੇ। ਤਾਂ ਇਹਦੇ ਤੇ ਕੰਮ ਕਰਨ ਦੀ ਲੋੜ ਹੈ, ਪਰ ਕੰਮ ਹੁਣ ਕੀ ਕੀਤਾ ਜਾਵੇ, ਕੀ ਕਰੇ ਮਾਈਨੋਰਟੀਜ਼ ਦੇ, ਇਹਦੇ ਤੇ ਕਿੰਨਾ ਕੁ ਕੰਮ ਕਰਨ। ਮਾਈਨੋਰਟੀਜ਼ ਨੂੰ ਹੁਣ ਬੱਲੇ ਬੱਲੇ ਹੋਈ ਪਈ ਆ ਹਰ ਇੱਕ ਦਾ, ਜਿਹਦਾ ਸਾਹ ਜਿਹੜਾ ਦੂਜਾ ਸਾਹ ਸਰੀ ਚ ਲੈਂਦੇ ਨੇ। 9 ਸੀਟਾਂ ਨੇ, ਸਾਰੇ ਲੀਡਰ ਤੁਰੇ ਫਿਰਦੇ। ਕੀ ਮੈਂ ਨਹੀਂ ਇਹ ਕਹਿੰਦਾ ਉਹ ਰੇਸਿਸਟ ਨੇ, ਪਰ ਕੀ ਇੰਨਾ ਹੀ ਸਤਿਕਾਰ ਆ 2 ਹਫ਼ਤਿਆਂ ਤੋਂ ਬਾਅਦ ਵੀ ਉਹਨਾਂ ਨੂੰ ਮਿਲੇਗਾ? ਕੋਈ ਵੀ ਪਾਰਟੀ ਹੋਵੇ, ਕੀ ਵਿਕਟੋਰੀਆ ਦੇ ਵਿੱਚ ਸਤਿਕਾਰ ਦੀ ਗੱਲ ਇਹ ਸੇਮ ਹੁੰਦੀ ਰਹੇਗੀ? ਜਾਂ ਫਿਰ ਹੁਣ ਜਿਹੜਾ ਇਹ ਮੁੱਦਿਆਂ ਤੇ ਰੌਲਾ ਪੈ ਰਿਹਾ ਇਹਦੇ ਨਾਲ ਹੀ ਖਤਮ ਹੋ ਜਾਣਾ ਬਈ 24 ਤੋਂ ਬਾਅਦ ਇਹ ਗੱਲਾਂ ਮੁੱਕ ਜਾਣੀਆਂ ਨੇ? ਕੀ ਐਕਸੈਸਿਬਿਲਿਟੀ ਰਹੇਗੀ? ਕੀ ਇਹ ਲੀਡਰ ਤੁਹਾਨੂੰ ਮਿਲਣਗੇ? ਕੀ ਇਹਨਾਂ ਦੇ ਦਫ਼ਤਰਾਂ 'ਚ ਕਲਰਫੁਲ ਸਟਾਫ ਹੋਏਗਾ? ਕੀ ਇਹ ਤੁਹਾਡੇ ਜਿਹੜੇ ਸਾਲ ਦੇ ਵਿਸਾਖੀਆਂ ਦੇ ਇਕੱਠਾਂ ਤੋਂ ਬਿਨਾਂ ਤੁਹਾਡੇ ਨਾਲ ਕੋਈ ਟਾਊਨ ਹਾਲ ਮੀਟਿੰਗ ਕਿਤੇ ਕਹਿਣਗੇ ਆ ਕੇ ਇਹ ਜਿਹੜੇ ਲੀਡਰ ਨੇ ਵੀ ਹਾਂ ਵੀ ਦੱਸੋ ਕਿੱਥੇ ਨੇ ਸਾਊਥ ਏਸ਼ੀਅਨ, ਲਿਆਓ ਗੱਲਬਾਤ ਕਰੀਏ ਤੁਹਾਡੇ ਨਾਲ? ਹੁਣ ਇਹ ਇੱਕ ਸਵਾਲ ਹੈ। ਵਪਾਰਕ ਸੰਦੇਸ਼ਾਂ ਤੋਂ ਬਾਅਦ ਵਾਪਸ ਆਉਣਾ ਤੇ ਐਬਸਫੋਰਡ ਦੀ ਘਟਨਾ ਦੀ ਗੱਲਬਾਤ ਕਰਦੇ ਹਾਂ। ਗੱਲਬਾਤ ਕਰ ਰਿਹਾ ਮੈਂ ਨਸਲਵਾਦ ਦੇ ਬਾਰੇ। ਤੇ ਸਰ ਜਸਵੀਰ ਸਿੰਘ ਜੀ, ਤੁਸੀਂ ਏਅਰ ਤੇ ਹੋ, ਲਾਈਨ ਨੰਬਰ 1। ਧੰਨਵਾਦ ਸਰਦਾਰ ਜੀ। ਇਹ ਜਿਹੜਾ ਤੁਸੀਂ ਰੇਸਿਜ਼ਮ ਦੀ ਗੱਲ ਕਰਦੇ ਹੋ, ਇਹ ਜਿਹੜੀ ਛੋਟੇ ਲੈਵਲ ਦੇ ਉੱਤੇ ਅਸੀਂ ਬਹੁਤਾਤ ਵਿੱਚ ਉਸ ਨੂੰ ਵੇਖਦੇ ਹਾਂ ਜੀ। ਕਿਸੇ ਵਿਅਕਤੀ ਨਾਲ ਵਿਤਕਰਾ ਹੋ ਗਿਆ, ਕਿਤੇ ਸਕੂਲ 'ਚ ਹੋ ਗਿਆ, ਕਿਤੇ ਰਸਤੇ 'ਚ ਹੋ ਗਿਆ, ਇਹ ਹੁੰਦੇ ਰਹਿੰਦੇ ਨੇ। ਇਹਦਾ ਕਾਰਨ ਇਹ ਹੈ ਕਿ ਸਾਡੀ ਜਿਹੜੀ ਆਵਾਜ਼ ਹੈ ਉਹ ਜਿੱਥੋਂ ਇਹ ਵਿਤਕਰਿਆਂ ਦੀ ਤਬਦੀਲੀ ਹੋਣੀ ਹੈ ਉੱਥੇ ਤੱਕ ਪਹੁੰਚਣ 'ਚ ਬਹੁਤ ਸਮਾਂ ਲਾਉਂਦੀ ਹੈ। ਹੁਣ ਜਦੋਂ ਸਾਡੇ ਰਾਜਨੀਤਿਕ ਲੋਕ ਜਿਹੜੇ ਨੇ ਉਹ ਬਹੁਤਾਤ ਵਿੱਚ ਇਹਨਾਂ ਦੇ ਵਿੱਚ ਹਿੱਸੇਦਾਰ ਹੋ ਗਏ, ਔਰ ਇਹ ਆਲਰੇਡੀ ਸਾਡੇ ਸਾਹਮਣੇ ਬਹੁਤ ਵੱਡੀ ਇੱਕ ਉਦਾਹਰਣ ਹੈ ਕਿ ਕਿਊਬਕ ਦੇ ਇੱਕ ਰਾਜਨੀਤੀ ਵਿਅਕਤੀ ਨੇ ਜਿਹੜਾ ਪ੍ਰਧਾਨ ਬਣਿਆ, ਉਹਨੇ ਕਿਊਬਕ ਦੇ ਬੰਦਿਆਂ ਨੂੰ, ਉਹਨਾਂ ਦੀ ਹੱਕਾਂ ਨੂੰ, ਉਹਨਾਂ ਦੀਆਂ ਨੌਕਰੀਆਂ ਨੂੰ 2% ਤੋਂ ਚੱਕ ਕੇ 40-60% ਤੱਕ ਇਸ ਮੁਲਕ ਵਿੱਚ ਕਰਤਾ, ਕਿਉਂਕਿ ਉਹ ਆਪਦੀ ਕੌਮ ਤੇ ਆਪਦੇ ਵਿਤਕਰੇ ਦੇ ਨਾਲ ਧੱਕੇਸ਼ਾਹੀ ਨੂੰ ਮਹਿਸੂਸ ਕਰਕੇ ਇਮਾਨਦਾਰੀ ਨਾਲ ਤਬਦੀਲੀ ਵਾਲੀ ਜਗ੍ਹਾ ਦੇ ਉੱਤੇ ਜਾ ਕੇ ਉਹਨੇ ਕਦਮ ਚੁੱਕਿਆ। ਹੁਣ ਸਵਾਲ ਇਹ ਪੈਦਾ ਹੁੰਦਾ ਕਿ ਜਿਹੜੇ ਲੋਕ ਅਸੀਂ ਚੁਣਦੇ ਹਾਂ, ਉਹਨਾਂ ਲੋਕਾਂ ਦੀ ਚੁਣਨ ਦੀ ਜਿਹੜੀ ਪ੍ਰਕਿਰਿਆ ਉਹਦੇ ਵਿੱਚ ਅਸੀਂ ਕਿੰਨੇ ਕੁ ਇਮਾਨਦਾਰ ਆ। ਮੇਰੇ ਨਾਲ ਤੁਰਿਆ ਜਾਂਦਾ, ਮੈਨੂੰ ਪੁਲਿਸ ਨੇ ਰੋਕ ਲਿਆ, ਮੈਨੂੰ ਰੋਕ ਕੇ ਮੇਰਾ ਆਇਡੈਂਟੀ ਕਾਰਡ ਦੇਖਿਆ, ID ਦੇਖੀ, ਤੇ ਮੈਨੂੰ ਕਹਿੰਦੇ ਤੂੰ ਗਾਲ ਕੱਢੀ ਤੇ ਕਹਿੰਦੇ ਜਿਹੜੇ ਮੁਲਕ 'ਚੋਂ ਤੂੰ ਆਇਆ ਤੂੰ ਉੱਥੇ ਨੂੰ ਜਾ, ਇੱਥੇ ਕੀ ਕਰਦਾ? ਮੈਂ ਕਿਹਾ ਮੇਰਾ ਕਸੂਰ ਕੀ ਹੈ? ਕਹਿੰਦਾ ਇਹੀ ਕਸੂਰ ਆ ਤੇਰਾ। ਮੈਂ ਉਹਦੀ ਰਿਪੋਰਟ ਕਰਦਾ ਜਾ ਕੇ ਪੁਲਿਸ ਦੇ ਕੋਲੇ, ਕਮਿਸ਼ਨ ਬੈਠਦਾ, ਉਹੀ ਪੁਲਿਸ ਆ, ਉਹਦਾ ਕਮਿਸ਼ਨ ਹੈ 5-6 ਮਹੀਨਿਆਂ ਬਾਅਦ। ਕਹਿੰਦੇ ਜੀ ਉਹ ਉਹਨਾਂ ਨੇ ਜਾਣ ਕੇ ਨਹੀਂ ਕੀਤੀ, ਉਹ ਅਸੀਂ ਉਹਦੇ ਤੇ ਦੇਖਾਂਗੇ, ਗਾਹ ਵਾਸਤੇ ਨਾ ਹੋਵੇ। ਗੱਲ ਖਤਮ ਹੋ ਗਈ। ਸਾਨੂੰ ਇਹ ਵੱਡੀ ਸਮੱਸਿਆ ਇਹ ਆ ਕਿ ਅਸੀਂ ਜਿਹੜੇ ਵਰਤਾਰੇ ਚੋਂ ਪਹਿਲੀ ਨਸਲ ਦੇ ਲੋਕ ਜਾਂ ਦੂਜੀ ਨਸਲ ਦੇ ਲੋਕ ਅਸੀਂ ਇੱਥੇ ਆਏ ਹਾਂ, ਸਾਡੇ ਵਿੱਚ ਉਹ ਜ਼ਮੀਰਕ ਆਜ਼ਾਦੀ ਨਹੀਂ ਹੈ। ਜਿੰਨੀ ਦੇਰ ਮਨੁੱਖ ਆਪਣੀ ਜ਼ਮੀਰ ਦੀ ਆਜ਼ਾਦੀ ਨੂੰ ਹਾਸਲ ਕਰਨ ਦੀ ਕਾਬਲੀਅਤ ਨਹੀਂ ਰੱਖਦਾ, ਓਨੀ ਦੇਰ ਤੱਕ ਸਮਾਜ ਵਿੱਚ ਹੋ ਰਹੇ ਵਿਤਕਰੇ ਦੇ ਤਬਦੀਲੀ ਦੀ ਅਹਿਸਾਸ ਕਰਨਾ, ਉਹਦੀ ਮੰਗ ਕਰਨੀ, ਇਹ ਇੱਕ ਕਿਸਮ ਦਾ ਮਖੌਲ ਹੈ, ਠੱਠਾ ਹੈ ਜੀ। ਸਾਨੂੰ ਆਪਣੇ ਜਿਹੜੇ ਚੁਣੇ ਹੋਏ ਬੰਦੇ ਨੇ ਉਹਨਾਂ ਦੇ ਨਾਲ ਏਦਾਂ ਦੀ ਗੱਲਬਾਤ ਕਰਨ ਦਾ ਸਲੀਕਾ, ਔਰ ਉਹਨਾਂ ਨੂੰ ਕਾਬਲੀਅਤ ਦੇਖਣ ਦੀ ਲੋੜ ਹੈ ਕਿ ਉਹ ਜਾ ਕੇ ਇਸ ਵਿਤਕਰੇ ਦੀ ਖਾਤਰ ਉੱਥੇ ਆਵਾਜ਼ ਚੱਕਣ ਔਰ ਉਹਦੇ ਉੱਤੇ ਖੜੇ ਹੋਣ ਜੀ। ਮੇਰਾ ਖਿਆਲ ਆ ਇਹੀ ਇੱਕ ਢੰਗ ਹੈ। ਬਾਕੀ ਜਿਹੜੀਆਂ ਇਹ ਲੋਕ ਸਾਨੂੰ ਜਿਹੜੀ ਤੁਸੀਂ ਆਗੂਆਂ ਦੀ ਗੱਲ ਕਰਦੇ ਹੋ, ਤੁਹਾਡੇ ਤੇ ਹੋਈ ਆ, ਉਹ ਕਰਦੇ ਨੇ, ਇਹ ਤਾਂ ਦੇਖੋ ਜੀ ਵੋਟਾਂ ਲੈਣ ਦਾ ਤਰੀਕਾ ਹੈ। ਸਾਡੇ ਆਪਣੇ ਬੰਦੇ ਆਪਣੇ ਨਾਲ ਕਰੀ ਜਾਂਦੇ ਨੇ, ਅਸੀਂ ਇਹਨਾਂ ਤੋਂ ਕੀ ਮੰਗਦੇ ਹਾਂ? ਮਿਹਰਬਾਨੀ ਸਰਦਾਰ ਜੀ। ਧੰਨਵਾਦ ਜੀ। ਬਿਲਕੁਲ, ਅਸੀਂ ਸਾਡੇ ਰਾਜਨੀਤਿਕ ਬੰਦੇ ਪੱਤਾ ਖੇਲਦੇ ਆ ਏਰੀਏ ਦਾ, ਅਸੀਂ ਦੁਆਬੇ ਦੇ ਹਾਂ, ਅਸੀਂ ਮਾਲਵੇ ਦੇ ਹਾਂ, ਅਸੀਂ ਮਾਝੇ ਦੇ ਹਾਂ, ਕਰਦੇ ਆ, ਬਾਹਰ ਨਾ ਕਰਨ ਤਾਂ ਪਰ ਕਰਦੇ ਜ਼ਰੂਰ ਹੈ। ਸੋ ਇਹ ਜਿਹੜਾ ਨਸਲਵਾਦ ਹੈ, ਇਸ ਨੂੰ ਪੱਕਿਆਂ ਦੂਰ ਕਰਨ ਦੇ ਲਈ ਇਹਦੇ ਤੇ ਕੰਮ ਕਰਨਾ ਪੈਣਾ। ਇੱਕ ਘਟਨਾ ਪਿਕਰਿੰਗ ਦੇ ਵਿੱਚ ਹੋ ਗਈ, ਦੂਸਰੀ ਪੀਅਰਸਨ ਏਅਰਪੋਰਟ ਤੇ ਹੋ ਗਈ,
ਡਿਬੇਟਸ 'ਚ ਕੁਝ ਕਹਿ ਦਿੱਤਾ, ਇਹ ਗੱਲਾਂ ਹੋਰ ਨੇ, ਇਹਦੇ ਤੇ ਪਹਿਰਾ ਦੇਣਾ ਪੈਂਦਾ। ਗੱਲ ਇਹ ਅਕਸਰ ਕਹੀ ਜਾਂਦੀ ਹੈ। ਇੱਥੇ ਮਹਿਸੂਸ ਕੀਤਾ, ਮੋਟਰਸਾਈਕਲ ਜਦ ਸਾਨੂੰ ਪਰਮਿਸ਼ਨ ਮਿਲੀ ਦਸਤਾਨਾ ਬੰਨ੍ਹ ਕੇ ਚਲਾਉਣ ਦੀ, ਤੁਰਿਆ ਜਾਂਦਾ ਬੰਦਾ, ਗੱਡੀ 'ਚ ਬੈਠਾ ਬੰਦਾ ਜਿਹੜਾ ਮੋਟਰਸਾਈਕਲ ਚਲਾਉਂਦੇ ਸਿੱਖ ਸਰਦਾਰ ਨੂੰ ਕਹਿੰਦਾ, ਓਏ ਆ ਕੀ ਸਿਰ ਤੇ ਤੂੰ ਹੈਲਮਟ ਲੈ, ਵੇਅਰ ਯੂਰ ਹੈਲਮਟ। ਉਹਦਾ ਮਤਲਬ ਨਹੀਂ, ਉਹਦੀ ਕੋਈ ਗੱਲ ਨਹੀਂ, ਪਰ ਉਹ ਸਿੰਗੜੀ ਛੇੜਦਾ। ਸਿੰਗੜੀ ਕਿਵੇਂ ਛੇੜਦਾ? ਉਹ ਕਿਤੇ ਨਾ ਕਿਤੇ ਉਹਦੇ ਦਿਮਾਗ 'ਚ ਪਾਇਆ ਗਿਆ ਵੀ ਅਸੀਂ ਸੁਪੀਰੀਅਰ ਹਾਂ। ਇਹ ਜਿਹੜੀ ਸੰਗਤ ਤੁਰੀ ਫਿਰਦੀ ਹੈ, ਇਹਨਾਂ ਨੂੰ ਕਿਤੇ ਪਤਾ ਹੈ ਕਿਵੇਂ ਇਹਨਾਂ ਨੇ ਰਹਿਣਾ, ਕਿਵੇਂ ਇਹਨਾਂ ਨੇ ਕੰਮ ਕਰਨਾ, ਕਿਵੇਂ ਇਹਨਾਂ ਨੇ। ਇਸੇ ਪਾਰਲੀਮੈਂਟ ਦੇ ਵਿੱਚ ਜਿੱਥੇ ਤੁਸੀਂ ਅੱਜ ਚੋਣਾਂ ਲੜ ਰਹੇ ਹੋ, ਇਸੇ ਵਿਕਟੋਰੀਆ 'ਚ 1907 ਦੇ ਵਿੱਚ ਕਿਹਾ ਗਿਆ ਇਹ ਫਿਲਥੀ ਨੇ। ਇਹਨਾਂ ਨੂੰ ਕੀ ਪਤਾ? ਇਹ ਸਾਊਥ ਏਸ਼ੀਅਨ, ਇਹਨਾਂ ਦੀ ਕੰਟੀਨਿਊ ਜਰਨੀ ਚਾਹੀਦੀ ਆ। ਅੱਜ ਗੱਲਾਂ ਕੋਈ ਕੁਛ ਕਰੀ ਚੱਲੇ ਤੁਹਾਡੇ ਕੋਲ ਆ ਕੇ, ਜਿਹੜੀਆਂ ਉਹ ਸਰਕਾਰਾਂ ਸੀ, ਕੀ ਉਹ ਬਲੱਡ ਲਾਈਨ ਬੰਦ ਹੋ ਗਈ? ਨੋ, ਉਹ ਚੱਲੀ ਆਉਂਦੀ ਆ। ਚਿਹਰਿਆਂ ਤੋਂ ਪਤਾ ਲੱਗ ਜਾਂਦਾ, ਮੂਹਰੇ ਮੇਰਾ ਬੰਦਾ ਖੜਾ ਜਿਹੜਾ ਹੈ ਉਹ ਮੈਨੂੰ ਕੀ ਕਹਿਣਾ ਚਾਹੁੰਦਾ। ਪ੍ਰੋਗਰਾਮ ਤੁਹਾਡੇ ਤੱਕ ਟਾਈਲ ਮਾਰਟ ਵਾਲੇ ਪਹੁੰਚਾਉਂਦੇ ਨੇ। 4 ਲੋਕੇਸ਼ਨਾਂ ਨੇ ਟਾਈਲ ਮਾਰਟ ਦੇ ਕੋਲ। ਬਹੁਤ ਸਿਲੈਕਸ਼ਨ ਆ ਟਾਈਲਾਂ ਦੀ, ਵੱਡੀਆਂ ਟਾਈਲਾਂ ਤੋਂ ਛੋਟੀਆਂ ਟਾਈਲਾਂ ਤੱਕ, ਮੋਜ਼ੈਕ ਤੱਕ ਤੇ ਕਾਊਂਟਰ ਟੌਪ, ਹਾਰਡਵੁੱਡ ਟਾਈਲਸ, ਵਾਈਨਲ ਤੇ ਹੋਰ ਬਹੁਤ ਕੁਝ ਸਮਾਨ ਜਿਹੜਾ ਵੀ ਤੁਹਾਨੂੰ ਫਲੋਰ ਕਵਰਿੰਗ ਲਈ ਕਾਰਪੈਟ ਤੋਂ ਬਿਨਾ ਹੋਵੇ। ਮੈਨੂੰ ਲੱਗਦਾ ਵੀ ਸਾਰਾ ਹੀ ਇਹਨਾਂ ਦੇ ਕੋਲ ਆ ਤੇ ਵੱਡੀ ਸਿਲੈਕਸ਼ਨ ਆ। 4 ਲੋਕੇਸ਼ਨਾਂ, 1245 202 ਸਟਰੀਟ ਲੈਂਗਲੀ, 129 90 80 ਐਵਨਿਊ ਯੂਨਿਟ ਨੰਬਰ 5, 34 252 ਮਾਰਸ਼ਲ ਰੋਡ ਨੰਬਰ 3 ਐਬਸਫੋਰਡ, 3903 99 ਸਟਰੀਟ ਨਾਰਥ ਵੈਸਟ ਯੂਨਿਟ 100, 604 427 8453। ASAP ਕੰਟੇਨਰ ਸੋਲਿਊਸ਼ਨ, ਕੰਟੇਨਰ ਤੁਹਾਡਾ ਆ ਗਿਆ ਪੋਰਟ ਤੇ ਤੁਹਾਡੇ ਤੱਕ ਪਹੁੰਚਣਾ, ਚਾਹੇ ਉਹ ਬਿਜ਼ਨਸ ਆ। ਜੁਰਮ ਦਾ ਹੋਵੇ, ਆਪਣੇ ਕਾਨੂੰਨੀ ਹੱਕਾਂ ਦੀ ਲੜਾਈ ਜਿੱਤਣ ਲਈ ਇੱਕੋ ਹੀ ਥਾਂ ਤੇ ਇੱਕੋ ਹੀ ਨਾਂ। ਵਕੀਲ ਬ੍ਰਿਜ ਮੋਹਨ ਆਫ ਬ੍ਰਿਜ ਮੋਹਨ ਐਂਡ ਐਸੋਸੀਏਟ, ਸਰੀ ਤੇ ਐਬਟਸਫੋਰਡ ਦੇ ਵਕੀਲ ਬ੍ਰਿਜ ਮੋਹਨ ਆਫ ਬ੍ਰਿਜ ਮੋਹਨ ਐਂਡ ਐਸੋਸੀਏਟ, ਸਰੀ ਤੇ ਐਬਟਸਫੋਰਡ ਦੇ ਆਫਿਸਿਸ ਦਾ ਫੋਨ ਨੰਬਰ 604 598 0988, 6 ਆਫਿਸਿਸ ਦਾ ਫੋਨ ਨੰਬਰ 604 598 0988, 604 598 0988। ਵਕੀਲ ਬ੍ਰਿਜ ਮੋਹਨ ਆਫ ਬ੍ਰਿਜ ਮੋਹਨ ਐਂਡ ਐਸੋਸੀਏਟ। ਸ਼ੇਰੇ ਪੰਜਾਬ 600 AM ਤੇ ਹਰਜੀਤ ਸਿੰਘ ਗਿੱਲ ਸ਼ੋਅ ਦੇ ਵਿੱਚ ਤੁਸੀਂ ਸ਼ਾਮਲ ਹੋ। ਗਗਨ ਸਿੰਘ ਜੀ, ਤੁਸੀਂ 에ਅਰ ਤੇ ਆਨਲਾਈਨ ਨੰਬਰ 1। ਸਤਿ ਸ਼੍ਰੀ ਅਕਾਲ ਜੀ, ਸਮਾਂ ਦੇਣ ਦੇ ਲਈ ਸ਼ੁਕਰੀਆ ਜੀ। ਸਤਿ ਸ਼੍ਰੀ ਅਕਾਲ ਜੀ। ਤੁਸੀਂ ਸਿਸਟਮੈਟਿਕ ਰੇਸਿਜ਼ਮ ਦੀ ਗੱਲ ਕਰਦੇ ਸੀਗੇ ਜੀ। ਤੁਸੀਂ ਵੀ ਸੁਣਿਆ ਉਦੋਂ ਜਦੋਂ ਆਪਾਂ ਇਲੈਕਸ਼ਨ ਦੇ ਵਿੱਚ ਸੀਗੇ, ਕੈਂਪੇਨ ਮੋਡ ਦੇ ਵਿੱਚ ਸੀਗੇ ਪਿਛਲੇ ਸਾਲ ਜੀ। ਤੁਸੀਂ ਸੋਚ ਕੇ ਦੇਖੋ ਵੀ ਇੱਕ ਚੁਣਿਆ ਹੋਇਆ ਨੁਮਾਇੰਦਾ ਭਰੇ ਇਕੱਠ ਦੇ ਵਿੱਚ ਕਹਿ ਰਿਹਾ ਵੀ ਮੇਰੀ ਸਰਕਾਰ ਦਾ ਮਿਨਿਸਟਰ ਮੇਰੀ ਗੱਲ ਸੁਣਨੋਂ ਹਟ ਗਿਆ। ਇਦੋਂ ਵੱਡਾ ਰੇਸਿਜ਼ਮ ਸ਼ਾਇਦ ਕੋਈ ਹੋ ਨਹੀਂ ਸਕਦਾ। 7 ਸਾਲ ਹੋ ਗਏ, ਮੇਰਾ ਕੋਈ ਟਰੱਕ ਨਹੀਂ ਚੱਲਦਾ, ਕੋਈ ਕੁਛ ਨਹੀਂ। 7 ਸਾਲ ਹੋ ਗਏ ਸਾਈਨ ਕੀਤਿਆਂ ਨੂੰ, ਪਾਰਲੀਮੈਂਟ ਦੇ ਵਿੱਚ ਸਾਈਨ ਹੋਏ। ਤੇ ਦੂਜੀ ਗੱਲ, ਜਿਹੜੀ ਇੱਕ ਗੱਲ ਚੱਲਦੀ ਸੀਗੀ ਨਾ ਵੀ ਸਾਡੇ ਕਿੰਨੇ ਬੰਦੇ ਜਿਹੜੇ ਪ੍ਰੀਮੀਅਰ ਜਾਂ ਪ੍ਰਾਈਮ ਮਿਨਿਸਟਰ ਆਫਿਸ ਦੇ ਵਿੱਚ ਕਿੰਨੇ ਬੰਦੇ ਕੰਮ ਕਰਦੇ ਆ। ਇੱਕ ਸਰਦਾਰ ਜੀ, ਤੁਹਾਨੂੰ ਵੀ ਪਤਾ ਹੋਊ ਵੀ ਕ੍ਰਿਸਟੀ ਕਲਾਰਕ ਉਹਨਾਂ ਦੇ ਨਾਲ ਕੰਮ ਕਰਦੇ ਸੀ, ਭੁੱਲਰ ਸਾਹਿਬ। ਉਹਨਾਂ ਦੇ ਬਾਵਜੂਦ ਹੋਣ ਦੇ ਉੱਥੇ ਜਿਹੜਾ ਸ਼ਰੇਆਮ ਧੱਕਾ ਹੋਇਆ, ਤੇ ਜਿਹੜੇ ਵਿੱਚ ਸਾਈਨ ਕਰਾਉਣ ਗਏ ਸੀ, ਕਿਸੇ ਨੇ ਕੋਈ ਜੌਬ ਲੈ ਲਈ, ਕਿਸੇ ਨੇ ਕੋਈ ਸ਼ਰਾਬ ਦਾ ਠੇਕਾ ਲੈ ਲਿਆ, ਕਿਸੇ ਨੇ ਕੋਈ ਹੋਰ ਕੰਮ ਲੈ ਲਿਆ, ਤੇ ਕੌਮ ਫੇਰ ਉਹ ਖੂਹ ਦੇ ਵਿੱਚ ਸਿੱਟ ਕੇ ਚਲੇ ਗਿਆ। ਸੋ ਐਂਡ ਆਫ ਦਾ ਡੇ ਸਾਨੂੰ ਜ਼ਰੂਰ ਸੰਭਲਣ ਦੀ ਲੋੜ ਆ ਵੀ ਐਜ਼ ਏ ਕਮਿਊਨਿਟੀ ਅਸੀਂ ਕਿੱਥੇ ਖੜੇ ਆ। ਕੀ ਸਾਡੇ ਗੁਰਦੁਆਰੇ, ਸਾਡੀਆਂ ਹੋਰ ਜਿਹੜੀਆਂ ਸੁਸਾਇਟੀਜ਼ ਹੈ, ਕੀ ਉਹ ਚੀਜ਼ ਨੂੰ ਪ੍ਰੈਜ਼ੈਂਟ ਕਰਦੀਆਂ? ਜਦੋਂ ਤਾਂ ਹਿੰਦੁਸਤਾਨ ਦੀ ਜਾਂ ਪੰਜਾਬ ਦੀ ਗੱਲ ਹੁੰਦੀ, ਅਸੀਂ ਖੜਦੇ ਹਾਂ, ਖੜਨਾ ਵੀ ਚਾਹੀਦਾ। ਪਰ ਜਦੋਂ ਇੱਥੋਂ ਦੇ ਮਸਲੇ ਹੁੰਦੇ ਆ, ਫਿਰ ਤੁਸੀਂ ਵੀ ਸ਼ਾਇਦ ਨੋਟ ਕੀਤਾ ਹੋਊਗਾ, ਤੁਸੀਂ ਹੁਣ ਪੰਜਾਬ ਦੀ ਗੱਲ ਕਰ ਲਓ, ਲਾਈਨਾਂ ਭਰ ਜਾਣਗੀਆਂ ਸਾਡਾ ਪੰਜਾਬ ਦੇ ਨਾਲ, ਤੇ ਆ ਜ਼ਰੂਰ ਬੜੀ ਚੰਗੀ ਗੱਲ। ਪਰ ਜਦੋਂ ਇੱਥੋਂ ਦੇ ਸਿਸਟਮੈਟਿਕ ਰੇਸਿਜ਼ਮ ਦੀ ਗੱਲ ਆ, ਚੁਣੇ ਹੋਏ ਨੁਮਾਇੰਦੇ ਤੁਹਾਨੂੰ ਸ਼ਰੇਆਮ ਕਹਿੰਦੇ ਵੀ ਭਾਈ ਸਾਡੀ ਨਹੀਂ ਗੱਲ ਮਿਨਿਸਟਰ ਸੁਣਦਾ। ਤੁਹਾਡੇ ਕੋਲ ਕੋਈ ਜਵਾਬ ਹੀ ਹੈ ਨਹੀਂ। ਧੰਨਵਾਦ ਜੀ, ਸਮਾਂ ਦੇਣ। ਧੰਨਵਾਦ ਜੀ। ਦੂਸਰੀ ਗੱਲ, ਬਿਲਕੁਲ ਇਹਦੇ ਤੇ ਮੇਰੇ ਖਿਆਲ ਪਹਿਰਾ ਹੀ ਹੈ, ਜਿੰਨਾ ਦਿੱਤਾ ਜਾਵੇ। ਜਦ ਕੋਈ ਗਲਤ ਹੋਵੇ ਤਾਂ ਉਹ ਗਲਤ ਤੇ ਇਹ ਗੱਲ ਕੀਤੀ ਜਾਵੇ ਕਿ ਗਲਤ ਨਹੀਂ ਹੋਣ ਦੇਣਾ। ਦੂਸਰੀ ਜਿਹੜੀ ਮੈਂ ਤੁਹਾਡੇ ਨਾਲ ਗੱਲ ਕਰਨੀ ਹੈ, ਜਿਹਨੂੰ ਇਹ ਬੜੀ ਫਾਈਨ ਲਾਈਨ ਹੈ ਹੁਣ
ਕਮਿਊਨਿਟੀ ਦੇ ਇਸ਼ੂ ਦੇ ਤੌਰ ਤੇ ਇਸ ਨੂੰ ਕੀਤਾ ਜਾਵੇ ਜਾਂ ਇੰਡੀਵਿਜੂਅਲ ਦੇ ਤੌਰ ਤੇ ਕੀਤਾ ਜਾਵੇ। ਇੰਡੀਵਿਜੂਅਲ ਦੀ ਗੱਲ ਹੋ ਸਕਦੀ ਹੈ ਕਿ ਬਜ਼ੁਰਗ ਇੱਕ ਨਹੀਂ, ਹਜ਼ਾਰਾਂ ਹੀ ਬਜ਼ੁਰਗ ਨੇ ਸਾਡੇ। ਹੁਣ ਇਹ ਘਟਨਾ ਹੋਈ ਹੈ 3 ਅਕਤੂਬਰ ਨੂੰ ਐਬਸਫੋਰਡ ਦੇ ਵਿੱਚ। 17 ਸਾਲ ਦੀ ਇੱਕ ਬੱਚੀ ਖੜੀ ਹੈ ਬੱਸ ਸਟੈਂਡ ਤੇ, ਬਾਰਕੁਨ ਕ੍ਰੈਸੈਂਟ ਤੇ 60 ਤੋਂ 70 ਵਰ੍ਹਿਆਂ ਦਾ ਇੱਕ ਬਜ਼ੁਰਗ ਸਿਰ ਤੇ ਲਾਈਟ ਜਿਹੜੀ ਨੀਲੀ ਦਸਤਾਰ ਹੈ, ਮੂੰਹ ਤੇ ਬੰਨਿਆ ਮਾਸਕ ਤੇ ਦਾੜੀ ਵੀ ਦਿਖਦੀ ਹੈ, ਉਸ ਕੁੜੀ ਕੋਲ ਆਉਂਦਾ, ਕੁੜੀ ਨੂੰ ਅਪਰੋਚ ਕਰਦਾ 6:40 ਤੇ। ਉਹਦੇ ਬਾਅਦ 9 ਨੰਬਰ ਬੱਸ ਆਉਂਦੀ ਆ, ਖਾਲੀ ਬੱਸ ਹੈ, ਜਿੱਥੇ ਕੁੜੀ ਬਹਿੰਦੀ ਆ ਉੱਥੇ ਉਹ ਆਪ ਬਹਿ ਜਾਂਦਾ ਜਾ ਕੇ ਨਾਲ। ਉਹਦੇ ਬਾਅਦ ਉਹਦੇ ਨਾਲੋਂ ਛੇੜਛਾੜ ਕਰਦਾ, ਉਹਨੂੰ ਟੱਚ ਕਰਦਾ, ਸੈਕਸ਼ੂਅਲੀ ਐਡਵਾਂਸ ਕਰਦਾ। ਬੱਸ ਡਰਾਈਵਰ ਨੋਟਿਸ ਕਰਦਾ। ਬੱਸ ਡਰਾਈਵਰ ਜਿਹੜਾ ਨੋਟਿਸ ਕਰਕੇ ਉਸ ਨੂੰ ਉੱਚੀ ਆਵਾਜ਼ ਦੇ ਵਿੱਚ ਕੁੜੀ ਨੂੰ ਪੁੱਛਦਾ ਵੀ ਤੂੰ ਠੀਕ ਆ, ਹੇ ਆਰ ਯੂ ਓਕੇ, ਡੂ ਯੂ ਨੀਡ ਸਮ ਹੈਲਪ। ਪਤਾ ਲੱਗ ਜਾਂਦਾ ਬੱਸ ਡਰਾਈਵਰ ਨੂੰ। ਤੇ ਉਹ ਬੱਚੀ ਨੇ ਕੀ ਬੋਲਣਾ, 17 ਤੇ 60 ਵਰ੍ਹਿਆਂ ਦੀ, ਤੇ ਘਰ ਦੇ ਵਿੱਚ ਪੋਤੀ ਵੀ ਉਸ ਉਮਰ ਦੀ ਹੋਏਗੀ ਜੇ ਗਾਹਾਂ ਬੱਚੇ ਹੋਣਗੇ। ਉਹਦੇ ਬਾਅਦ ਨੈਕਸਟ ਸਟਾਪ ਤੇ ਡਰਾਈਵਰ ਬੱਸ ਖੜਾਉਂਦਾ ਆਪਣੀ ਸੀਟ ਛੱਡ ਕੇ, ਤੇ ਉਸ ਤੋਂ ਬਾਅਦ ਜਾ ਕੇ ਮੇਲ ਸਸਪੈਕਟ ਆ ਜਿਹੜਾ ਉਹਨੂੰ ਕਹਿੰਦਾ ਅਗਲੀ ਸੀਟ ਤੇ ਪਰਲੀ ਤੇ ਬੈਠ। ਉਹਦੇ ਬਾਅਦ ਉਹ ਬੱਸ 'ਚੋਂ ਉਤਰ ਜਾਂਦਾ ਕਿਉਂਕਿ ਪਤਾ ਲੱਗ ਜਾਂਦਾ ਹੁਣ ਸਾਊਥ ਏਸ਼ੀਅਨ ਜਿਹੜੀ ਪੁਲਿਸ ਹੈ, ਐਬਸਫੋਰਡ ਦੀ ਪੁਲਿਸ, ਸਾਊਥ ਏਸ਼ੀਅਨ ਮੈਨ ਹੈ, ਵਾਈਟ ਬੀਅਰਡ ਹੈ, ਬਲੂ ਸਰਜੀਕਲ ਮਾਸਕ ਪਾਇਆ ਹੋਇਆ ਸੀ, ਲਾਈਟ ਬਲੂ ਟਰਬਨ ਹੈ, ਡਾਰਕ ਸ਼ੂਜ਼ ਨੇ, ਲਾਈਟ ਕਲਰਡ ਕਲੋਥ, ਸ਼ਰਟਸ ਐਂਡ ਪੈਂਟ। ਹੱਥ ਦੇ ਵਿੱਚ ਜਿਹੜਾ ਫੋਟੋਆਂ ਨੇ ਹੁਣ ਉਹ ਦਿਖਾਈਆਂ ਨੇ, ਵਰਦੀ ਸਾਰ ਜਿਹੜਾ ਹੱਥ ਦੇ ਵਿੱਚ ਕੱਛ ਦੇ ਵਿੱਚ ਦਿੱਤੀ ਹੋਈ ਹੈ ਆਪਣੀ ਛਤਰੀ, ਚੜ੍ਹਦੇ ਦੀ ਹੈ ਫੋਟੋ, ਤੇ ਬੱਸ ਡਰਾਈਵਰ ਕੋਲ ਖੜੇ ਦੀ ਫੋਟੋ ਆ। ਤੇ ਹੁਣ ਫੋਟੋਆਂ ਦੇ ਵਿੱਚ ਜਿਹਦਾ ਬਜ਼ੁਰਗ ਹੈ ਉਹਦੇ ਤਾਂ ਘਰੇ ਪਤਾ ਹੀ ਹੈ ਬਈ ਆਹ ਪੱਗ ਤੇ ਆਹ ਸ਼ਕਲ ਜਿਹੜੀ ਆਹ ਬਸਰਾ ਜਿਹੜਾ ਹੈ ਇਹ ਸਾਡੇ ਕਿਸੇ ਬਜ਼ੁਰਗ ਦਾ। ਹੁਣ ਬਜ਼ੁਰਗ ਨੂੰ ਵੀ ਪਤਾ ਹੈ, ਪਰਿਵਾਰ ਨੂੰ ਵੀ ਪਤਾ ਹੈ, ਪਰ ਇਹ ਕਿੱਡੀ ਦਰਦਨਾਕ ਗੱਲ ਹੈ ਤੇ ਹਰ ਰੋਜ਼ ਇਹਦੇ ਤੇ ਆਪਾਂ ਗੱਲ ਕਰਦੇ ਹਾਂ। ਕੋਈ ਦਿਨ ਨਹੀਂ ਲੰਘਿਆ ਹੋਣਾ ਚਾਹੀਦਾ ਵੀ ਸਾਨੂੰ ਹੋਇਆ ਕੀ ਹੈ। ਘਰ 'ਚ ਸਾਡੀ ਪੋਤੀ 20 ਵਰ੍ਹਿਆਂ ਦੀ ਤੇ ਬਾਹਰ ਸੜਕ ਤੇ ਖੜੀ 20 ਵਰ੍ਹਿਆਂ ਦੀ ਬੱਚੀ ਦਾ ਫਰਕ ਸਾਨੂੰ ਭੇੜੀਆ ਜਿਹੜਾ ਦਿਮਾਗ ਦੇ ਵਿੱਚ ਹੈ, ਜਿਹੜਾ ਹਲਕਾ ਦਿਮਾਗ ਦੇ ਵਿੱਚ ਹੈ, ਉਹਦਾ ਇਲਾਜ ਕੀ ਹੈ? ਇਲਾਜ ਫਿਰ ਪੰਜਾਬ ਵਾਂਗੂ ਸੰਗਲ ਨੇ ਜਾਂ ਫਿਰ ਅੰਮ੍ਰਿਤਸਰ ਜਾ ਕੇ ਬਿਜਲੀ ਦੇ ਝਟਕੇ ਨੇ। ਹੁਣ ਇਹ ਐਬਸਫੋਰਡ ਪੁਲਿਸ ਲੱਭ ਰਹੀ ਹੈ, ਲੱਭ ਲੈਣਾ ਉਹਨਾਂ ਨੇ, ਤੇ ਕੱਲ੍ਹ ਨੂੰ ਜਦ ਜਲੂਸ ਕਮਿਊਨਿਟੀ 'ਚ ਨਿਕਲਣਾ ਹੈ, ਉਹ ਫਿਰ ਜਲੂਸ ਤੇ ਕਿਹਨੇ ਦਿਮਾਗ ਦੇ ਵਿੱਚ ਇਹ ਪਾਈ ਕਿ ਇਹ ਬੱਚੀਆਂ ਜਿਹੜੀਆਂ ਬੱਸ ਸਟੈਂਡਾਂ ਤੇ ਜਾਂ ਭੱਜੀਆਂ ਫਿਰਦੀਆਂ ਨੇ, ਇਹ ਸੁਨੇਹਾ ਕਿੱਥੋਂ ਗਿਆ ਬਾਹਰ? ਇਹ 5-4 ਵਰ੍ਹੇ ਪਹਿਲਾਂ ਇਹੋ ਜਿਹੀਆਂ ਚੀਜ਼ਾਂ ਕਿਉਂ ਨਹੀਂ ਸੀ ਤੇ ਹੁਣ 5-4 ਵਰ੍ਹੇ ਦੀਆਂ ਚੀਜ਼ਾਂ ਕਿਉਂ ਹੋਣ ਲੱਗੀਆਂ? ਇਹਦੇ ਤੇ ਇਹ ਬਹੁਤ ਇੱਕ ਸੋਚਣ ਵਾਲੀ ਗੱਲ ਹੈ। ਹਰਵੀਰ ਸਿੰਘ ਗਰੇਵਾਲ ਜੀ, ਲਾਈਨ ਨੰਬਰ 1, ਤੁਸੀਂ ਏਅਰ ਤੇ ਹੋ। ਗਿੱਲ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਪਹਿਲਾਂ ਤਾਂ ਜੀ ਸੌਰੀ, ਮੈਂ ਤੁਹਾਡੇ ਆਫ ਦੀ ਟਰੈਕ ਤਾਂ ਨਹੀਂ ਤੁਹਾਨੂੰ ਟੌਪਿਕ ਤੋਂ ਲਿਜਾਣਾ ਚਾਹੁੰਦਾ ਸੀ, ਪਰ ਮੈਂ ਲੇਟ ਹੋ ਗਿਆ। ਮੈਂ ਪਹਿਲੇ ਟੌਪਿਕ ਜੀ ਸ਼ੋਰ ਇੱਕ ਮਿੰਟ ਲਈ ਬੋਲ ਸਕਦਾ? ਸ਼ੋਰ। ਜਿਹੜੀ ਇਹ ਰੇਸਿਜ਼ਮ, ਸਿਸਟੈਮਿਕ ਰੇਸਿਜ਼ਮ ਦੀ ਗੱਲ ਹਮੇਸ਼ਾ ਹੀ ਚੱਲਦੀ ਰਹੀ ਆ, ਪੁਰਾਣੀਆਂ ਮੁੱਦਤਾਂ ਤੋਂ, ਹੁਣ ਵੀ ਹੈਗੀ ਆ, ਹਨਾ। ਇਹਦਾ ਮੇਰੇ ਖਿਆਲ ਅਸਰ ਇਸ ਕਰਕੇ ਨਹੀਂ ਹੋ ਰਿਹਾ ਕਿਉਂਕਿ ਜਿਹੜੇ ਸਾਡੇ ਇਲੈਕਟਿਡ ਅਫੀਸ਼ੀਅਲਸ ਨੇ ਨਾ, ਉਹ ਇਕੱਲੇ ਉਹ ਨਹੀਂ, ਸਾਡੇ ਸਾਰਿਆਂ ਦੇ ਵਿੱਚ ਹੀ ਅਸੀਂ ਨਾ ਕਹਿੰਦੇ ਵੀ ਫਾਈਨੈਂਸ਼ੀਅਲ ਬੈਨੀਫਿਟਸ ਦੇ ਲਈ ਜੀ ਸਾਡੇ ਵਿੱਚ ਅਪਰਚੂਨਿਜ਼ਮ ਪ੍ਰਵੇਲ ਕਰਦਾ ਹਮੇਸ਼ਾ ਹੀ। ਅਸੀਂ ਜਿੱਥੇ ਮਰਜ਼ੀ ਚਲੇ ਜਾਈਏ, ਅਪਰਚੂਨਿਜ਼ਮ ਪ੍ਰੈਵਲੈਂਸ ਇਹ ਸਾਡੀ ਵੀਕਨੈਸ ਹੈ ਸਾਡੀ ਕੌਮ ਦੀ। ਕਿਉਂਕਿ ਜਦੋਂ ਅਸੀਂ ਕਿਸੇ ਉੱਪਰ ਲੈਵਲ ਤੇ ਜਾਂਦੇ, ਪਿਛਲਿਆਂ ਨੂੰ ਭੁੱਲ ਜਾਂਦੇ, ਕਿਉਂਕਿ ਜੇ ਅਸੀਂ ਪਿਛਲਿਆਂ ਬਾਰੇ ਗੱਲ ਕਰਾਂਗੇ ਤਾਂ ਉਹ ਸੈਟਬੈਕ ਉਹਨਾਂ ਦੇ ਲਈ ਹੁੰਦੀ ਹੈ ਕਿਉਂਕਿ ਉੱਥੇ ਉਹ ਮੇਨ ਸਟ੍ਰੀਮ ਸੁਸਾਇਟੀ ਦੀਆਂ ਵੋਟਾਂ ਲੂਜ਼ ਕਰਦੇ ਆ ਕਿ ਸਾਡੇ ਇਸ਼ੂ ਨੂੰ ਉਠਾਉਣਗੇ ਜ਼ਿਆਦਾ। ਇਹ ਸਾਡੀ ਵੱਡੀ ਸਮੱਸਿਆ। ਸੋ ਹੱਲ ਜੇ ਕੁਛ ਹੱਦ ਤੱਕ ਮੇਰਾ ਖਿਆਲ ਵੀ ਜੇ ਸਾਡੀ ਕਮਿਊਨਿਟੀ ਥੋੜੀ ਜਿਹੀ ਸਿਆਣੀ ਹੋਵੇ ਨਾ ਫਿਰ ਹੋ ਸਕਦਾ, ਪਰ ਉਹ ਹੋ ਨਹੀਂ ਰਿਹਾ ਕਿਉਂਕਿ ਅਸੀਂ ਸਾਰੇ ਅਪਰਚੂਨਿਸਟਿਕ ਹਾਂ। ਮੈਜੋਰਟੀ ਸਾਰੇ ਨਹੀਂ, ਮੈਂ ਕਹਿੰਦਾ ਮੈਜੋਰਟੀ, ਹਾਂਜੀ। ਜਿੱਥੇ ਵੀ ਜਿਸ ਲੈਵਲ ਤੱਕ ਕਿਸੇ ਬੰਦੇ ਦਾ ਹੱਥ ਪੈਂਦਾ ਉਹ ਅਪਰਚੂਨਿਜ਼ਮ ਦੇ ਵਿੱਚ ਬਲੀਵ ਕਰਦਾ, ਦੂਜਿਆਂ ਨੂੰ ਖੜੇ ਨਹੀਂ ਛੱਡ ਜਾਂਦਾ। ਹੁਣ ਮੇਰੀ ਥਿੰਕਿੰਗ ਇਹ ਆ ਵੀ ਜਿਹੜੇ ਸਾਡੇ ਲੋਕ ਪੋਲੀਟਿਕਸ ਦੇ ਵਿੱਚ ਖੜਦੇ ਆ ਨਾ, ਜੇ ਉਹਨਾਂ ਨੂੰ ਇਹ ਪਤਾ ਲੱਗ ਜਾਵੇ ਵੀ ਜਦੋਂ ਅਸੀਂ ਡੋਰ ਨੌਕਿੰਗ ਤੇ ਜਾਣਾ
ਤਾਂ ਜਾਂ ਤੁਹਾਡੀ ਹੈਲਪ ਦੇ ਨਾਲ ਰੇਡੀਓ ਦੀ ਬ੍ਰੌਡਕਾਸਟਿੰਗ, ਜਾਂ ਤੁਹਾਡੀ ਹੈਲਪ ਦੇ ਨਾਲ, ਜਾਂ ਲੋਕ ਆਪ ਥੋੜਾ ਜਿਹਾ ਇਹਨੂੰ ਰਿਵਿਊ ਕਰਕੇ ਸਿਸਟਮ ਨੂੰ ਜੀ ਕੁਐਸਚਨੇਅਰ ਰੈਡੀ ਕਰਨਾ ਵੀ ਸਾਡੀ ਕਮਿਊਨਿਟੀ ਦੇ ਇਸ਼ੂ ਕਿਹੜੇ ਸੀ ਪਿਛਲੀ ਇਲੈਕਸ਼ਨ 'ਚ। ਜਿਹੜੇ ਅਸੀਂ ਬੰਦਿਆਂ ਨੂੰ ਜਿਤਾ ਕੇ ਉੱਥੇ ਭੇਜਿਆ, ਉਹਨਾਂ ਨੂੰ ਕਹੋ ਵੀ ਤੁਹਾਡੀਆਂ ਰਿਕਾਰਡਿੰਗ ਸਾਨੂੰ ਪ੍ਰੂਫ ਦਿਖਾਓ ਵੀ ਆਹ ਇਸ਼ੂ ਤੇ ਤੁਸੀਂ ਅਸੈਂਬਲੀ ਦੇ ਵਿੱਚ ਕਿੰਨੀ ਵਾਰੀ ਬੋਲੇ ਹੋ। ਬਿਲਕੁਲ ਠੀਕ ਹੈ। ਫੇਰ ਹੋ ਸਕਦਾ ਸ਼ਾਇਦ ਇਹਨਾਂ ਨੂੰ ਲੱਗੇ ਵੀ ਸਾਡੀਆਂ ਵੋਟਾਂ ਇੱਥੋਂ ਟੁੱਟ ਜਾਣਗੀਆਂ, ਜਿਹੜੀਆਂ 20% ਮੇਨ ਸਟਰੀਮ ਦੀਆਂ ਵੋਟਾਂ ਬਚਾਉਂਦੇ ਕਿਤੇ ਆਹ 75% ਨਾਲ ਲੂਜ਼ ਕਰ ਦਈਏ। ਫੇਰ ਹੋ ਸਕਦਾ ਇਹ ਕੁਛ ਨਾ ਕੁਛ ਐਕਸ਼ਨ 'ਚ ਆ ਜਾਣ। ਅੱਛਾ ਗਰੇਵਾਲ ਸਾਹਿਬ, ਤੁਸੀਂ ਬਹੁਤ ਅਵੇਅਰ ਹੋ ਕਮਿਊਨਿਟੀ ਦੇ ਸਾਡੇ ਬੰਦੇ, ਤੇ ਸਦਾ ਹੀ ਤੁਸੀਂ ਕੁਛ ਨਾ ਕੁਛ ਕਰਨ ਲਈ ਚਾਹੁੰਦੇ ਹੋ। ਇਹ ਫਿਰ ਹੁਣ ਕਿੰਨਾ ਕੁ ਚਿਰ ਅਸੀਂ ਗੱਲ ਕਰਾਂਗੇ, ਜਦ ਦੇ ਅਸੀਂ ਅਲਰਟ ਹੋਇਆ ਪਿਛਲੇ 40 ਸਾਲਾਂ ਦੀ ਕਹਿ ਦਿਓ ਵੀ ਰਾਜਨੀਤੀ ਦੇ ਵਿੱਚ ਅਸੀਂ ਬਹੁਤ ਕੰਮ ਕਰ ਰਹੇ ਹਾਂ, ਤੇ 20-25 ਸਾਲਾਂ ਦੇ ਤਾਂ ਉਹ ਕਿੰਨਾ ਕੁ ਚਿਰ ਇਹ ਸਾਨੂੰ ਕੁਝ ਹੋਰ, ਤੇ ਓਟਵਾ ਦੇ ਵਿੱਚ ਵਿਕਟੋਰੀਆ ਦੇ ਵਿੱਚ ਗੱਲ ਹੋਰ, ਕਿੰਨਾ ਕੁ ਚਿਰ ਕਮਿਊਨਿਟੀ ਐਕਸੈਪਟ ਕਰੂ ਜੀ? ਇਹ ਕਦ ਫਿਰ ਕਮਿਊਨਿਟੀ ਇਹਨਾਂ ਨੂੰ ਅਕਾਊਂਟੇਬਲ ਕਰੂਗੀ? ਇਹ ਵੈਸੇ ਹੁਣ ਕਮਿਊਨਿਟੀ ਦਾ ਆਪਣੀ ਫਾਲਟ ਮੈਨੂੰ ਲੱਗਦਾ ਕੋਈ ਸੌਖਾ ਸੋਲੂਸ਼ਨ ਤਾਂ ਹੈ ਨਹੀਂ, ਕਿਉਂਕਿ ਅਸੀਂ ਅਵੇਅਰ ਹੁੰਦੇ ਹਾਂ ਜਦੋਂ ਸਾਡੀ ਇਲੈਕਸ਼ਨ ਆਉਂਦੀ ਹੈ ਨਾ, ਆਹ 1 ਮਹੀਨਾ ਜੀ, ਉਸ ਤੋਂ ਬਾਅਦ ਅਸੀਂ ਸਭ ਭੁੱਲ ਜਾਂਦੇ ਹਾਂ। ਤਾਂ ਇਹਦਾ ਮੈਨੂੰ ਇਉਂ ਲੱਗਦਾ ਵੀ ਕੌਮ ਨੂੰ ਨਾ ਜਿਹੜਾ ਬੰਦਾ ਵੀ ਪੋਲੀਟੀਕਲ ਇਨਕਲੀਨੇਸ਼ਨ ਥੋੜੀ ਜਿਹੀ ਰੱਖਦਾ, ਉਹ ਹਮੇਸ਼ਾ ਹੀ ਇਹ ਕਹਿੰਦਾ ਵੀ ਮੈਂ ਛੇਤੀ ਤਾਹਾਂ ਵਾਲੇ ਤੰਬੇ ਨੂੰ ਹੱਥ ਪਾ ਲਵਾਂ। ਮੈਂ ਕਹਿੰਦਾ ਵੀ ਪੋਲੀਟੀਕਲ ਬੰਦੇ ਉਹ ਸਿਲੈਕਟ ਕਰਨੇ ਚਾਹੀਦੇ ਆ, ਇਲੈਕਟ ਕਰਨੇ ਚਾਹੀਦੇ, ਜਿਨ੍ਹਾਂ ਦੇ ਵਿੱਚ ਥੋੜਾ ਬਹੁਤਾ ਪੈਟਰੀਓਟਿਕ ਫੀਲਿੰਗ ਵੀ ਹੋਵੇ ਕੰਟਰੀ ਦੇ ਪ੍ਰਤੀ, ਜਾਂ ਤੁਹਾਡੇ ਸੂਬੇ ਦੇ ਪ੍ਰਤੀ, ਜਾਂ ਤੁਹਾਡੇ ਏਰੀਆ ਦੇ ਪ੍ਰਤੀ ਜੀ। ਜਿਹੜਾ ਬੰਦਾ ਸਿਰਫ ਜੌਬ ਲੱਭਣ ਗਿਆ, ਉਹ ਤਾਂ ਹੁਣ ਤੁਸੀਂ ਕੀ ਐਕਸਪੈਕਟ ਕਰੋਗੇ? ਸੋ ਕੌਮ ਦੇ ਕੁਝ ਲੋਕਾਂ ਨੂੰ ਮੂਹਰੇ ਆਉਣਾ ਚਾਹੀਦਾ, ਜਿਹੜੇ ਇਹ ਛੱਡ ਕੇ ਕਿ ਅਸੀਂ MLA ਜਾਂ MP ਬਣਨਾ, ਉਹ ਕਹਿੰਦਾ ਅਸੀਂ ਤਾਂ ਗਰਾਊਂਡ ਲੈਵਲ ਤੇ ਹੀ ਕੰਮ ਕਰਨਾ, ਅਸੀਂ ਤਾਂ ਲੋਕਾਂ ਦੇ ਨਾਲ ਡਿਸਕਸ਼ਨ ਕਰਕੇ ਪਾਲਿਸੀਜ਼ ਡਰਾਫਟ ਕਰਨੀਆਂ ਔਰ ਇਹਨਾਂ ਨੂੰ ਐਨਫੋਰਸ ਕਰਨਾ ਵੀ ਲਾਗੂ ਕਰੋ, ਨਹੀਂ ਤੁਹਾਨੂੰ ਜਿੱਤਾ ਨਹੀਂ ਜਾਣਾ ਗਾਹਾਂ। ਕੀ ਇਹ ਮੰਗ ਰੱਖੀ ਜਾ ਸਕਦੀ ਆ ਹੁਣ ਕੈਂਪੇਨ ਦੇ ਵਿੱਚ, ਜਦ ਸਾਡੇ ਬੰਦੇ ਖਾਸ ਤੌਰ ਤੇ ਸਾਨੂੰ ਅਪਰੋਚ ਕਰਦੇ ਆ ਬਈ ਸਾਡੇ ਨਾਲ ਵਾਅਦਾ ਕਰੋ ਵੀ ਇੱਕ ਵਾਰ ਮਹੀਨੇ 'ਚ ਟਾਊਨ ਹਾਲ ਮੀਟਿੰਗ ਹੋਇਆ ਕਰੇਗੀ, ਸਾਡੇ ਨਾਲ ਤੁਸੀਂ ਆ ਕੇ ਬਹਿਣਾ, ਅਸੀਂ ਉਹ ਵੈਨਿਊ ਅਸੀਂ ਸੈੱਟ ਕਰਾਂਗੇ, ਅਸੀਂ ਵੈਨਿਊ ਨੂੰ ਪੇ ਕਰਾਂਗੇ? ਕੀ ਇਹ ਮੰਗ ਰੱਖਣੀ ਚਾਹੀਦੀ ਹੈ? ਬਿਲਕੁਲ ਮੈਂ ਕਿਉਂ ਰੱਖਣੀ ਚਾਹੀਦੀ ਹੈ ਜੀ, ਬਿਲਕੁਲ ਰੱਖਣੀ ਚਾਹੀਦੀ ਆ। ਔਰ ਉਹਦੇ ਵਿੱਚ ਮੈਂ ਤਾਂ ਇਹ ਵੀ ਕਹਿ ਚੁੱਕਿਆ ਪਹਿਲਾਂ ਵੀ, ਸ਼ਾਇਦ ਉਹ ਪੋਸੀਬਲ ਨਾ ਹੋਵੇ ਕਿ ਕੋਈ ਨਾ ਕੋਈ ਅਕਾਊਂਟੇਬਿਲਟੀ ਵੀ ਸੈੱਟ ਕਰਨੀ ਚਾਹੀਦੀ ਹੈ ਵੀ ਆਹ ਗੱਲਾਂ ਤੁਸੀਂ ਕਮਿਟ ਕੀਤੀਆਂ, ਜੇ ਇੰਨੇ % ਨੂੰ ਮੀਟ ਨਹੀਂ ਕਰਦੇ ਜਨ, ਉਹਦੇ ਤੇ ਕੋਈ ਨਾ ਕੋਈ ਪੈਨਲਟੀ ਹੋਣੀ ਚਾਹੀਦੀ ਹੈ। ਜਿਹੜੇ ਪ੍ਰੋਜੈਕਟ ਹੁਣ ਪਿੱਛੇ ਹੁਣ ਕਿੰਨੇ ਹੋ ਗਏ ਹਨਾ, ਬਿਲੀਅਨ ਡਾਲਰ ਸਾਡੇ ਸਿਆਸਤਦਾਨ ਵੇਸਟ ਕਰੀ ਜਾ ਰਹੇ ਨੇ। ਹੁਣ ਫੋਰ ਐਗਜ਼ਾਮਪਲ, ਹੁਣ ਇਹ ਨਾ ਮੈਨੂੰ ਸਮਝ ਮੈਂ ਕੋਈ MDP ਦਾ ਸਪੋਰਟਰ ਹਾਂ, ਮੈਂ ਜਿਹੜੀ ਸਹੀ ਫੈਕਟ ਤੇ ਗੱਲ ਕਰਦਾ ਹੁੰਦਾ ਜੀ। ਹੁਣ ਮੈਂ ਸਵੇਰੇ ਸੁਣਦਾ ਸੀ ਡਾਕਟਰ ਪੋਰੇਵਾਲ ਸਾਹਿਬ ਨੂੰ, ਬੜਾ ਵਧੀਆ ਨਿਊਟਰਲ ਉਹਨਾਂ ਨੇ ਆਪਣੇ ਮਾਈਂਡ ਦੇ ਨਾਲ ਉਹ ਇੰਟਰਵਿਊਜ਼ ਦੋਨੇ ਕੀਤੀਆਂ ਜੀ। ਹੁਣ ਇੱਕ ਜਾਣਾ ਕਹੀ ਜਾਂਦਾ ਅਸੀਂ ਜੀ 2.7 ਬਿਲੀਅਨ ਇਹਨਾਂ ਨੂੰ ਛੱਡ ਕੇ ਗਏ ਸਰਪਲਸ NDP ਪਾਰਟੀ ਨੂੰ, ਹਾਂਜੀ। ਲੇਕਿਨ ਮੈਨੂੰ ਕਾਲ ਕਰਨ ਦਾ ਮੌਕਾ ਨਹੀਂ, ਜੇ 2.7 ਬਿਲੀਅਨ ਤੁਹਾਡੇ ਕੋਲ ਸਰਪਲਸ ਸੀ ਤਾਂ ICBC ਦਾ 1 ਬਿਲੀਅਨ ਚੱਕ ਕੇ ਕਿਉਂ ਲੈ ਗਏ? ਹਾਂਜੀ, ਇਹ ਅਕਾਊਂਟੇਬਿਲਿਟੀ ਦਾ ਮੈਟਰ ਆ। ਬਿਲਕੁਲ ਠੀਕ। ਹਾਂਜੀ, 2.7 ਨਾ ਛੱਡਦੇ ਤੁਸੀਂ 1.7 ਛੱਡ ਦਿੰਦੇ, ਘੱਟੋ ਘੱਟ ਲੋਕਾਂ ਦਾ ਇੰਸ਼ੋਰੈਂਸ ਤਾਂ ਨਾ ਵੱਧਦਾ। 1 ਬਿਲੀਅਨ ਜਿਹੜਾ ਲੈ ਕੇ ਗਏ ਨਾਲ ਜਾਂਦੇ। ਹਾਂਜੀ, ਸੋ ਇਹ ਮਤਲਬ ਏਦਾਂ ਸੌਖਾ ਹੱਲ ਨਹੀਂ ਹੈ, ਪਰ ਇਹ ਮੈਂ ਤੁਹਾਨੂੰ ਕਹੂੰ ਵੀ ਇਹ ਤੁਸੀਂ ਟਾਊਨ ਹਾਲ ਮੀਟਿੰਗ ਦਾ ਜਿਹੜਾ ਆਈਡੀਆ ਨਾ ਜੀ, ਇਹਨੂੰ ਜ਼ਰੂਰ ਤੁਹਾਨੂੰ ਪਰਸੂ ਕਰਨਾ ਚਾਹੀਦਾ। ਬਿਲਕੁਲ ਜੀ, ਮੈਂ ਪੁੱਛਾਂ ਉਹਦੇ ਨਾਲ ਲੋਕੀ ਵੀ ਫॉर ਦਾ ਹੋਲ ਟਰਮ ਇਹਦੇ ਵਿੱਚ ਇਨਵੋਲਵ ਰਹਿਣਗੇ ਪੋਲੀਟੀਕਲ ਸਿਸਟਮ ਦੇ ਵਿੱਚ ਥੋੜਾ। ਔਰ ਲੋਕਾਂ ਨੂੰ ਬੇਨਤੀ ਕਰਿਆ ਕਰੋ ਵੀ ਹਰ ਬੰਦਾ ਇਹ ਨਾ ਸੋਚਿਆ ਕਰੋ ਵੀ ਅਸੀਂ MLA ਜਾਂ MP ਹੀ ਬਣਨਾ। ਤੁਸੀਂ ਇਹ ਆਪਣੇ ਆਲੇ ਦੁਆਲੇ ਨੂੰ, ਆਪਣੀ ਪ੍ਰੋਵਿੰਸ ਨੂੰ, ਆਪਣੇ ਸਿਸਟਮ ਨੂੰ ਬਚਾਉਣ ਦੇ ਲਈ ਵੀ ਕੁਛ ਨਾ ਕੁਛ ਪੈਟਰੀਓਟਿਕ ਐਫਰਟਸ ਵੀ ਮੇਰਾ ਖਿਆਲ ਕਰ ਲਿਆ ਕਰੋ। ਥੈਂਕ ਯੂ ਵੀਰ ਜੀ। ਥੈਂਕ ਯੂ ਜੀ। ਥੈਂਕ ਯੂ। ਜਿਸ ਤਰ੍ਹਾਂ ਸਰ ਹਰਵੀਰ ਸਿੰਘ ਗਰੇਵਾਲ ਕਹਿ ਕੇ ਗਏ ਨੇ, ਗੱਲ ਇਹੀ ਹੈ ਕਿ ਇਸ ਚੀਜ਼ ਨੂੰ ਆਪਾਂ ਲਾਜ਼ਮ ਕਰੀਏ ਕਿ ਇਹ ਜਿਹੜੀ ਅਕਾਊਂਟੇਬਿਲਿਟੀ ਹੈ, ਜੇ ਉਹਨੂੰ ਤੁਸੀਂ ਨਹੀਂ ਕਰਨੀ ਤਾਂ ਉਹ ਨਹੀਂ ਹੋਣੀ। ਜੇ ਤੁਸੀਂ ਜਿਹੜੀ ਇਹਨਾਂ 1 ਮਹੀਨਿਆਂ ਦੇ ਵਿੱਚ ਕਮਿਊਨਿਟੀ ਨੂੰ ਸਰਵ ਕਰਨ ਲਈ, ਤੇ ਕਮਿਊਨਿਟੀ ਹੁਣ ਬਚਣੀ ਉਹ ਨਹੀਂ ਜੇ ਅਸੀਂ ਨਹੀਂ ਸਾਂਭਣੀ, ਤੇ ਉਹਦੇ ਬਾਅਦ ਫੇਰ ਕੀ ਹੈ? ਟੌਪ ਆਫ ਦਾ ਆਵਰ ਹੁਣ ਤੁਹਾਨੂੰ ਖਬਰਾਂ ਸੁਣਾਉਂਦੇ ਆ, ਬਾਅਦ ਫੇਰ ਕੀ ਹੈ? ਟੌਪ ਆਫ ਦਾ ਆਵਰ ਹੁਣ ਤੁਹਾਨੂੰ ਖਬਰਾਂ ਸੁਣਾਉਂਦੇ ਆ।
ਖਬਰਾਂ ਤੋਂ ਬਾਅਦ ਮੈਂ ਤੇ ਸਾਡੇ ਨਿਊਜ਼ਮੈਨ ਸਮੀਰ ਕੌਸ਼ਲ ਜੀ ਅਸੀਂ ਇਕੱਠੇ ਬੈਠਾਂਗੇ ਤੇ ਉਧਰੋਂ ਡਿਬੇਟ ਸ਼ੁਰੂ ਹੋਣੀ ਹੈ CKNW ਤੇ CKNW ਨਾਲ ਸ਼ੇਰੇ ਪੰਜਾਬ ਦਾ ਬਹੁਤ ਲੰਮਾ ਸਬੰਧ ਹੈ। CKNW ਦੇ ਨਾਲ ਅਸੀਂ ਸਦਾ ਹੀ ਕੰਮ ਕਰਦੇ ਹਾਂ। ਚਿਲਡਰਨਜ਼ ਹਸਪੀਟਲ ਦੇ ਲਈ ਅਸੀਂ ਫੰਡ ਰੇਜ਼ਿੰਗ ਹਰ ਸਾਲ ਕਰਦੇ ਹਾਂ, ਤੁਹਾਨੂੰ ਯਾਦ ਹੈ। ਸੋ ਅੱਜ ਗੱਲਬਾਤ ਉਹਨਾਂ ਨਾਲ ਚੱਲੇਗੀ, ਡਿਬੇਟ ਵੀ ਚੱਲੇਗੀ ਤੇ ਰਾਜਨੀਤੀ ਦੀਆਂ ਗੱਲਾਂ ਬਾਤਾਂ ਹੋਣਗੀਆਂ, ਪਲੇਟਫਾਰਮ ਦੀਆਂ ਗੱਲਾਂ ਬਾਤਾਂ ਹੋਣਗੀਆਂ, ਪਾਰਟੀਆਂ ਕਿੱਥੇ ਖੜੀਆਂ ਨੇ ਇਸ ਦੀ ਗੱਲਬਾਤ ਹੋਏਗੀ। 10:08 ਹੋਏ ਨੇ ਜੀ। ਸ਼ੇਰੇ ਪੰਜਾਬ ਰੇਡੀਓ ਤੇ ਹਰਜੀਤ ਸਿੰਘ ਗਿੱਲ ਸ਼ੋਅ ਦੇ ਵਿੱਚ ਤੁਸੀਂ ਮੇਰੇ ਨਾਲ ਸ਼ਾਮਲ ਹੋ। ਅੱਜ ਗੱਲਬਾਤ ਡਿਬੇਟ ਆਲਰੇਡੀ CKNW ਤੇ ਸ਼ੁਰੂ ਹੋ ਗਈ ਹੈ ਜੀ। ਡਿਬੇਟ ਦੇ ਵਿੱਚ ਕੀ ਗੱਲ ਹੋ ਰਹੀ ਹੈ ਤੁਹਾਡੇ ਤੱਕ ਪਹੁੰਚਾਵਾਂਗੇ। ਮੇਰੇ ਨਾਲ ਸਮੀਰ ਕੌਸ਼ਲ ਜੀ ਨੇ ਤੇ ਉਹ ਵੀ ਗੱਲਬਾਤ ਕਰਨਗੇ ਚੋਣਾਂ ਦੇ ਮੁੱਦੇ ਤੇ ਤੁਸੀਂ ਵੀ ਨਾਲ ਸ਼ਾਮਲ ਹੋਣਾ। ਜੇ CKNW ਤੁਸੀਂ ਵੀ ਸੁਣ ਰਹੇ ਹੋ, ਤੁਸੀਂ ਵੀ ਸੁਣ ਕੇ ਕੋਈ ਤੁਹਾਨੂੰ ਇਹੋ ਜਿਹਾ ਪੁਆਇੰਟ ਲੱਗੇ ਉਹਦੇ ਤੇ ਤੁਸੀਂ ਗੱਲ ਕਰ ਲੈ। ਮੇਰੇ ਤੋਂ ਬਾਅਦ ਫਿਰ ਨਿੰਮੀ ਡੌਲਾ ਜੀ ਨਾਲ ਕੌਸ਼ਲ ਸਾਹਿਬ ਬੈਠਣਗੇ 10 ਤੋਂ 11 ਵਜੇ ਤੱਕ। ਅੱਜ ਦੀ ਡਿਬੇਟ ਨੂੰ ਫਿਰ ਉਹ ਦੱਸਣਗੇ ਕਿ ਅਸਲ ਕੀ ਗੱਲ ਹੋਈ ਇਹਦੇ 'ਚ, ਉਹਦੇ ਮੁੱਦੇ ਕੀ ਸੀ। ਕੌਸ਼ਲ ਸਾਹਿਬ ਸਵਾਗਤ ਜੀ, ਸਤਿ ਸ਼੍ਰੀ ਅਕਾਲ। ਬਹੁਤ ਸ਼ੁਕਰੀਆ ਗਿੱਲ ਸਾਹਿਬ ਤੁਹਾਡਾ। ਔਰ ਗਿੱਲ ਸਾਹਿਬ, ਜਿਸ ਤਰ੍ਹਾਂ ਅਸੀਂ ਪਿਛਲੇ ਕੁਝ ਦਿਨਾਂ ਤੋਂ ਦੱਸ ਰਹੇ ਹਾਂ ਕਿ CKNW ਦੇ ਨਾਲ ਜਿਹੜੀ ਇਹਨਾਂ ਦੀ ਡਿਬੇਟ ਹੋ ਰਹੀ ਹੈ ਉਹਦਾ ਤਰਜਮਾ ਵੀ ਜਿਹੜਾ ਹੈ ਉਹ ਸ਼ੇਰੇ ਪੰਜਾਬ ਰੇਡੀਓ ਵੱਲੋਂ ਕੀਤਾ ਜਾਏਗਾ ਔਰ ਪੋਲੀਟੀਕਲ ਐਨਾਲਿਸਿਸ ਵੀ ਕੀਤਾ ਜਾਏਗਾ, ਜਿਹੜੀ ਹੁਣ 10 ਵਜੇ ਸ਼ੁਰੂ ਹੋਈ ਹੈ। ਸਿਮੀ ਸਹਿਰਾ ਜਿਹੜੇ ਨੇ ਇਹਦੇ ਮੋਡਰੇਟਰ ਨੇ ਔਰ ਇਹਨਾਂ ਨੇ ਸ਼ੁਰੂਆਤ ਦੇ ਵਿੱਚ ਜਿਹੜੇ ਸ਼ਾਚੀ ਕੁਰਨ ਨੇ ਜਿਨ੍ਹਾਂ ਨੇ ਪਿਛਲੀ ਡਿਬੇਟ ਦੇ ਵਿੱਚ ਐਜ਼ ਮੋਡਰੇਟਰ ਭੂਮਿਕਾ ਨਿਭਾਈ ਸੀ ਉਹਨਾਂ ਦੀ ਤਾਰੀਫ ਕੀਤੀ ਔਰ ਨਾਲ ਦੇ ਨਾਲ ਜਿਹੜੇ ਲੀਡਰਸ ਨੇ ਸਾਰੇ ਇਹਨਾਂ ਨੂੰ ਦੱਸਿਆ ਕਿ ਮੈਂ ਚਾਹੁੰਦੀ ਨਹੀਂ ਕਿ ਮੈਂ ਤੁਹਾਨੂੰ ਵਿੱਚ ਆ ਕੇ ਜੰਪ ਕਰਾਂ ਤੁਹਾਡੀ ਗੱਲਬਾਤ ਦੇ ਵਿੱਚ। ਸੋ ਇਸ ਕਰਕੇ ਸਮੇਂ ਦੀ ਰਿਸਪੈਕਟ ਕੀਤੀ ਜਾਏ ਔਰ ਆਪਣੇ ਵਿਸ਼ੇ ਤੋਂ ਭਟਕਿਆ ਨਾ ਜਾਏ, ਇੱਕ ਦੂਸਰੇ ਦੀ ਗੱਲ ਕੱਟੀ ਨਾ ਜਾਏ। ਸੋ ਇਹ ਦੱਸ ਦਈਏ ਸਭ ਤੋਂ ਪਹਿਲਾਂ ਕਿ ਜਿਹੜੀ ਲੀਡਰਸ ਡਿਬੇਟ ਹੋ ਰਹੀ ਹੈ ਇਹ ਵਰਚੁਅਲ ਡਿਬੇਟ ਹੈ। ਇਹ ਦੂਸਰੀ ਡਿਬੇਟ ਹੈ ਜਿਹੜੀ ਹੋ ਰਹੀ ਹੈ। ਪਹਿਲੀ ਡਿਬੇਟ ਜਿਹੜੀ ਹੋਈ ਸੀ ਉਹ ਥੋੜ੍ਹੇ ਦਿਨ ਪਹਿਲਾਂ ਹੋਈ ਸੀ, ਤਿੰਨੇ ਲੀਡਰਸ ਦੀ, ਜਿਹੜੀ ਸਟੂਡੀਓ ਦੇ ਵਿੱਚ ਸੀ ਔਰ ਉਹ ਬੇਸਿਕਲੀ ਸਟੂਡੀਓ ਕਿਸੇ ਚੈਨਲ ਦਾ ਨਹੀਂ ਸੀ, UBC ਦਾ ਚੈਨ ਜਿਹੜਾ ਪਰਫਾਰਮਿੰਗ ਆਰਟਸ ਹੈ UBC ਦੇ ਵਿੱਚ, ਉੱਥੇ ਇਹ ਡਿਬੇਟ ਹੋਈ ਸੀ। ਔਰ ਹੁਣ ਜਿਹੜੀ ਡਿਬੇਟ ਹੋ ਰਹੀ ਹੈ ਵਰਚੁਅਲ ਹੋ ਰਹੀ ਹੈ। ਸਾਰੇ ਆਪਣੀ ਆਪਣੀ ਥਾਵਾਂ ਤੇ ਬੈਠੇ ਉੱਥੋਂ ਗੱਲਬਾਤ ਕਰ ਰਹੇ ਨੇ। ਔਰ ਸਭ ਤੋਂ ਪਹਿਲਾਂ ਜਿਹੜਾ ਓਪਨਿੰਗ ਸਟੇਟਮੈਂਟ ਦਿੱਤੀ ਗਈ ਹੈ ਐਂਡਰੂ ਵਿਲਕਿਨਸਨ ਵੱਲੋਂ ਦਿੱਤੀ ਗਈ ਹੈ। ਉਹਨਾਂ ਨੂੰ ਪੁੱਛਿਆ ਗਿਆ ਸੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ 1 ਮਿੰਟ ਦੇ ਦੌਰਾਨ, ਔਰ ਉਹਨਾਂ ਨੇ ਉਹੀ ਜੋ ਰਟੀ ਰਟਾਈ ਪਹਿਲਾਂ ਗੱਲ ਕੀਤੀ ਕਿ ਸਾਨੂੰ ਇੱਕ ਗੈਰ ਜ਼ਰੂਰੀ ਇਲੈਕਸ਼ਨ ਦੇ ਵਿੱਚ ਧੱਕ ਦਿੱਤਾ ਗਿਆ ਜੌਨ ਹਾਰਗਨ ਵੱਲੋਂ। ਇਹ ਇਲੈਕਸ਼ਨ ਦੀ ਜ਼ਰੂਰਤ ਨਹੀਂ ਸੀ ਔਰ ਇਲੈਕਸ਼ਨ ਲਾਅ ਤੋੜਿਆ ਇਹਨਾਂ ਨੇ, ਵਾਅਦਾ ਖਿਲਾਫੀ ਕੀਤੀ ਹੈ। ਜੋ ਇਹਨਾਂ ਦਾ ਪ੍ਰੋਮਿਸ ਸੀ ਗ੍ਰੀਨਸ ਦੇ ਨਾਲ ਉਹਨੂੰ ਤੋੜ ਦਿੱਤਾ। ਔਰ ਜੌਨ ਹਾਰਗਨ ਦੇ ਉੱਤੇ ਇੱਕ ਇਹ ਕਿਹਾ ਗਿਆ ਕਿ ਇੱਕ ਐਂਬੀਸ਼ੀਅਸ ਵਿਅਕਤੀ ਹੈ, ਇਹ ਬਹੁਤ ਇਹਨਾਂ ਦਾ ਇੱਕ ਆਪਣਾ ਤਾਕਤ ਲੈਣ ਦੇ ਵਾਸਤੇ ਇਹਨਾਂ ਨੇ ਇਹ ਜਿਹੜਾ ਇਹ ਇਲੈਕਸ਼ਨ ਅਨਾਉਂਸ ਕੀਤਾ ਜੀ। ਔਰ ਉਸ ਤੋਂ ਬਾਅਦ ਜੌਨ ਹਾਰਗਨ ਨੂੰ 1 ਮਿੰਟ ਦਾ ਸਮਾਂ ਮਿਲਿਆ ਜਿਹਦੇ 'ਚ ਉਹਨਾਂ ਨੇ ਗੱਲ ਕੀਤੀ ਹੈ ਕਿ COVID-19 ਨੇ ਸਾਰਿਆਂ ਦੀ ਜ਼ਿੰਦਗੀ ਪ੍ਰਭਾਵਿਤ ਕੀਤੀ ਹੈ, ਹਾਰਗਨ ਉਹਨਾਂ ਨੇ ਕਿਹਾ। ਔਰ ਇਹ ਕਿਹਾ ਕਿ ਸਾਡੀ ਜਿਹੜੀ ਯੋਜਨਾ ਹੈ, ਸਾਡੀਆਂ ਪ੍ਰਾਇਓਰਟੀਜ਼ ਨੇ ਐਜੂਕੇਸ਼ਨ ਨੂੰ, ਲੌਂਗ ਟਰਮ ਕੇਅਰ ਫੈਸਿਲਿਟੀਜ਼ ਨੂੰ, ਮਿਡਲ ਇਨਕਮ ਗਰੁੱਪ ਦੀਆਂ ਜਿਹੜੀਆਂ ਫੈਮਿਲੀਜ਼ ਨੇ ਉਹਨਾਂ ਨੂੰ ਉੱਪਰ ਲੈ ਕੇ ਆਉਣ ਦੀ ਹੈ, ਡਿਵੈਲਪ ਕਰਨ ਦੀ ਹੈ। ਔਰ ਉਹਨਾਂ ਨੇ ਕਿਹਾ ਕਿ ਇਸੇ ਕਰਕੇ ਕਿਉਂਕਿ ਹੁਣ ਅਗਲੇ ਸਾਲ ਜੇ ਇਲੈਕਸ਼ਨ ਹੁੰਦੇ ਤਾਂ ਵੀ COVID-19 ਦਾ ਦੌਰ ਇਸੇ ਤਰੀਕੇ ਨਾਲ ਰਹਿਣਾ ਸੀ ਔਰ ਇਹਦੇ 'ਚ ਜ਼ਰੂਰੀ ਸੀ ਕਿ ਲੋਕਾਂ ਦੀ ਅਸੀਂ ਗੱਲ ਸੁਣੀਏ ਕਿ ਲੋਕ ਕੀ ਚਾਹੁੰਦੇ ਨੇ। ਔਰ ਜੇਕਰ ਦੇਖੋ ਇਹਨਾਂ ਨੇ ਹਾਲਾਂਕਿ ਸਿੱਧੇ ਤੌਰ ਤੇ ਇਹ ਗੱਲ ਨਹੀਂ ਕਹੀ ਕਿਤੇ ਵੀ ਕਿ ਉਹ ਮੈਜੋਰਟੀ ਚਾਹੁੰਦੇ ਨੇ, ਕਿਉਂਕਿ ਹੁਣ ਵੀ ਜਿਹੜੀਆਂ ਗੱਲਾਂ ਆ ਰਹੀਆਂ, ਜਦੋਂ ਇਹਨਾਂ ਨਾਲ ਸਵਾਲ ਵੀ ਕੱਲ ਅਸੀਂ ਪੁੱਛਿਆ, ਮੇਰਾ ਸਵਾਲ ਸੀ ਇਹਨਾਂ ਨੂੰ ਕਿ ਜੇਕਰ ਤੁਹਾਡੀ ਸਰਕਾਰ ਮਾਈਨੋਰਿਟੀ ਦੇ ਵਿੱਚ ਦੁਬਾਰਾ ਆਉਂਦੀ ਹੈ ਤਾਂ ਕੀ ਤੁਸੀਂ ਗ੍ਰੀਨ ਨਾਲ ਹੱਥ ਮਿਲਾਓਗੇ? ਕਹਿੰਦੇ ਸਰਟਨਲੀ ਅਸੀਂ ਮਿਲਾਵਾਂਗੇ। ਸੋ ਕਈ ਐਸੇ ਸਵਾਲ ਨੇ ਜਿਹੜੇ ਹੁਣ ਲੋਕ ਵੀ ਪੁੱਛ ਰਹੇ ਨੇ ਕਿ ਆਖਰਕਾਰ ਜੇ ਗ੍ਰੀਨ ਦੇ ਨਾਲ ਹੱਥ ਹੀ ਮਿਲਾਣਾ ਤਾਂ ਫਿਰ ਇਲੈਕਸ਼ਨ ਅਨਾਉਂਸ ਕਰਨ ਦੀ ਲੋੜ ਕੀ ਸੀ? ਅੱਛਾ, ਪਰ ਹੁਣ ਲੱਗਦਾ ਸਮੀਰ ਜੀ ਤੁਹਾਨੂੰ ਸੋਨੀਆ ਤੇ ਦੋਨਾਂ ਦੇ ਵਿੱਚ ਬਹੁਤ ਰਿਫਟ ਹੈ। ਸੋਨੀਆ ਬਹੁਤ ਜ਼ਿਆਦਾ ਅਟੈਕ ਕਰਦੀ ਹੈ, ਖੈਰ ਦੋਨਾਂ ਨੂੰ ਹੀ ਕਰਦੀ ਹੈ ਉਹ ਜੀ, ਤੇ ਉਹ ਲੱਗਦਾ। ਪਰ ਉਸ ਸਮੇਂ ਕਿਹੋ ਜਿਹਾ ਸਮਾਂ ਬਣਦਾ ਹੈ ਕਿਉਂਕਿ ਗਵਰਨਮੈਂਟ ਫਾਰਮ ਕਰਨੀ ਹੈ। ਅੱਛਾ, ਇੱਕ ਮੈਨੂੰ ਦੱਸਿਓ ਹੁਣ ਇਹ ਕਿਉਂਕਿ ਕੈਂਪੇਨ 20 ਦਿਨ ਹੋ ਗਏ ਚੱਲਦੀ ਨੂੰ, ਕੀ ਇਲੈਕਸ਼ਨ ਕਾਲ ਇਹ ਇਸ਼ੂ ਹਲੇ ਹੁਣ ਹੋਣਾ ਚਾਹੀਦਾ? ਮੇਰੇ ਖਿਆਲ ਨਾਲ ਹੁਣ ਬੇਸ਼ੱਕ ਦੇਖੋ ਐਜ਼ ਜੇ ਮੈਂ ਲਿਬਰਲ ਲੀਡਰ ਦੇਖਾਂ ਜਾਂ ਐਜ਼ BC ਗ੍ਰੀਨ ਲੀਡਰ ਦੇਖਾਂ, ਉਹਨਾਂ ਦੇ ਵਾਸਤੇ ਮਜਬੂਰੀ ਹੈ ਕਿ ਇਹ ਗੱਲ ਕਰਨੀ। ਪਰ ਜਿਹੜਾ ਆਮ ਵੋਟਰ ਹੈ ਉਹ ਇਹਦੇ ਤੋਂ ਉੱਪਰ ਉੱਠ ਚੁੱਕਾ ਹੈ। ਆਮ ਵੋਟਰ ਨੂੰ ਪਤਾ ਹੈ ਕਿ ਇਲੈਕਸ਼ਨ ਅਨਾਉਂਸ ਹੈ 24 ਅਕਤੂਬਰ ਨੂੰ ਹੋਣ ਜਾ ਰਿਹਾ ਹੈ। ਸਿਰਫ ਔਰ ਸਿਰਫ 9 ਦਿਨ ਸਾਡੇ ਕੋਲ ਰਹਿ ਗਏ ਇਲੈਕਸ਼ਨ ਵਾਸਤੇ। ਇਨਫੈਕਟ ਜੇ ਦੇਖਿਆ ਜਾਏ 9 ਦਿਨ ਵੀ ਨਹੀਂ ਰਹਿ ਗਏ, ਐਡਵਾਂਸ ਪੋਲਿੰਗ ਸ਼ੁਰੂ ਹੋ ਗਈ ਹੈ। ਲੋਕ ਅੱਜ ਸਵੇਰੇ 8 ਵਜੇ ਤੋਂ ਵੋਟਾਂ ਪਾਉਣ ਜਾ ਰਹੇ। ਹਾਲਾਂਕਿ ਅਜੇ ਵੀ ਕਈ ਲੋਕ ਜਿਹੜੇ ਨੇ ਉਹਨਾਂ ਦਾ ਇਹ ਸੋਚਣਾ, ਮੇਲ ਇਨ ਬੈਲਟਸ ਦੀ ਤੁਸੀਂ ਦੇਖੋ ਗਿੱਲ ਸਾਹਿਬ 7 ਲੱਖ ਦੇ ਤਕਰੀਬਨ 7 ਲੱਖ ਲੋਕਾਂ ਨੇ ਰਿਕੁਐਸਟ ਕਰ ਦਿੱਤੀ ਹੈ ਔਰ ਪਿਛਲੀ ਵਾਰ 6517 ਲੋਕ ਸੀ ਜਿਨ੍ਹਾਂ ਨੇ ਵੋਟਾਂ ਭੁਗਤਾਈਆਂ ਸੀ ਟੋਟਲ। ਸੋ
ਆਲਰੇਡੀ 7 ਲੱਖ ਲੋਕ ਜਿਹੜੇ ਆ ਉਹ ਕਿਤੇ ਨਾ ਕਿਤੇ ਮਨ ਬਣਾ ਕੇ ਬੈਠੇ ਆ। ਅੱਜ ਤੋਂ ਜਿਹੜਾ 7 ਦਿਨ ਦਾ ਰੈਗੂਲਰ ਜਿਹੜਾ ਐਡਵਾਂਸ ਪੋਲਿੰਗ ਦਾ ਦੌਰ ਹੈ ਉਹ ਸ਼ੁਰੂ ਹੋ ਗਿਆ। ਸੋ ਕਿਤੇ ਨਾ ਕਿਤੇ ਜਿਹੜਾ ਵੋਟਰ ਹੈ ਉਹ ਸਿਆਣਾ ਹੋ ਚੁੱਕਾ ਹੈ, ਅਵੇਅਰ ਹੋ ਚੁੱਕਾ ਹੈ, ਸਮਝ ਆ ਚੁੱਕੀ ਹੈ। ਪਰ ਜੇਕਰ ਕੇਡਰ ਵੋਟ ਤੋਂ ਇਲਾਵਾ ਦੀ ਅਸੀਂ ਗੱਲ ਕਰੀਏ, ਜਿਹੜੀ ਉਹ 27% ਅਜੇ ਵੀ ਅਨਡਿਸਾਈਡਡ ਵੋਟ ਹੈ ਉਹ ਕਿਹਦੇ ਪੱਖ 'ਚ ਜਾ ਕੇ ਭੁਗਤੇਗੀ, ਇਹ ਇੱਕ ਬੜਾ ਵੱਡਾ ਡਾਇਨਾਮਿਕਸ ਨੂੰ ਚੇਂਜ ਕਰੇਗੀ ਇਲੈਕਸ਼ਨ ਦੇ। ਅੱਛਾ, ਬੀਇੰਗ ਏ ਜਰਨਲਿਸਟ ਤੁਸੀਂ ਬੜਾ ਨੇੜਿਓਂ ਇਹਨੂੰ ਵੇਖ ਰਹੇ ਹੋ, ਜਿਹੜਾ ਮੇਲ ਐਂਡ ਬੈਲਟ ਬੰਦਾ ਆਰਡਰ ਕਰਦਾ, ਕੀ ਉਹ ਮਨ ਬਣਾਈ ਬੈਠਾ ਹੁੰਦਾ ਜਾਂ ਮੇਲ ਐਂਡ ਬੈਲਟ ਆ ਗਿਆ ਤੇ ਲਾਸਟ ਮਿੰਟ ਤੱਕ ਉਹ ਕਰੇਗਾ? ਕਿਉਂਕਿ ਆਲਰੇਡੀ ਕਿਸੇ ਨੇ ਤਾਂ ਭੇਜਤੀ ਹੋਣੀ ਆ ਉਹ। ਦੇਖੋ, ਇਹਦੇ 'ਚ 2-3 ਚੀਜ਼ਾਂ ਹੈ। ਸਭ ਤੋਂ ਪਹਿਲੀ ਚੀਜ਼ ਤਾਂ ਇਹ ਹੈ ਕਿ ਇੰਨੀ ਜ਼ਿਆਦਾ ਜਿਹੜੀ ਡਿਮਾਂਡ ਕਿਉਂ ਆਈ? ਉਹ ਡਿਮਾਂਡ ਇਸ ਕਰਕੇ ਆਈ ਕਿ ਕੋਵਿਡ-19 ਦੇ ਇਸ ਦੌਰ ਦੇ ਵਿੱਚ ਲੋਕਾਂ ਨੂੰ ਇਹ ਕਿਹਾ ਵੀ ਜਾ ਰਿਹਾ, ਉਤਸ਼ਾਹਿਤ ਕੀਤਾ ਜਾ ਰਿਹਾ, ਇਨਕਰੇਜ ਕੀਤਾ ਜਾ ਰਿਹਾ ਕਿ ਭਾਈ ਲਾਈਨਾਂ ਦੇ ਵਿੱਚ ਨਾ ਜਾ ਕੇ ਖੜੋ ਔਰ ਘਰਾਂ ਦੇ ਵਿੱਚ ਮੰਗਵਾਉਣ ਵਾਸਤੇ। ਅੱਜ BC ਇਲੈਕਸ਼ਨਸ ਦੇ ਜਿਹੜੇ ਅਧਿਕਾਰੀ ਨੇ ਉਹਨਾਂ ਨੇ ਵੀ ਕਿਹਾ ਕਿ ਸਾਡੇ ਕੋਲ ਪੁਖਤਾ ਇੰਤਜ਼ਾਮ ਨੇ, ਸਾਡੇ ਕੋਲ ਪੂਰਾ ਸਟਾਫ ਹੈ ਇਸ ਗੱਲ ਨਾਲ ਨਿਪਟਣ ਵਾਸਤੇ। ਕਿਉਂਕਿ ਇਹਦੇ 'ਚ ਇੱਕ ਚੀਜ਼ ਹੋਰ ਬੜੀ ਇੰਪੋਰਟੈਂਟ ਚੀਜ਼ ਜਿਹੜੀ ਗਿੱਲ ਸਾਹਿਬ ਇਹ ਹੈ ਕਿ ਜਿਹੜੇ ਮੇਲ ਐਂਡ ਬੈਲਟਸ ਨੇ ਉਹ ਭੇਜਣ ਦੀ ਜਿਹੜੀ ਆਖਰੀ ਡੇਟ ਹੈ ਉਹ 17 ਅਕਤੂਬਰ ਹੈ, ਜਿਹੜੀ ਕਿ ਅੱਜ ਤੋਂ 2 ਦਿਨ ਬਾਅਦ ਹੈ। ਸੋ ਇਹਦੇ 'ਚ ਇਹ ਬੜਾ ਇੱਕ ਇੰਟਰਸਟਿੰਗ ਫੈਕਟਰ ਹੈ ਕਿ ਕਿੰਨੇ ਕੁ ਲੋਕ ਨੇ ਜਿਹੜੇ ਭੇਜ ਚੁੱਕੇ ਨੇ। ਲਗਭਗ 1.5 ਲੱਖ ਦੇ ਕਰੀਬ ਲੋਕ ਜਿਹੜੇ ਨੇ ਉਹਨਾਂ ਨੇ ਮੇਲ ਐਂਡ ਬੈਲਟ ਆਲਰੇਡੀ ਭੇਜ ਚੁੱਕੇ। ਕਾਸਟ ਹੋ ਗਈ, ਕਿਹਦੇ ਖਾਤੇ 'ਚ ਭੁਗਤੀ ਹੈ, ਇਹ ਬੜਾ ਇੱਕ ਦੇਖੋ ਇਹ ਤਾਂ ਜਿਹੜੀਆਂ ਲੀਡਰਸ ਡਿਬੇਟ ਹੋ ਰਹੀਆਂ ਉਸ ਤੋਂ ਪਹਿਲਾਂ ਹੀ ਭੁਗਤ ਗਈ। ਸੋ ਉਹਦਾ 7 ਲੱਖ ਵੋਟ ਦੇਖੋ, ਇਹਦੇ 'ਚ ਇਹ ਇਸ ਵੇਲੇ ਜਾਣਨ ਦੀ ਕੋਸ਼ਿਸ਼ ਕਰਨੀ ਬਹੁਤ ਜ਼ਰੂਰੀ ਹੈ ਕਿ ਲੋਕ ਵਾਕਈ ਇਸ ਗੱਲ ਨੂੰ ਮੁੱਦਾ ਬਣਾਉਣਗੇ ਜਿਹੜੀ ਤੁਸੀਂ ਪਹਿਲਾਂ ਗੱਲ ਕਹੀ ਕਿ ਕੀ ਇਹ ਇਲੈਕਸ਼ਨ ਕਰਾਉਣਾ ਗੈਰ ਜ਼ਰੂਰੀ ਸੀ ਜਾਂ ਕਿ ਜ਼ਰੂਰੀ ਸੀ। ਕੀ ਕਈ ਲੋਕ ਸਿਰਫ ਇਸ ਗੱਲ ਕਰਕੇ ਵੀ ਵੋਟ ਪਾ ਦੇਣਗੇ ਕਿ ਭਾਈ ਇਹ ਗੈਰ ਜ਼ਰੂਰੀ ਨਹੀਂ ਸੀ ਤੇ ਵੋਟ ਪਾਤੀ, ਜਾਂ ਕਿ ਇਸ ਗੱਲ ਕਰਕੇ ਵੋਟ ਪਾਣਗੇ ਕਿ ਨਹੀਂ ਇੱਕ ਪਾਰਟੀ ਨੂੰ ਮੈਜੋਰਟੀ 'ਚ ਲਿਆਂਦਾ ਜਾਏ ਤਾਂ ਕਿ ਉਹ ਜਿਹੜੇ ਕੰਮ ਕਰ ਰਹੀ ਸੀ। ਔਰ ਕਈ ਲੋਕਾਂ ਦਾ ਗਿੱਲ ਸਾਹਿਬ ਇਹ ਵੀ ਕਹਿਣਾ, ਹਾਲਾਂਕਿ ਮੈਂ ਕਿਸੇ ਪਾਰਟੀ ਦੀ ਗੱਲ ਨਹੀਂ ਕਰ ਰਿਹਾ, ਐਜ਼ ਬੈਲੈਂਸ ਜੇ ਅਸੀਂ ਗੱਲ ਕਰੀਏ, ਕਈ ਵੋਟਰਸ ਦਾ ਇਹ ਕਹਿਣਾ, ਕਿਉਂਕਿ ਹਰੇਕ ਦੀ ਗੱਲ ਕਰਨੀ ਬਣਦੀ ਹੈ, ਕਈ ਵੋਟਰਸ ਦਾ ਕਹਿਣਾ ਕਿ ਜੇ ਤੁਸੀਂ 16 ਸਾਲ ਲਿਬਰਲ ਨੂੰ ਦਿੱਤੇ ਤਾਂ 3 ਸਾਲ 3.5 ਸਾਲ 4 ਸਾਲ ਹੋਰ ਜਿਹੜੇ NDP ਉਹਨਾਂ ਨੂੰ ਦੇ ਕੇ ਦੇਖ ਲਓ। ਪਰ ਕਈਆਂ ਦਾ ਕਹਿਣਾ ਕਿ ਨਹੀਂ, ਵਾਅਦਾ ਖਿਲਾਫੀ ਨਹੀਂ ਸੀ ਹੋਣੀ ਚਾਹੀਦੀ। ਜੇ ਇੱਕ ਰਿਟਨ ਇਹਨਾਂ ਦੀ ਐਗਰੀਮੈਂਟ ਹੋਇਆ ਸੀ ਪੂਰਾ ਟਾਈਮ ਲਾਣਾ ਚਾਹੀਦਾ ਸੀ। ਕਿ ਜੇ ਹੁਣ 3.5 ਮਹੀਨਿਆਂ ਦੀ ਗੱਲ ਕਰ ਰਹੇ ਹੈ ਔਰ ਜੇਕਰ ਫੇਰ ਦੁਬਾਰਾ ਮਾਈਨੋਰਟੀ ਗਵਰਨਮੈਂਟ ਆਉਂਦੀ ਹੈ ਤਾਂ ਕੀ ਆਪਣੇ ਆਪ ਨੂੰ ਅਕਾਊਂਟੇਬਲ ਠਹਿਰਾਣਗੇ ਮਿਸਟਰ ਹਾਰਗਨ? ਮਿਸਟਰ ਹਾਰਗਨ ਤੋਂ ਬਾਅਦ ਦੂਜਾ ਚਿਹਰਾ ਕਿਹੜਾ ਹੋਏਗਾ ਜੇਕਰ ਮਿਸਟਰ ਹਾਰਗਨ ਨੂੰ ਅਸਤੀਫਾ ਦੇਣ ਵਾਸਤੇ ਕਿਹਾ ਜਾਂਦਾ? ਹਾਲਾਂਕਿ ਅਜੇ ਤੱਕ ਐਸੀ ਗੱਲ ਨਹੀਂ ਆਈ, ਪਰ ਪਲਾਨ B NDP ਦਾ ਕੀ ਹੋਏਗਾ? ਅੱਛਾ, ਇੱਕ ਹੋਰ ਦੱਸਿਓ, ਕੀ ਕਿਤੇ ਨਾ ਕਿਤੇ ਹਾਰਗਨ ਉਹਨਾਂ ਨੇ ਸਮੈਲ ਕਰ ਲਈ ਹੋਊਗੀ ਬਈ ਐਂਡਰਿਊ ਬੀਬਰ ਤੋਂ ਜਾਣ ਤੋਂ ਬਾਅਦ ਬਈ ਸੋਨੀਆ ਨਾਲ ਮੇਰੀ ਗੱਲ ਨਹੀਂ ਬਣਨੀ, ਇਹਦੇ ਕਰਕੇ ਕਾਲ ਕੀਤੀ? ਇੱਕ ਉਹਨਾਂ ਦਾ ਜਿਹੜਾ ਕੀ ਇਹ ਰੀਜ਼ਨ ਵੈਲਿਡ ਹੈ ਬਈ 7 ਮਹੀਨਿਆਂ ਨੂੰ ਵੀ ਹੋਣੀ ਸੀ, ਮਈ ਦੇ ਵਿੱਚ ਤਾਂ ਸਮਾਂ ਲੰਘ ਗਿਆ, ਤੇ ਜਿਹੜੀ ਕਾਸਟ ਦੀ ਗੱਲ ਵੀ ਹੁਣ ਵੀ ਕਾਸਟ ਤੇ ਉਹ ਵੀ ਕਾਸਟ, ਕੀ 7-8 ਮਹੀਨਿਆਂ ਬਾਅਦ ਕੁਝ ਚੇਂਜ ਹੋ ਸਕਦਾ ਸੀ? ਦੇਖੋ, ਕਾਫੀ ਕੁਝ ਚੇਂਜ ਹੋ ਸਕਦਾ ਸੀ। ਸਭ ਤੋਂ ਪਹਿਲਾਂ ਤਾਂ ਇਕਨੋਮੀ ਜਿਹੜੀ ਹੈ ਉਹ ਜਿਸ ਹਿਸਾਬ ਦੇ ਨਾਲ ਪੂਰੀ ਦੁਨੀਆ ਦੀ ਹੀ ਥੱਲੇ ਜਾ ਰਹੀ ਹੈ, ਇੱਕ ਚੈਲੰਜ ਨਵਾਂ ਦੁਨੀਆ ਦੇ ਵਾਸਤੇ ਪੈਦਾ ਹੋ ਗਿਆ ਕਿ ਇਕਨੋਮੀ ਕਿਵੇਂ ਰਿਕਵਰ ਕਰਨੀ ਹੈ। ਤੁਸੀਂ ਦੇਖੋ, ਜਿਹੜੀ ਆ ਹੁਣ ਡਿਬੇਟ ਚੱਲ ਰਹੀ ਹੈ, ਇਹਦੇ ਵਿੱਚ ਵੀ ਇੱਕ ਸਪੈਸੀਫਿਕ ਟੌਪਿਕ ਦੇ ਉੱਤੇ ਸਿਮੀ ਸੈਰਾ ਉਹਨਾਂ ਨੇ ਕੁਐਸਚਨ ਪੁੱਛਿਆ ਸਾਰਿਆਂ ਨੂੰ, ਕੋਵਿਡ-19 ਰਿਕਵਰੀ ਵਾਸਤੇ ਤੁਹਾਡਾ ਕੀ ਪਲਾਨ ਹੈ? 1 ਮਿੰਟ ਦਿੱਤਾ ਉਹਨਾਂ ਨੇ ਔਰ ਉਹਦੇ 'ਚ ਉਹਨਾਂ ਨੇ ਜਾਣਕਾਰੀ ਦਿੱਤੀ ਕਿ ਅਨਇੰਪਲੋਇਮੈਂਟ ਰੇਟ 8.7% ਤੇ ਪਹੁੰਚ ਚੁੱਕਾ ਹੈ ਔਰ ਸਭ ਤੋਂ ਜ਼ਿਆਦਾ ਜਿਹੜੀਆਂ ਨੌਕਰੀਆਂ ਗਈਆਂ, ਜੇ BC ਸੂਬੇ ਦੀ ਗੱਲ ਕਰੀਏ, ਮੈਟਰੋ ਵੈਨਕੂਵਰ 'ਚ ਗਈਆਂ। ਅੱਛਾ ਜੀ, ਮੈਟਰੋ ਵੈਨਕੂਵਰ ਨੂੰ ਸਭ ਤੋਂ ਜ਼ਿਆਦਾ ਖੋਰਾ ਲੱਗਾ ਨੌਕਰੀਆਂ ਦਾ। ਲੋਕੀ ਘਰ ਬਹਿ ਗਏ ਆ, ਔਰਤਾਂ ਜਿਨ੍ਹਾਂ ਦੇ ਬੱਚੇ ਛੋਟੇ ਆ, ਜਿਨ੍ਹਾਂ ਦੇ ਬੱਚੇ ਸਕੂਲ ਨਹੀਂ ਸੀ ਜਾ ਸਕਦੇ, ਜਿਨ੍ਹਾਂ ਦੇ ਘਰ 'ਚ ਬਜ਼ੁਰਗ ਬੈਠੇ ਆ, ਜਿਨ੍ਹਾਂ ਦੇ ਘਰ 'ਚ ਲੋਕ ਜਿਹੜੇ ਸੈਲਫ ਆਈਸੋਲੇਸ਼ਨ 'ਚ ਬੈਠੇ ਆ, ਉਹ ਲੋਕ ਕੰਮਾਂ ਤੇ ਨਹੀਂ ਜਾ ਸਕਦੇ। ਸੋ ਇਹ ਇੱਕ ਬੜਾ ਵੱਡਾ ਚੈਲੰਜ ਹੈ ਜਿਹੜਾ ਇਸ ਵੇਲੇ ਤਾਂ ਚੈਲੰਜ ਹੈ, ਪਰ ਇਹਦੇ ਜਿਹੜੇ ਕੌਨਸੀਕੁਐਂਸਿਸ ਨੇ, ਨਤੀਜੇ ਨੇ, ਉਹ ਆਉਣ ਵਾਲੇ ਕੁਝ ਮਹੀਨਿਆਂ 'ਚ ਪਤਾ ਲੱਗਣਗੇ। ਔਰ ਸ਼ਾਇਦ ਇਹੀ ਗੱਲ ਹੈ ਕਿ ਮਿਸਟਰ ਜੌਨ ਹਾਰਗਨ ਜਿਹੜੇ ਉਹ ਇਸ ਚੀਜ਼ ਨੂੰ ਸੈਂਸ ਕਰ ਗਏ ਸੀ ਕਿ ਆਉਣ ਵਾਲੇ ਸਮੇਂ 'ਚ ਜਿਹੜੀ ਜਵਾਬਦੇਹੀ ਹੈ ਉਹ ਜ਼ਿਆਦਾ ਵੱਡੀ ਬਣ ਸਕਦੀ ਹੈ, ਕਿਉਂਕਿ ਐਟ ਦਾ ਐਂਡ ਆਫ ਦਾ ਡੇ ਜਿਹੜੀ ਇਕਨੋਮੀ ਗਰੋ ਹੋਣੀ ਹੈ ਉਹ ਤਾਂ ਉਦੋਂ ਹੀ ਗਰੋ ਹੋਣੀ ਹੈ ਜਦੋਂ ਤੁਸੀਂ ਲੋਕਾਂ ਨੂੰ ਸੜਕਾਂ ਤੇ ਲੋਕਾਂ ਨੂੰ ਕੰਮਾਂ ਤੇ ਭੇਜੋਗੇ, ਬੱਚਿਆਂ ਨੂੰ ਸਕੂਲਾਂ 'ਚ ਭੇਜੋਗੇ। ਇਹਦੇ 'ਚ ਰਿਸਕ ਫੈਕਟਰ ਬਹੁਤ ਵੱਡਾ। ਤੁਸੀਂ ਦੇਖੋ, ਜਦੋਂ ਸਕੂਲਾਂ ਨੂੰ ਮੁੜ ਖੋਲ੍ਹਣ ਦੀ ਗੱਲ ਆਈ, ਲੋਕਾਂ ਦਾ ਇੱਕਦਮ ਰਿਟੈਲੀਏਸ਼ਨ ਲੋਕਾਂ ਦੀ ਆਉਣੀ ਸ਼ੁਰੂ ਹੋ ਗਈ ਕਿ ਬੱਚੇ ਕਿਉਂ ਭੇਜੇ ਜਾ ਰਹੇ ਨੇ, ਬੱਚਿਆਂ ਨੂੰ ਨਾ ਭੇਜੋ, ਅਜੇ ਸੇਫਟੀ ਨਹੀਂ ਹੈ। ਪਰ ਫਿਰ ਵੀ ਜਿਹੜੇ BC ਦੇ ਪ੍ਰੋਵਿੰਸ਼ੀਅਲ ਹੈਲਥ ਅਫਸਰ ਡਾਕਟਰ ਬੌਨੀ ਹੈਨਰੀ, ਉਹਨਾਂ ਨੇ ਕਿਹਾ ਕਿ ਅਸੀਂ ਸਾਇੰਟੀਫਿਕ ਜਿਹੜੀ ਤੱਥ ਨੇ, ਐਵੀਡੈਂਸ ਨੇ, ਉਹਨਾਂ ਦੇ ਆਧਾਰ ਦੇ ਉੱਤੇ ਅਸੀਂ ਇਹ ਦੇਖਿਆ ਕਿ ਬੱਚਿਆਂ ਨੂੰ ਕੋਹੋਰਟ ਸਿਸਟਮ, ਲਰਨਿੰਗ ਗਰੁੱਪ 60 ਤੋਂ 120 ਦੇ ਗਰੁੱਪ ਉਹਨਾਂ ਦੇ ਵਿੱਚ ਭੇਜੀਏ ਤਾਂ ਕਿ ਬੱਚੇ ਵੀ ਜਾਣ, ਮਾਪੇ ਕੰਮਾਂ ਤੇ ਜਾਣ, ਇਕਨੋਮੀ ਜਿਹੜੀ ਆ ਉਹਨੂੰ ਬੜਾਵਾ ਦਿੱਤਾ ਜਾਏ। ਇਹਦੇ 'ਚ ਇੱਕ ਬੜੀ ਇੰਪੋਰਟੈਂਟ ਗੱਲ ਜਿਹੜੀ ਗਿੱਲ ਸਾਹਿਬ ਤੁਸੀਂ ਵੀ ਨੋਟ ਕਰ ਰਹੇ ਹੋ, ਬਹੁਤ ਦੇਰ ਤੋਂ ਤੁਸੀਂ ਇੱਥੇ ਤੁਸੀਂ ਇੰਟਰਵਿਊਜ਼ ਵੀ ਕਰ ਰਹੇ ਹੋ, ਐਤਕੀ ਗੱਫੇ ਕਿੰਨੇ ਵੰਡੇ ਜਾ ਰਹੇ ਹੈ, ਐਤਕੀ ਲੋਲੀਪੌਪ ਕਿੰਨੇ ਵੰਡੇ ਜਾ ਰਹੇ ਹੈ, ਔਰ ਐਸੇ ਲੋਲੀਪੌਪ ਵੰਡੇ ਜਾ ਰਹੇ ਹੈ ਬਿਲੀਅਨਸ ਆਫ ਡਾਲਰ। PST ਬੰਦ ਕਰਨ ਦੀ ਗੱਲ ਕੀਤੀ ਜਾ ਰਹੀ ਹੈ। ਐਟ ਦਾ ਐਂਡ ਆਫ ਦਾ ਡੇ ਇਹ ਕਿਉਂ ਨਹੀਂ ਸਾਡੇ ਵੋਟਰਾਂ ਨੂੰ ਇਸ ਚੀਜ਼ ਦੇ ਬਾਰੇ ਜਾਣਕਾਰੀ ਦਿੰਦੇ ਕਿ ਪੈਸਾ ਆਊਗਾ ਕਿੱਥੋਂ?
ਬਿਲਕੁਲ ਬਿਲਕੁਲ ਇਕਨੋਮੀ ਰਨ ਕਿੱਥੋਂ ਕਰਨੀ ਹੈ? ਜਿਹੜੇ ਖਰਚੇ ਇਨਫਰਾਸਟ੍ਰਕਚਰ, ਅਸੀਂ ਪੁਲ ਬਣਾਉਣ ਦੀ ਗੱਲ ਕਰਦੇ ਹਾਂ, ਅਸੀਂ ਹੋਰ ਚੀਜ਼ਾਂ ਦੀ ਗੱਲ Tunnels ਕਰਦੇ ਦੀ ਗੱਲ ਹਾਂ, ਕਰਦੇ ਅਸੀਂ ਹਾਂ। ਹਸਪੀਟਲ ਦੀ ਗੱਲ ਕਰਦੇ ਹਾਂ। ਖਰਚਾ ਤਾਂ ਹੀ ਹੋਏਗਾ ਜੇਕਰ ਸਰਕਾਰ ਦੇ ਕੋਲ ਕੋਈ ਰੈਵਨਿਊ ਆਏਗਾ। ਜੇ ਸਰਕਾਰ ਅੱਜ ਕਹਿ ਰਹੀ ਹੈ ਮੈਂ ਪੀਐਸਟੀ ਖਤਮ, ਇੱਕ ਪਾਰਟੀ ਕਹਿ ਰਹੀ ਮੈਂ ਪੀਐਸਟੀ ਖਤਮ ਕਰਾਂਗੀ, ਇੱਕ ਕਹਿ ਰਹੇ ਕਿ ਅਸੀਂ ਕੋਈ ਹੋਰ ਟੈਕਸ ਨੂੰ ਖਤਮ ਕਰਾਂਗੇ, ਤਾਂ ਕੀ ਕੋਈ ਨਵੇਂ ਟੈਕਸ ਲਗਾਉਣਗੇ? ਇਹਦੇ ਬਾਰੇ ਗੱਲ ਨਹੀਂ ਕਰ ਰਹੇ। ਇਹੀ ਸਵਾਲ ਮਿਸਟਰ ਐਂਡਰੂ ਵਿਲਕਿਨਸਨ ਨੂੰ ਪੁੱਛਿਆ ਗਿਆ, ਤੁਸੀਂ ਟੈਕਸ ਰਿਵਿਊ ਦੀ ਗੱਲ ਕਰ ਰਹੇ ਹੋ, ਕਿਸ ਟੈਕਸ ਰਿਵਿਊ ਦੀ ਗੱਲ ਕਰ ਰਹੇ ਹੋ, ਕੀ ਟੈਕਸ ਰਿਵਿਊ ਹੋਏਗਾ? ਇਹ ਜਿਹੜੀ ਗੱਲਬਾਤ ਹੈ, ਇਹ ਬਹੁਤ ਇੱਕ ਇਸ ਵੇਲੇ ਇੰਪੋਰਟੈਂਟ ਮੁੱਦਾ ਜਿਹੜਾ ਬਣ ਕੇ ਸਾਹਮਣੇ ਆ ਰਹੀ ਹੈ ਜੀ। ਅੱਛਾ, ਇੱਕ ਹੋਰ ਗੱਲ, ਇੱਕ ਮੈਂ ਨਿੱਜੀ ਤੌਰ ਤੇ ਜ਼ਿਆਦਾ ਕੋਵਿਡ-19 ਤੋਂ ਜਦ ਸਰਵ ਸ਼ੁਰੂ ਹੋਇਆ ਫੈਡਰਲਸ ਵੱਲੋਂ, ਉਹ $2,000 ਦੇ ਵਿੱਚ ਲਈ ਕੋਈ ਉਹਦੇ ਲਈ ਐਲੀਜੀਬਲ ਸੀ ਜਾਂ ਨਹੀਂ, ਤੇ ਜਦ ਉਹ ਗੱਲ ਕਰਨੀ ਵੀ ਜਿਹੜੇ ਬਿਲੀਅਨਸ ਆਫ ਡਾਲਰ, ਟ੍ਰਿਲੀਅਨਸ ਦੇ ਨੇੜੇ ਚਲੇ ਜਾਣਾ, ਇਹਨੇ ਦੇਣਾ ਕਿਹਨੇ ਆ? ਮੈਨੂੰ ਲੱਗਦਾ ਹੈ ਉਸ ਸਮੇਂ ਅਸੀਂ ਸਵਾਰਥ ਦੇ ਥੱਲੇ ਲੱਗਦੇ, ਉਹ ਕਹਿੰਦੇ ਸਮੀਰ ਵੀ ਲੈਂਦਾ, ਹਰਜੀਤ ਕਿਉਂ ਨਾ ਲੈ ਲਵੇ, ਹਰਜੀਤ ਲੈਂਦਾ, ਸਮੀਰ ਕਿਉਂ ਨਾ ਲੈ ਲਵੇ। ਪਰ ਕਿਤੇ ਪੈਟਰੀਓਟਿਜ਼ਮ, ਦੇਸ਼ ਦੀ ਗੱਲ, ਉੱਥੋਂ ਜਿੱਥੋਂ ਅਸੀਂ ਆਏ ਹਾਂ, ਜਿਹਦੇ ਕਰਕੇ ਪਰਦੇਸੀ ਹੋਇਆ, ਕਿ ਦੇਸ਼ ਨੂੰ ਕੋਈ ਸਾਂਭ ਨਹੀਂ ਰਿਹਾ, ਨਿੱਜਕ ਹੋ ਰਿਹਾ। ਮੈਨੂੰ ਇਉਂ ਲੱਗਦਾ ਵੀ ਇੱਥੇ ਵੀ ਨਿੱਜ ਭਾਰੂ ਹੋ ਰਿਹਾ। ਤੁਸੀਂ ਦੇਖੋ, ਸਾਨੂੰ ਇੱਥੋਂ ਹੀ ਪਤਾ ਲੱਗ ਜਾਣਾ ਚਾਹੀਦਾ ਕਿ ਜਿਸ ਤਰ੍ਹਾਂ ਦੀ ਇਸ ਕੈਂਪੇਨ ਦੇ ਵਿੱਚ, ਇਸ ਇਲੈਕਸ਼ਨ ਦੇ ਵਿੱਚ ਕੈਂਪੇਨਿੰਗ ਹੋ ਰਹੀ ਹੈ, ਜਿਸ ਤਰ੍ਹਾਂ ਦੀ ਇੱਕ ਦੂਜੇ ਦੇ ਉੱਤੇ ਇਲਜ਼ਾਮ, ਆਰੋਪ ਲਾਏ ਜਾ ਰਹੇ, ਦੋਸ਼ ਲਾਏ ਜਾ ਰਹੇ ਹੈ, ਉਹਦੇ ਐਵੀਡੈਂਸ ਕੀ ਹੈ? ਬਿਲਕੁਲ ਉਸੇ ਤਰੀਕੇ ਨਾਲ ਜਿਸ ਤਰ੍ਹਾਂ ਅਸੀਂ ਜਿਹੜੇ ਮੁਲਕਾਂ ਤੋਂ ਆਏ ਹਾਂ, ਅਸੀਂ ਦੇਖਿਆ ਕਿਸ ਤਰੀਕੇ ਦੇ ਨਾਲ ਇੱਕ ਦੂਜੇ ਉੱਤੇ ਛੀਟਾਕਸ਼ੀ ਕੀਤੀ ਜਾਂਦੀ ਹੈ। ਇਹ ਕਿਹਾ ਜਾਂਦਾ ਕਿ ਵੋਟਾਂ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਇਹ ਕਿਹਾ ਜਾਂਦਾ ਕਿ ਇਹ ਬੰਦਾ ਜਿਹੜਾ ਇਹਦੇ ਤੇ ਫਲਾਣਾ ਕੇਸ ਪਿਆ ਹੋਇਆ, ਔਰ ਇਸ ਵੇਲੇ ਆ ਕੇ ਜਾਣ ਬੁੱਝ ਕੇ ਉਹਨਾਂ ਨੂੰ ਟਾਰਗੇਟ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਸੋ ਇਹ ਕਿਤੇ ਨਾ ਕਿਤੇ ਇਹ ਇਸ਼ਾਰਾ ਕਰਦੀ ਹੈ ਕਿ ਅਸੀਂ ਵਾਪਸ ਉਸੇ ਇਰਾਦੇ ਦੇ ਨਾਲ ਇਸ ਪੂਰੇ ਇਲੈਕਸ਼ਨ ਦੇ ਕੈਂਪੇਨ ਨੂੰ ਖਿੱਚ ਰਹੇ ਹਾਂ, ਜਿਸ ਇਰਾਦੇ ਦੇ ਨਾਲ ਅਸੀਂ ਗੱਲ ਕਰਦੇ ਹਾਂ ਕਿ ਪੰਜਾਬ 'ਚ ਜਾਂ ਹੋਰ ਮੁਲਕਾਂ ਦੇ ਵਿੱਚ ਜਿਹੜੀ ਇਲੈਕਸ਼ਨ ਕੈਂਪੇਨ ਚੱਲਦੀ ਹੈ। ਪਰ ਇਹ 'ਚ ਗੱਲ ਕਰਨੀ ਜਿਹੜੀ ਸਭ ਤੋਂ ਜ਼ਰੂਰੀ ਬਣਦੀ ਹੈ, ਉਹ ਇਹ ਬਣਦੀ ਹੈ ਕਿ ਆਖਰਕਾਰ ਕਿਹੜੀਆਂ ਐਸੀਆਂ ਰਾਈਡਿੰਗਸ ਨੇ ਜਿਹੜੀਆਂ ਸਵਿੰਗ ਰਾਈਡਿੰਗਸ ਬਣ ਸਕਦੀਆਂ, ਜਦੋਂ ਜਿਵੇਂ ਪੀਂਘ ਝੂਟਦੀ ਹੈ ਕਿ ਕਿਸ ਪਾਸੇ ਜਾਂਦੀ ਹੈ, ਕਿੱਧਰ ਨੂੰ ਜ਼ਿਆਦਾ ਜ਼ੋਰ ਉਹ ਮਾਰੇਗੀ। ਸੋ ਸਵਿੰਗ ਰਾਈਡਿੰਗਸ ਜਿਹੜੀਆਂ ਉਹ ਕਿਹੜੀਆਂ ਹੋਣਗੀਆਂ, ਗਿੱਲ ਸਾਹਿਬ ਇਹਦੇ ਬਾਰੇ ਬਹੁਤ ਜ਼ਰੂਰੀ ਹੈ। ਔਰ ਡੈਫੀਨੇਟਲੀ ਮਿਸਟਰ ਜੌਨ ਹੌਰਗਨ ਜਿਹੜੇ ਸ਼ੁਰੂਆਤ 'ਚ ਕਹਿ ਰਹੇ ਸੀ ਕਿ ਅਸੀਂ ਚਾਹੁੰਦੇ ਹਾਂ ਕਿ ਮੈਜੋਰਟੀ ਜਿਹੜੀ ਹੈ ਉਹ ਲੈ ਕੇ ਆਉਣ ਦੀ ਗੱਲ ਜਿਹੜੀ ਡਾਇਰੈਕਟ ਇਨਡਾਇਰੈਕਟ ਤਰੀਕੇ ਨਾਲ ਕੀਤੀ ਜਾ ਰਹੀ ਸੀ ਕਿ ਅਸੀਂ ਇਸ ਕਰਕੇ ਇਲੈਕਸ਼ਨ ਅਨਾਊਂਸ ਕਰਦੇ ਹਾਂ ਤਾਂ ਕਿ ਲੋਕ ਜਿਹੜੇ ਆਪਣੀ ਗੱਲ ਕਰਨ। ਪਰ ਹੁਣ ਜਦੋਂ ਇਹਨਾਂ ਕੋਲ ਸਵਾਲ ਪੁੱਛਿਆ ਜਾ ਰਿਹਾ ਕਿ ਭਾਈ ਜੇ ਹੱਥ ਮਿਲਾਉਣਾ ਪਿਆ ਮਿਲਾਓਗੇ, ਕਹਿੰਦੇ ਸਰਟਨਲੀ। ਸੋ ਇਹ ਕਿਤੇ ਨਾ ਕਿਤੇ ਇਸ਼ਾਰਾ ਕਰਦਾ ਹੈ ਕਿ ਕੋਈ ਨਾ ਕੋਈ ਜਿਹੜੀ ਗੜਬੜ ਹੈ, ਇਹਨਾਂ ਦੀ ਜਿਹੜੀ ਕੈਲਕੂਲੇਸ਼ਨ ਚੱਲ ਰਹੀ ਹੈ, ਜਿਹੜੀ ਇਹਨਾਂ ਦੇ ਥਿੰਕ ਟੈਂਕ ਬੈਠੇ ਨੇ, ਜਿਹੜੀਆਂ ਇਹਨਾਂ ਨੂੰ ਇੰਟੈਲੀਜੈਂਸ ਇਨਫੋਰਮੇਸ਼ਨਸ ਇਨਪੁਟਸ ਮਿਲ ਰਹੀਆਂ, ਉਹ ਦੱਸ ਰਹੀਆਂ ਕਿ ਅਜੇ ਵੀ ਜਿਵੇਂ ਪਿਛਲੀ ਵਾਰ ਸੀ 43 ਔਰ 41 ਦਾ ਮਾਮਲਾ, ਇੱਕ ਸੀਟ ਤੇ ਲਿਬਰਲ ਜਿਹੜੀ ਹੈ ਉਹ ਸਰਕਾਰ ਬਣਾਉਂਦੇ ਰਹਿ ਗਏ। ਇਹਨਾਂ ਨੇ 3 ਸੀਟਾਂ ਬੋਰੋ ਕਰਕੇ ਨਾਲ ਜੋੜ ਕੇ ਇਹਨਾਂ ਨੇ ਸਰਕਾਰ ਬਣਾ ਲਈ। ਇਹ ਨਾ ਹੋਵੇ ਕਿ ਐਤਕੀ ਪਿਛਲੀ ਵਾਰ ਗ੍ਰੀਨ ਜਿਹੜੀ 3 ਸੀਟਾਂ ਲੈ ਕੇ ਆਈ ਸੀ ਕਿਤੇ ਵੱਧ ਲੈ ਜਾਵੇ। ਉਹਦਾ ਰੀਜ਼ਨ ਇਹ ਵੀ ਹੈ ਗਿੱਲ ਸਾਹਿਬ, ਜਿਹੜੀ ਪਿਛਲੀ ਡਿਬੇਟ ਹੋ ਕੇ ਹਟੀ ਹੈ, ਉਹਦੇ 'ਚ ਮਿਸਟਰ ਜੌਨ ਹੌਰਗਨ, ਮਿਸਟਰ ਵਿਲਕਿਨਸਨ, ਇਹਨਾਂ ਦਾ ਜਿਹੜਾ ਪ੍ਰਭਾਵ ਰਿਹਾ ਉਹ ਬੜਾ ਹੀ ਨਿਊਟਰਲ ਜਿਹਾ ਰਿਹਾ। ਇਹ ਬਹੁਤ ਸੰਭਲ ਕੇ, ਸੋਚ ਕੇ, ਡਰ ਕੇ ਇਹ ਗੱਲਬਾਤ ਕਰਦੇ ਰਹੇ, ਨਪੀ ਤੁਲੀ ਗੱਲਬਾਤ ਕਰਦੇ ਰਹੇ। ਇਹਨਾਂ ਦੇ ਮੀਡੀਆ ਮੈਨੇਜਰਸ ਨੇ ਸਮਝਾਇਆ ਸੀ ਕਿ ਕੋਈ ਐਸਾ ਮੂੰਹ 'ਚੋਂ ਸ਼ਬਦ ਨਾ ਨਿਕਲ ਜਾਏ ਜਿਹਦੇ ਕਰਕੇ ਸਾਰੀ ਬਣੀ ਬਣਾਈ ਗੱਲਬਾਤ ਦੇ ਉੱਤੇ ਪਾਣੀ ਫਿਰ ਜਾਏ। ਔਰ ਸੋਨੀਆ ਫਟਸ ਨੂੰ ਇੱਕ ਐਸੇ ਨੇਤਾ ਬਣ ਕੇ ਉਹਦੇ ਚੁੱਭ ਰਹੇ ਜਿਹੜੇ ਲੋਕ ਨਹੀਂ ਸੀ ਜਾਣਦੇ ਸੋਨੀਆ ਫਟਸ ਨੂੰ। 4 ਮਹੀਨੇ 1 ਦਿਨ ਹੋਏ ਸੀ ਉਸ ਜਿੱਦਣ ਉਹਨਾਂ ਦੀ ਡਿਬੇਟ ਪਹਿਲੀ ਹੋਈ ਹੈ। 4 ਮਹੀਨੇ 1 ਦਿਨ ਐਜ਼ ਉਹਨਾਂ ਨੂੰ ਪਾਰਟੀ ਲੀਡਰ ਬਣੇ ਹੋਏ, ਇਲੈਕਸ਼ਨ ਦੇ ਵਿੱਚ ਧੱਕ ਦਿੱਤਾ ਗਿਆ। ਉਹਨਾਂ ਨੇ ਆਪਣੀ ਜੋ ਪ੍ਰਭਾਵਸ਼ਾਲੀ ਉੱਥੇ ਸਪੀਚ ਦਿੱਤੀ, ਜੋ ਗੱਲਬਾਤ ਕੀਤੀ, ਜਿਸ ਤਰੀਕੇ ਨਾਲ ਉਹਨਾਂ ਨੇ ਦੋਨੋਂ ਲੀਡਰਸ ਨੂੰ ਰੇਸਿਜ਼ਮ ਦੇ ਮੁੱਦੇ ਦੇ ਉੱਤੇ ਧੋਇਆ। ਉਹਨਾਂ ਨੇ ਕਿਹਾ ਕਿ ਤੁਸੀਂ ਨਹੀਂ ਸਮਝ ਸਕਦੇ, ਨਾ ਮੈਂ ਸਮਝ ਸਕਦੀ ਹਾਂ। ਬਿਲਕੁਲ। ਔਰ ਉਹਨਾਂ ਨੇ ਇੱਕ ਮਾਂ ਹੋਣ ਦੇ ਨਾਤੇ ਜਿਸ ਤਰੀਕੇ ਨਾਲ ਉਹਨੂੰ ਜੋੜਿਆ, ਲੱਗ ਰਿਹਾ ਸੀ ਕਿ ਕਈ ਮਾਵਾਂ ਦੀਆਂ ਅੱਖਾਂ ਭਰ ਗਈਆਂ ਹੋਣਗੀਆਂ ਇਹ ਸੋਚ ਕੇ। ਆਪਣਾ ਇਮੋਸ਼ਨਲ ਬਿਲਕੁਲ ਆਪ ਇਮੋਸ਼ਨਲ ਹੋ ਕੇ ਗੱਲਬਾਤ ਕੀਤੀ। ਸੋ ਇਹ ਕਈ ਜਿਹੜੇ ਇਸ ਵੇਲੇ ਡਾਇਨਾਮਿਕਸ ਨੇ ਉਹ ਚੇਂਜ ਹੋਣਗੇ। ਸੋ ਅਸੀਂ ਗੱਲ ਕਰਾਂਗੇ ਇਸ ਲੀਡਰਸ ਡਿਬੇਟ ਜਿਹੜੀ ਇਸ ਵੇਲੇ ਚੱਲ ਰਹੀ ਹੈ ਉਹਦੇ ਬਾਰੇ। ਦੁਬਾਰਾ ਬਾਰ-ਬਾਰ ਇੱਕ ਸਵਾਲ ਆ ਰਿਹਾ ਕਿ ਜਿਹੜੀ ਪੈਂਡੈਮਿਕ ਦੇ ਦੌਰਾਨ ਰੈਂਟ ਰਿਲੀਫ ਦੀ ਗੱਲ ਕੀਤੀ ਜਾ ਰਹੀ ਹੈ, ਟੈਕਸਸ ਦੀ ਗੱਲ ਕੀਤੀ ਜਾ ਰਹੀ ਹੈ, ਸੋਨੀਆ ਫਟਸ ਨੂੰ ਕੋਲੋਂ ਇਹ ਬਾਰ-ਬਾਰ ਪੁੱਛਿਆ ਜਾ ਰਿਹਾ ਕਿ ਤੁਸੀਂ ਰੈਵਨਿਊ ਕਿੱਥੋਂ ਜਨਰੇਟ ਕਰੋਗੇ। ਕਲੀਨ એનર્ਜੀ ਦੀ ਤੁਸੀਂ ਗੱਲ ਕਰ ਰਹੇ ਹੋ ਕਿ ਕਲੀਨ એનર્ਜੀ ਅਸੀਂ ਲੈ ਕੇ ਆਵਾਂਗੇ, ਇਹ ਸਵਾਲ ਪੁੱਛਿਆ ਜਾ ਰਿਹਾ। ਔਰ ਉਹ ਕਹਿੰਦੇ ਜੀ ਕਿ ਸਾਡੀ ਸਭ ਤੋਂ ਪਹਿਲੀ ਜਿਹੜੀ ਸਾਡੀ ਸੋਚ ਹੈ ਉਹ ਇਹੀ ਹੈ ਕਿ ਅਸੀਂ ਸਭ ਤੋਂ ਪਹਿਲਾਂ ਚਾਹੁੰਦੇ ਹਾਂ ਕਿ ਬੇਸ਼ੱਕ ਅਸੀਂ ਕਲੀਨ એનર્ਜੀ ਦੀ ਵੀ ਗੱਲ ਕਰਦੇ ਹਾਂ, ਪਰ ਅਸੀਂ ਅਰਲੀ ਚਾਈਲਡਹੁੱਡ ਐਜੂਕੇਸ਼ਨ ਦੀ ਵੀ ਨਾਲ ਦੇ ਨਾਲ ਗੱਲ ਕਰ ਰਹੇ ਹਾਂ। ਅਸੀਂ ਹੋਰ ਮੁੱਦਿਆਂ ਤੇ ਵੀ ਗੱਲ ਕਰ ਰਹੇ ਹਾਂ। ਅਸੀਂ ਚਾਹੁੰਦੇ ਹਾਂ ਕਿ ਇਹ ਨਾ ਹੋਏ ਕਿ ਜਿਸ ਤਰ੍ਹਾਂ ਦਰਖਤ ਕੱਟੇ ਜਾ ਰਹੇ ਨੇ ਡਿਵੈਲਪਮੈਂਟ ਦੇ ਨਾਂ ਤੇ, ਕਿ ਅਸੀਂ ਸਭ ਤੋਂ ਇੰਨੇ ਜ਼ਿਆਦਾ ਦਰਖਤ ਕੱਟ ਦਈਏ ਕਿ ਮੁੜ ਕੇ ਜਿਹੜਾ ਕਲਾਈਮੇਟ ਚੇਂਜ ਹੈ ਉਹ ਸੰਭਾਲਿਆ ਨਾ ਜਾ ਸਕੇ। ਉਹ ਜ਼ਿਕਰ ਉਹਨਾਂ ਨੇ ਪਿਛਲੀ ਵਾਰ ਵੀ ਇਸ ਗੱਲ ਦਾ ਕੀਤਾ ਸੀ ਕਿ ਜਿਹੜੀ ਇੱਥੇ ਇੱਕ ਲੜਕੀ ਆਈ ਸੀ, ਤੁਹਾਨੂੰ ਯਾਦ ਹੋਣਾ,
ਜਿਹੜੀ Thunberg। ਹਾਂ ਥੌਮਬਰਗ, ਉਸ ਲੜਕੀ ਨੇ ਥੁਨਬਰਗ ਨੇ ਇੱਥੇ ਆ ਕੇ ਜਿਹੜੀ ਇੱਕ ਵਿਸ਼ਾਲ ਰੈਲੀ ਕੀਤੀ, ਪੂਰੀ ਦੁਨੀਆ 'ਚੋਂ ਬਿਲਕੁਲ। ਰੈਲੀਆਂ ਕਰ ਰਹੀ ਹੈ ਜਿਸ ਤਰੀਕੇ ਦੇ ਨਾਲ, ਗ੍ਰੇਟਾ ਥੁਨਬਰਗ, ਸਵੀਡਿਸ਼ ਲੜਕੀ ਗ੍ਰੇਟਾ ਥਨਬਰਗ, ਉਹਦੀਆਂ ਰੈਲੀਜ਼ ਦਾ ਵੀ ਉਹਨਾਂ ਨੇ ਜ਼ਿਕਰ ਕੀਤਾ ਕਿ ਜਿਹੜੀ ਨਵੀਂ ਜਨਰੇਸ਼ਨ ਹੈ, ਤੁਹਾਡੇ ਬੱਚੇ ਹੈ, ਆਉਣ ਵਾਲੀ ਜਨਰੇਸ਼ਨ ਹੈ, ਉਹਨਾਂ ਦੇ ਵਾਸਤੇ ਕੀ ਛੱਡ ਕੇ ਜਾ ਰਹੇ ਹੋ। ਤੇ ਉਹ ਕਹਿ ਰਹੀ ਆ ਵੀ ਤੁਹਾਨੂੰ ਹਾਊ ਡੇਅਰ ਯੂ ਰੀਇੰਡ ਆਵਰ ਫਿਊਚਰ। ਉਹਨੇ ਈਵਨ ਜਿਹੜਾ ਡੋਨਲਡ ਟਰੰਪ ਹੈ, ਬਿਲਕੁਲ ਉਹਨੂੰ ਵੀ ਉਹਨੇ ਪੱਬਾਂ ਭਾਰ ਲਿਆਤਾ ਇਸ ਗੱਲ ਦੇ ਕਰਕੇ। ਹਾਲਾਂਕਿ ਜਿਹੜੇ ਮਿਸਟਰ ਡੋਨਲਡ ਟਰੰਪ ਨੇ ਉਹ ਜਿਹੜੀ ਗੱਲ ਕਰ ਰਹੇ ਸੀ ਉਹਦੇ 'ਚ ਕੋਈ ਦਮ ਨਹੀਂ ਦਿਖਿਆ। ਉਹ ਉਸ ਲੜਕੀ ਦੇ ਬਾਰੇ ਉਹਨਾਂ ਨੇ ਕਾਫੀ ਅਜੀਬੋ-ਗਰੀਬ ਗੱਲਾਂ ਵੀ ਕੀਤੀਆਂ ਜੋ ਕਿ ਅਕਸਰ ਉਹ ਕਰਦੇ ਰਹਿੰਦੇ ਨੇ। ਮਿਸਟਰ ਹਾਰਗਨ ਨੇ ਜੋ ਇਸ ਡਿਬੇਟ ਦੇ ਵਿੱਚ ਗੱਲ ਕੀਤੀ, ਉਹਨਾਂ ਨੇ ਕਿਹਾ ਕਿ 54,000 ਹੋਰ ਜੌਬਸ ਜਿਹੜੀਆਂ ਉਹ ਸਤੰਬਰ ਦੇ ਮਹੀਨੇ 'ਚ BC ਦੇ ਵਿੱਚ ਆਈਆਂ। ਇਹ ਸਾਡੀ ਜਿਹੜੀ ਉਪਲਬਧੀ ਹੈ ਬਹੁਤ ਵੱਡੀ, ਅਸੀਂ ਲੈ ਕੇ ਆਏ ਹਾਂ, ਸਾਡਾ ਪਲਾਨ ਸੀ। ਔਰ ਉਹਨਾਂ ਨੇ ਕਿਹਾ ਕਿ ਨਾਲ ਦੇ ਨਾਲ ਜਿਹੜਾ ਐਂਡਰੂ ਵਿਲਕਿੰਸਨ ਹੈ ਇਹ ਗੱਲ ਕਰ ਰਿਹਾ PST ਕੱਟਣ ਦੀ। PST ਪੂਰੀ ਕਿੱਥੋਂ ਕੀਤੀ ਜਾਏਗੀ, ਟੈਕਸ ਰਿਵਿਊ ਕਿਵੇਂ ਕੀਤਾ ਜਾਏਗਾ, ਇਹ ਬਾਰ-ਬਾਰ ਗੱਲ ਆ ਰਹੀ ਹੈ। ਹਾਲਾਂਕਿ ਨਾਲ ਦੇ ਨਾਲ ਇਹ ਵੀ ਕਹਿ ਰਹੇ ਕਿ PST ਜਿਹੜਾ ਤੁਸੀਂ ਖਤਮ ਕਰਨ ਦੀ ਗੱਲ ਕਰ ਰਹੇ ਹੋ, ਇਹ ਤੁਸੀਂ ਆਪਣੇ ਅਮੀਰ ਦੋਸਤਾਂ ਨੂੰ ਫਾਇਦਾ ਦੇਣ ਦੀ ਗੱਲ ਕਰ ਰਹੇ ਹੋ। ਬਹੁਤ ਸਾਰੇ ਐਸੇ ਉਤਪਾਦ ਨੇ, ਬਹੁਤ ਸਾਰੀਆਂ ਐਸੀਆਂ ਵਸਤਾਂ ਨੇ ਜਿਨ੍ਹਾਂ ਤੇ PST ਲੱਗਦੀ ਨਹੀਂ। ਜਿਹੜਾ ਮਿਡਲ ਕਲਾਸ ਮੈਨ ਹੈ ਉਹਨੂੰ ਸ਼ਾਇਦ PST ਦਾ ਇੰਨਾ ਫਾਇਦਾ ਨਾ ਹੋਏ, ਪਰ ਜਿਹੜਾ ਅਮੀਰ ਬੰਦਾ ਜਿਹਨੇ ਵੱਡੀਆਂ ਲਗਜ਼ਰੀ ਕਾਰਾਂ ਖਰੀਦਣੀਆਂ, ਜਿਨ੍ਹਾਂ ਨੇ ਵੱਡੇ ਘਰ ਖਰੀਦਣੇ ਆ, ਉਹਨਾਂ ਨੂੰ ਕਿਤੇ ਨਾ ਕਿਤੇ PST ਦਾ ਫਾਇਦਾ ਹੋ ਸਕਦਾ। ਜਿਹੜਾ ਬੇਸ ਹੈ ਜੀ ਤਿੰਨੇ ਪਾਰਟੀਆਂ ਦਾ, ਉਸ ਤੇ ਗੱਲਬਾਤ ਕਰਦੇ ਹਾਂ। ਵਪਾਰਕ ਸੰਦੇਸ਼ਾਂ ਤੋਂ ਬਾਅਦ ਵੀ ਲਿਬਰਲਸ ਨੂੰ ਕਿਹਾ ਜਾਂਦਾ ਧਨਾਡਾਂ ਦੀ ਪਾਰਟੀ ਹੈ, NDP ਨੂੰ ਇਹ ਕਿਹਾ ਜਾ ਰਿਹਾ ਹੈ ਕਾਮਿਆਂ ਦੀ ਪਾਰਟੀ ਹੈ। ਦੋਨਾਂ ਦੇ ਡਰਾਬੈਕ ਨੇ ਬਈ ਉਹ ਅਮੀਰਾਂ ਦੀ ਹੈ, ਇੱਧਰ ਉਹਨਾਂ ਨੂੰ ਕਿਹਾ ਜਾਂਦਾ ਵੀ ਇਹ EMPLOYER ਨਹੀਂ, EMPLOYEE ਦੇ ਹੱਕ 'ਚ ਹੈ, EMPLOYER ਇੱਥੋਂ ਭੱਜ ਜਾਂਦੇ ਨੇ। ਗ੍ਰੀਨ ਦੋਨਾਂ ਦੇ ਵਿੱਚ ਖੱਬੇ ਖੜ ਕੇ ਗੱਲ ਕਰ ਰਹੀ ਹੈ ਭਵਿੱਖ ਤੇ, ਜਿਹੜੀ ਬਹੁਤ ਇਰਰੈਲੇਵੈਂਟ ਲੱਗਦੀ ਹੈ ਹਿਊਮੈਨਿਟੀ ਨੂੰ, ਕਿਉਂਕਿ ਪੈਸੇ ਸਭ ਨੂੰ ਪਿਆਰੇ ਨੇ, ਪਰ ਉਹਨਾਂ ਪੈਸਿਆਂ ਦੇ ਨਾਲ ਰਹੋਗੇ ਕਿੱਥੇ ਜੇ ਪਲੈਨਟ ਤੁਹਾਡਾ ਰਹਿਣ ਜੋਗਾ ਨਾ ਰਿਹਾ। ਗ੍ਰੀਨ ਦੀ ਆਈਡੀਓਲੋਜੀ ਹੈ ਜਿਹੜੀ ਉਹ ਆਪਣੀ ਜਗ੍ਹਾ ਫਿੱਟ ਨੇ। ਵਪਾਰਕ ਸੰਦੇਸ਼ਾਂ ਤੋਂ ਬਾਅਦ ਅਸੀਂ ਵਾਪਸ ਦੋਨੇ, ਮੈਂ ਤੇ ਸਮੀਰ ਕੌਸ਼ਲ ਜੀ ਵਾਪਸ ਆਉਂਦੇ ਹਾਂ। ਕੌਸ਼ਲ ਸਾਹਿਬ ਮੇਰੇ ਨਾਲ ਨੇ। ਗੱਲਬਾਤ ਮੁਲਾਂਕਣ ਚੱਲ ਰਿਹਾ ਹੈ ਕਿ ਡਿਬੇਟ ਦੇ ਵਿੱਚ ਕੀ ਹੋ ਰਿਹਾ। ਕੌਸ਼ਲ ਸਾਹਿਬ ਹੁਣ ਤੱਕ ਕੀ ਗੱਲਬਾਤ ਹੋਈ ਹੈ? ਅਸੀਂ ਦੱਸ ਦਈਏ ਕਿ CKNW ਦੀ ਜਿਹੜੀ ਇਸ ਵੇਲੇ ਡਿਬੇਟ ਚੱਲ ਰਹੀ ਹੈ, ਸ਼ੇਰੇ ਪੰਜਾਬ ਉਹਦਾ ਹਿੱਸਾ ਇਸ ਤਰੀਕੇ ਨਾਲ ਬਣਿਆ ਹੋਇਆ ਕਿ ਅਸੀਂ ਜਿਹੜੀ ਸਾਊਥ ਏਸ਼ੀਅਨ ਕਮਿਊਨਿਟੀ ਹੈ ਉਹਦੇ ਤੱਕ ਇਹ ਜਾਣਕਾਰੀ ਪਹੁੰਚਾ ਰਹੇ ਹਾਂ ਸਾਰੀ, ਕਿ ਜਿਹੜੀ ਇਸ ਵੇਲੇ ਡਿਬੇਟ ਹੋ ਰਹੀ ਹੈ ਔਰ ਸਾਡੇ ਭਾਰਤੀ ਭਾਈਚਾਰੇ ਨੂੰ ਵੀ, ਸਾਡੇ ਸਾਊਥ ਏਸ਼ੀਅਨ ਭਾਈਚਾਰੇ ਨੂੰ ਇਹ ਪਤਾ ਲੱਗਣਾ ਚਾਹੀਦਾ ਕਿ ਉਸ ਡਿਬੇਟ 'ਚ ਕੀ ਗੱਲ ਹੋ ਰਹੀ ਹੈ, ਕੀ ਗੱਲਬਾਤ ਹੋ ਰਹੀ ਹੈ, ਕਿਹੜੇ ਮੁੱਦਿਆਂ ਨੂੰ ਜਿਹੜਾ ਚੁੱਕਿਆ ਜਾ ਰਿਹਾ, ਤਾਂ ਕਿ ਤੁਸੀਂ ਆਪਣਾ ਮਨ ਬਣਾ ਸਕੋ। ਇਹ ਡਿਬੇਟ ਉਹਨਾਂ ਲੋਕਾਂ ਵਾਸਤੇ ਜ਼ਰੂਰੀ ਹੁੰਦੀ ਹੈ ਜਿਹੜੇ ਵਾਕਈ ਇਹ ਜਾਣਨਾ ਚਾਹੁੰਦੇ ਨੇ ਕਿ ਕਿਹੜਾ ਲੀਡਰ ਕਿੰਨੇ ਪਾਣੀ 'ਚ ਹੈ, ਉਹ ਕੀ ਗੱਲ ਕਰ ਰਿਹਾ, ਕਿ ਵਾਕਈ ਤੁਹਾਡੇ ਮੁੱਦਿਆਂ ਦੀ ਗੱਲ ਕਰ ਰਿਹਾ ਜਾਂ ਕਿ ਸਿਰਫ ਤੁਹਾਨੂੰ ਰਿਓੜੀਆਂ ਟੌਫੀਆਂ ਹੀ ਵੰਡ ਰਿਹਾ। ਕੇਡਰ ਵੋਟ ਦੀ ਅਸੀਂ ਗੱਲ ਨਹੀਂ ਕਰ ਰਹੇ। ਕੇਡਰ ਵੋਟ ਜਿਹੜੀ ਹੈ ਅਕਸਰ ਇਹ ਹੁੰਦਾ ਕਿ ਅਸੀਂ ਤਾਂ ਫਲਾਣੇ ਨੂੰ ਹੀ ਪਾਣੀ ਹੈ ਭਾਵੇਂ ਜਿਹੜਾ ਮਰਜ਼ੀ ਖੜ ਜਾਏ, ਪਰ ਇਹ ਜਿਹੜੇ ਸੁਲਝੇ ਹੋਏ ਵੋਟਰ ਨੇ, ਜਿਹੜੇ ਸਿਆਣੇ ਵੋਟਰ ਨੇ, ਉਹ ਇਸ ਤਰ੍ਹਾਂ ਦੀ ਡਿਬੇਟ ਦੇ ਬਾਰੇ ਗੱਲਬਾਤ ਕਰਦੇ ਨੇ, ਚਰਚਾ ਕਰਦੇ ਨੇ। ਚਰਚਾ ਕਰ ਰਹੇ ਹਾਂ, ਹਰਜੀਤ ਗਿੱਲ ਹੋਣੀ ਮੇਰੇ ਨਾਲ ਨੇ। ਗਿੱਲ ਸਾਹਿਬ, ਇਸ ਵੇਲੇ ਜਿਹੜਾ ਸਵਾਲ ਚੱਲ ਰਿਹਾ, ਸਿਮੀ ਸਹਿਰਾ ਨੇ ਕੀਤਾ, ਰੈਂਟਲ ਮਾਰਕੀਟ ਨੂੰ ਲੈ ਕੇ, ਹਾਊਸਿੰਗ ਅਫੋਰਡੇਬਿਲਿਟੀ ਨੂੰ ਲੈ ਕੇ ਕੀਤਾ। ਤੁਹਾਨੂੰ ਯਾਦ ਹੈ ਕਿ ਹਾਊਸਿੰਗ ਅਫੋਰਡੇਬਿਲਿਟੀ ਦੇ ਕਰਕੇ ਸਰਕਾਰ ਇੱਕ ਵਾਰ, ਜਿਹੜੀ ਲਿਬਰਲ ਸਰਕਾਰ ਹੈ, ਉਹ ਹਮੇਸ਼ਾ ਨਿਸ਼ਾਨੇ ਤੇ ਰਹੀ NDP ਦੇ ਕਿ ਇਹਨਾਂ ਨੇ ਘਰਾਂ ਦੇ ਮੁੱਲ ਵਧਾ ਦਿੱਤੇ। ਇਹੀ ਗੱਲ ਜਿਹੜੀ ਹੈ ਹੁਣ ਹੋਈ ਕਿ ਜਦੋਂ ਸਿਮੀ ਸਰ ਨੇ ਪੁੱਛਿਆ ਕਿ ਮਿਸਟਰ ਜੌਨ ਹਾਰਗਨ ਨੂੰ ਕਿ ਤੁਸੀਂ ਕੀ ਕੀਤਾ ਹਾਊਸ ਅਫੋਰਡੇਬਿਲਿਟੀ ਵਾਸਤੇ, ਘਰਾਂ ਦੇ ਮੁੱਲ ਇੰਨੇ ਜ਼ਿਆਦਾ ਵੱਧ ਗਏ। ਪੂਰੇ ਕੈਨੇਡਾ ਦੇ ਵਿੱਚ ਇੱਕ ਟਾਈਮ ਐਸਾ ਸੀ ਕਿ ਵੈਨਕੂਵਰ ਜਿਹੜਾ ਇਹ ਦੁਨੀਆ ਦੇ ਵਿੱਚ ਬਲਕਿ ਇੱਕ ਐਸਾ ਸ਼ਹਿਰ ਬਣ ਗਿਆ ਸੀ ਜਿਹੜਾ ਦੂਜੇ ਨੰਬਰ ਤੇ ਸੀ, ਜਿਹਦੇ 'ਚ ਘਰਾਂ ਦੇ ਪ੍ਰਾਈਸ ਸਭ ਤੋਂ ਜ਼ਿਆਦਾ ਵੱਧ ਰਹੇ ਸੀ। ਉਹਨਾਂ ਨੇ ਕਿਹਾ ਕਿ ਬਿਲਕੁਲ ਘਰਾਂ ਦੇ ਪ੍ਰਾਈਸ ਵੱਧ ਰਹੇ ਸੀ, ਅਸੀਂ ਸਪੈਕੂਲੇਸ਼ਨ ਟੈਕਸ ਲਾਇਆ। ਅਸੀਂ ਇਸੇ ਕਰਕੇ ਲਾਇਆ ਕਿ ਜਿਹੜੇ ਅਮੀਰ ਦੂਜੇ ਮੁਲਕਾਂ 'ਚ ਰਹਿ ਰਹੇ ਆ, ਘਰ ਇੱਥੇ ਖਰੀਦ ਰਹੇ ਆ, ਘਰਾਂ ਦੇ ਮੁੱਲ ਵਧਾ ਰਹੇ ਆ, ਉਹਨਾਂ ਨੂੰ ਰੋਕਿਆ ਜਾਏ। ਮਨੀ ਲਾਂਡਰਿੰਗ ਦੀ ਗੱਲ ਵਿੱਚ ਸਾਹਮਣੇ ਆਈ, ਉਹਨਾਂ ਨੇ ਬਹੁਤ ਵੱਡਾ, ਦੇਖੋ ਅੱਜ ਦੀ ਡੇਟ ਵਿੱਚ ਵੀ ਜਿਹੜੇ ਇਹਦੇ ਤੇ ਪਬਲਿਕ ਇਨਕੁਆਇਰੀ ਦੀ ਜਿਹੜੀ ਚੱਲ ਰਹੀ ਹੈ, ਉਹ ਇੱਕ ਕੀ ਜਿਹੜਾ ਝੋਲੇ ਚੋਂ ਬਾਹਰ ਅੱਛਾ ਇੱਕ ਦੇਖੋ, ਅਲਾਓ ਤਾਂ ਹੋਇਆ ਨਾ ਜੀ 16 ਸਾਲ, ਬਿਲੀਅਨਸ ਆਫ ਡਾਲਰ ਲਾਂਡਰੀ ਕਰਕੇ, ਸਾਫ਼ ਕਰਕੇ ਨਿਕਲ ਗਏ, ਬੈਗ ਭਰ ਕੇ ਲੋਕ ਜੂਆਂ ਖਾਨੇ ਜਾਂਦੇ ਨੇ, ਚੈੱਕ ਲੈ ਕੇ ਤੁਰ ਜਾਂਦੇ ਨੇ। ਸਿਲਵਰ ਇੰਟਰਨੈਸ਼ਨਲ ਤੇ ਮਤਲਬ $2 ਮਿਲੀਅਨ ਕੈਸ਼, ਤੇ ਮਤਲਬ ਜਿਹੜਾ ਆ ਕੇ ਡਾਕਟਰ ਜਰਮਨ ਨੂੰ ਇਹਨਾਂ ਨੇ ਲਾਇਆ, ਡੇਵਿਡ ਈਬੀ ਇਹਦੇ ਪਿੱਛੇ ਪਏ ਹੋਏ ਨੇ। ਬਹੁਤ ਵੱਡਾ ਇਸ਼ੂ ਸੀ। ਜਿਨ੍ਹਾਂ ਦੇ ਚੋਰਾਂ ਦਾ ਮਾਲ, ਲਾਠੀਆਂ ਦਾ ਗਾਜ, ਜਿਨ੍ਹਾਂ ਕੋਲ ਪੈਸਾ ਹੀ ਡਰੱਗ ਦਾ, ਉਹ ਅੱਜ 8 ਲੱਖ ਦੇ ਘਰ ਨੂੰ 12 ਲੱਖ ਦਾ ਲੈ ਸਕਦੇ ਆ। ਉਹ ਜਿਹੜੀ ਇੱਕ NDP ਦੀ ਪਿਛਲੀ ਸਰਕਾਰ 'ਚ ਕੰਮ ਹੋਇਆ, ਵਧੀਆ ਕੰਮ ਹੋਇਆ, ਪਰ ਕੀਮਤਾਂ ਹਲੇ ਵੀ ਨਹੀਂ ਘਟੀਆਂ। ਵੈਨਕੂਵਰ 'ਚ ਘਟੀਆਂ ਨੇ, ਸਰੀ ਦੇ ਵਿੱਚ ਹਲੇ ਉਸ ਤਰ੍ਹਾਂ ਹੀ ਹਾਲ ਹੈ। ਗਿੱਲ ਸਾਹਿਬ, ਬਿਲਕੁਲ ਸਹੀ ਤੁਸੀਂ ਜਿਹੜੀ ਗੱਲ ਕੀਤੀ ਹੈ, ਤੁਸੀਂ ਉਹਦੀ ਜਿਹੜਾ ਆਖਿਰ 'ਚ ਤੁਸੀਂ ਗੱਲ ਕਹੀ ਕਿ ਕੀਮਤਾਂ ਅਜੇ ਵੀ ਨਹੀਂ ਘਟੀਆਂ। ਔਰ ਦੇਖੋ ਇਹਦੇ 'ਚ ਇੱਕ ਚੀਜ਼ ਹੋਰ ਜ਼ਰੂਰੀ ਹੈ ਕਿ ਨੋ ਡਾਊਟ ਪਬਲਿਕ ਇਨਕੁਆਇਰੀ ਚੱਲ ਰਹੀ ਹੈ, ਪਰ ਇਹਨੂੰ ਜਿਸ ਫਾਸਟ ਟਰੈਕ ਦੇ ਨਾਲ ਚੱਲਣਾ ਚਾਹੀਦਾ ਸੀ, ਔਰ ਇਹਦੇ ਵਾਸਤੇ ਜ਼ਿੰਮੇਦਾਰ ਲੋਕਾਂ ਨੂੰ
ਬਿਹਾਈਂਡ ਦ ਬਾਰਸ ਭੇਜਣਾ ਚਾਹੀਦਾ ਸੀ, ਉਹ ਕੰਮ ਹਜੇ ਤੱਕ ਹੋਇਆ ਨਹੀਂ। ਲੋਕ ਜਿਹੜੇ ਆ ਉਹ ਇੰਨੀ ਗੱਲ ਦੇ ਨਾਲ ਸੰਤੁਸ਼ਟ ਨਹੀਂ ਹੋਣਗੇ। ਇਹ ਅੱਛੀ ਗੱਲ ਹੈ ਕਿ ਇਨਕੁਆਇਰੀ ਚੱਲ ਰਹੀ ਹੈ, ਐਟਲੀਸਟ ਇੱਕ ਸਟੈਪ ਚੱਕਿਆ, ਪਰ ਇਹਨੂੰ ਟਾਈਮ ਬਾਉਂਡ ਕਰਨਾ ਚਾਹੀਦਾ ਸੀ। ਇਹਦੇ ਪਿੱਛੇ ਜਿਹੜੇ ਲੋਕ ਸੀ ਉਹਨਾਂ ਦੀਆਂ ਪ੍ਰਾਪਰਟੀਜ਼ ਅਟੈਚ ਕਰਨੀਆਂ ਚਾਹੀਦੀਆਂ ਸੀ। ਇਹ ਬਾਰ-ਬਾਰ ਗੱਲ ਸਾਹਮਣੇ ਆ ਰਹੀ ਹੈ। ਹੁਣ ਇਹ ਮਿਸਟਰ ਹੌਰਗਨ ਨੇ ਕਿਹਾ ਕਿ 11,000 ਜਿਹੜੇ ਖਾਲੀ ਕੌਂਡੋ ਪਏ ਸੀ, ਤੁਹਾਡੇ ਯਾਦ ਹੋਣਾ ਮਿਸਟਰ ਗਿੱਲ ਕਿ ਗੋਸਟ ਹਾਊਸਸ ਸੀ, ਔਰ ਇਹ ਸਾਹਮਣੇ ਆਉਂਦਾ ਸੀ ਕਿ ਸਟੂਡੈਂਟਸ ਜਿਹੜੇ ਨੇ ਕਿਸੇ ਕੋਲ 7-7 ਕੌਂਡੋ ਨੇ, ਕਿਸੇ ਦੇ ਨਾਂ ਤੇ 10-10 ਕੌਂਡੋ ਨੇ, ਲੈਂਬਰਗਿਨੀਆਂ ਜਾ ਰਹੇ ਨੇ। ਸੋ ਇਹ ਜਿਹੜੀਆਂ ਚੀਜ਼ਾਂ ਸੀ ਇਹ ਲੋਕਾਂ ਦੇ ਮਨਾਂ ਦੇ ਵਿੱਚ, ਜਿਹੜੇ ਹਾਰਡ ਅਰਨਿੰਗ ਜਿਹੜੇ ਪੇਸ਼ਾਵਰ ਲੋਕ ਨੇ ਇੱਥੇ, ਜਿਹੜੇ ਮਿਹਨਤਕਸ਼ ਲੋਕ ਨੇ, ਉਹਨਾਂ ਨੂੰ ਇਹ ਗੱਲ ਚੁਭਦੀ ਸੀ ਕਿ ਅਸੀਂ ਤਾਂ ਸਾਰਾ ਦਿਨ ਮਿੱਟੀ 'ਚ ਮਿੱਟੀ ਹੋ ਕੇ, ਪਸੀਨੇ 'ਚ ਪਸੀਨੇ ਹੋ ਕੇ, ਜਿਹੜੇ ਲੋਕ ਮੀਟ ਪਲਾਂਟਾਂ 'ਚ ਕੰਮ ਕਰਦੇ ਆ, ਬੇਰੀਆਂ ਤੋੜਦੇ ਆ, ਬਿਲਕੁਲ, ਜਿਹੜੇ ਛੱਤਾਂ ਦੇ ਉੱਤੇ ਜਾ ਕੇ ਤੁਹਾਡੀਆਂ ਰੂਫਾਂ ਚੇਂਜ ਕਰਦੇ ਆ, ਜਿਹੜੇ ਟੈਕਸੀਆਂ ਚਲਾਉਂਦੇ ਆ 12-12 ਘੰਟੇ ਕੰਮ ਕਰਕੇ, ਉਹਨਾਂ ਦੇ ਪੱਲੇ ਕੱਖ ਨਹੀਂ ਪੈਂਦਾ। ਤੇ ਜਿਹੜੇ ਆ ਡਰੱਗ ਦੀ ਕਮਾਈ ਕਰਦੇ ਆ, ਜਿਹੜੇ ਆ ਕਾਲੀ ਕਮਾਈ ਦੂਜੇ ਮੁਲਕਾਂ ਤੋਂ ਸੇਫ ਹੈਵਨ ਸਮਝ ਕੇ ਇੱਥੇ ਲਿਆ ਕੇ ਪਨਾਮਾ ਵਾਂਗੂ ਬਣਾ ਰਹੇ ਆ, ਉਹ ਇੱਥੇ ਲਿਆ ਕੇ ਮਜ਼ੇ ਲੁੱਟ ਰਹੇ ਆ। ਬਿਲਕੁਲ। ਸੋਨੀਆ ਫਰਸਟ ਨੂੰ ਵੀ ਇਹ ਸਵਾਲ ਕੀਤਾ ਗਿਆ ਸਿਮੀ ਸਾਰਾ ਵੱਲੋਂ ਕਿ ਗ੍ਰੀਨ ਦੇ ਪਲੇਟਫਾਰਮ ਦੇ ਵਿੱਚ ਤੁਸੀਂ ਹਾਊਸਿੰਗ ਅਫੋਰਡੇਬਿਲਿਟੀ ਨੂੰ ਲੈ ਕੇ ਗੱਲਾਂ ਤਾਂ ਕਰ ਰਹੇ ਹੋ, ਪਰ ਉਹ ਤਾਂ ਲੌਂਗ ਟਰਮ ਸੋਲੂਸ਼ਨ ਹੈ। ਸ਼ਾਰਟ ਟਰਮ ਸੋਲੂਸ਼ਨ ਕੀ ਹੈ? ਪਰ ਦੇਖੋ, ਹੈਰਾਨਗੀ ਵਾਲੀ ਗੱਲ ਇਹ ਹੈ ਕਿ ਇਹ ਦੋਨੇ ਪਾਰਟੀਆਂ ਜਿਹੜੀਆਂ ਇਹਨਾਂ ਦਾ ਗੱਠਜੋੜ ਸੀ, ਪਰ ਹੁਣ ਕਿਉਂਕਿ ਇਹਨਾਂ ਦੇ ਜਿਹੜੇ ਮੁੱਦੇ ਨੇ ਉਹ ਅਲੱਗ ਹੋ ਗਏ, ਹੁਣ ਉਹ ਹੱਥ ਸਾਫ਼ ਕਰ ਰਹੇ। ਪਰ ਦੂਜੇ ਪਾਸੇ ਗੱਲ ਇਹ ਹੈ ਕਿ ਜੇ ਦੁਬਾਰਾ ਹੱਥ ਜੋੜ ਲਏ ਤੇ ਫਿਰ ਮੁੱਦੇ ਸੇਮ ਹੋ ਜਾਣਗੇ। ਹਾਂ, ਬਿਲਕੁਲ। ਇਹ ਸਵਾਲ ਜਿਹੜੇ ਲੋਕਾਂ ਦੇ ਮਨਾਂ 'ਚ ਆਣੇ ਜ਼ਰੂਰੀ ਹੈ, ਔਰ ਪੁੱਛਣਾ ਚਾਹੀਦਾ। ਜਿਹੜੇ ਤੁਹਾਡੇ ਕੋਲ ਆ ਕੇ ਤੁਹਾਡੇ ਘਰਾਂ 'ਚ ਫੋਨ ਕਰ ਰਹੇ ਆ, ਤੁਹਾਡੇ ਘਰਾਂ 'ਚ ਡੋਰ ਨੌਕਿੰਗ ਤਾਂ ਖੈਰ ਨਹੀਂ ਹੋ ਰਹੀ, ਪਰ ਜਿਹੜੇ ਤੁਹਾਨੂੰ ਲੱਗਦਾ ਕਿ ਜਿਨ੍ਹਾਂ ਨੂੰ ਤੁਸੀਂ ਵੋਟ ਪਾਣੀ ਚਾਹੁੰਦੇ ਹੋ, ਉਹਨਾਂ ਨੂੰ ਸਵਾਲ ਜ਼ਰੂਰ ਪੁੱਛੋ ਕਿ ਭਾਈ ਇਹਨਾਂ ਦੇ ਜਵਾਬ ਦਿਓ। ਔਰ ਤੁਸੀਂ ਦੇਖੋ, ਇਹਦੇ 'ਚ ਇਹ ਵੀ ਗੱਲ ਐਂਡਰੂ ਵਿਲਕਿੰਸਨ ਨੇ ਕਹੀ। ਇਹਨਾਂ ਨੇ ਕਿਹਾ ਜੀ ਜਿਹੜੀ ਤੁਸੀਂ ਸਕਾਈ ਰੌਕਟਿੰਗ ਘਰਾਂ ਦੇ ਪ੍ਰਾਈਸ ਦੀ ਗੱਲ ਕਰਦੇ ਹੋ, ਫੋਰਨ ਬਾਇਰ ਟੈਕਸ ਤਾਂ ਅਸੀਂ 2016 'ਚ ਇੰਟਰੋਡਿਊਸ ਕੀਤਾ। ਉਹਨਾਂ ਨੇ ਕਿਹਾ ਕਿ ਇੰਟਰੋਡਿਊਸ ਇੱਕ ਸਾਲ ਲਾਸਟ ਕੀਤਾ। ਉਹ ਕਹਿੰਦੇ ਜੀ ਪਰ ਐਨਡੀਪੀ ਦੇ ਰਾਜ ਦੇ ਵਿੱਚ ਜਿਹੜੇ ਪ੍ਰਾਈਸ ਵਧਣੇ ਸ਼ੁਰੂ ਹੋ ਗਏ। ਐਨਡੀਪੀ ਦਾ ਫੇਲਿਅਰ ਉਹਨਾਂ ਨੇ ਦੱਸਿਆ। ਹਾਲਾਂਕਿ ਇਹ ਇੱਕ ਮੈਂ ਸਟੇਟਮੈਂਟ ਹੀ ਕਹੂੰਗਾ, ਇਹ ਸਿਰਫ ਇੱਕ ਬਿਆਨਬਾਜ਼ੀ ਹੈ, ਔਰ ਇਹ ਇੱਕ ਲਫ਼ਾਜ਼ੀ ਬਿਆਨਬਾਜ਼ੀ ਤੋਂ ਇਲਾਵਾ ਕੁਝ ਨਹੀਂ ਹੈ, ਕਿਉਂਕਿ ਇਹਦੇ 'ਚ ਜਦ ਤੱਕ ਤੱਥ ਨਹੀਂ ਤੁਸੀਂ ਸਾਹਮਣੇ ਲਿਆਉਂਦੇ ਕਿ ਘਰ ਦੇ ਪ੍ਰਾਈਸ ਕਦੋਂ ਤੋਂ ਵਧਣੇ ਸ਼ੁਰੂ ਹੋਏ, ਕਿਵੇਂ ਵਧਣੇ ਸ਼ੁਰੂ ਹੋਏ, ਕਿਹੜੇ ਲੋਕ ਇਹਦੇ 'ਚ ਸ਼ਾਮਲ ਸੀ, ਔਰ ਕੀ ਇਹ ਉਹ ਸਾਰੀਆਂ ਜਿਹੜੀਆਂ ਡਿਟੇਲਸ ਸੀਗੀਆਂ ਜਿਹੜੀਆਂ ਮੰਗੀਆਂ ਜਾ ਰਹੀਆਂ ਸੀ ਕਿ ਤੁਸੀਂ ਉਹ ਫਾਈਲਾਂ ਜਿਹੜੀਆਂ ਉਹਨਾਂ ਦਾ ਐਕਸੈਸ ਦਿਓ, ਕੀ ਉਹ ਵਾਕਈ ਫਾਈਲਾਂ ਦਾ ਐਕਸੈਸ ਮਿਲੇਗਾ? ਕਾਰਨ ਇੱਕ ਹੈ, ਤੁਸੀਂ ਇੱਕ ਦੇਖਿਓ, ਲਿਬਰਲ ਦੇ ਸਮੇਂ 2008 ਦੇ ਵਿੱਚ ਗੋਰਡਨ ਕੈਂਪਬਲ ਨੇ ਇੱਕ ਕੰਪਨੀ ਨੂੰ ਲਿਟਲ ਮਾਊਂਟੇਨ 334 ਮਿਲੀਅਨ ਦੀ ਵੇਚਤੀ, ਜਿਹਦੇ 'ਚ ਲੋ ਇਨਕਮ ਵਾਲੇ ਬੰਦੇ ਰਹਿ ਰਹੇ ਸੀ। ਹੁਣ ਦੀ ਮਿਨਿਸਟਰੀ 'ਚ 2 ਸਾਲਾਂ ਦੇ ਵਿੱਚ ਰੋਬਿਨਸਨ ਮਿਨਿਸਟਰ ਨੂੰ ਤੇ ਚਰਨੌਸਕੀ MLA ਨੂੰ 2 ਸਾਲ ਲੱਗ ਗਏ ਮਿਨਿਸਟਰ ਆਫ ਹਾਊਸਿੰਗ 'ਚੋਂ ਪੇਪਰ ਕੱਢਣ ਨੂੰ। 2 ਸਾਲ ਗਵਰਨਮੈਂਟ ਹੁੰਦੇ ਹੋਏ ਮੈਨੂੰ ਨਹੀਂ ਪਤਾ ਲੱਗਦਾ ਵੀ ਇਹ ਬਿਊਰੋਕ੍ਰੇਸੀ ਤੇ ਪੋਲੀਟੀਸ਼ੀਅਨ ਜਿਵੇਂ ਉੱਥੇ ਟੇਕ ਓਵਰ ਕੀਤਾ। ਤੁਸੀਂ ਸਰਕਾਰ ਤੁਹਾਡੀ ਹੋਵੇ, ਤੁਹਾਨੂੰ ਪੇਪਰ ਨਾ ਮਿਲਣ 2 ਸਾਲ ਕਿ ਇਹ ਲੈਂਡ ਕਿੰਨੇ ਦੀ। ਅੱਛਾ, ਇੱਕ ਹੋਰ ਵੇਖੋ, 334 ਮਿਲੀਅਨ ਦੀ ਪ੍ਰਾਪਰਟੀ ਵੇਚਤੀ, ਉਹ 'ਚੋਂ 30 ਮਿਲੀਅਨ ਸਰਕਾਰ ਨੂੰ ਆਇਆ, 300 ਮਿਲੀਅਨ ਨਹੀਂ ਹਲੇ ਆਇਆ। ਕਰਾਊਨ ਲੈਂਡ $1 ਅਰਬ ਦੀ 16 ਵਰਿਆਂ ਦੇ ਵਿੱਚ ਜਿਹੜੀ ਵੇਚੀ ਲਿਬਰਲਸ ਨੇ, ਉਹ ਤੁਹਾਡੀ ਤੇ ਮੇਰੀ ਜ਼ਮੀਨ ਸੀ ਜੀ, ਉਹ ਵੇਚਤੀ, ਆਪਣੇ ਬੰਦੇ ਦੋਸਤਾਂ ਨੂੰ ਵੇਚਤੀ। ਸਾਰੀਆਂ ਹੀ ਪਾਰਟੀਆਂ ਵੇਚਦੀਆਂ ਆਈਆਂ ਕਰਾਊਨ ਲੈਂਡ ਦੇ ਉੱਪਰ ਪੈਸਾ ਬਣਾਉਣ ਦੇ ਲਈ, ਪਰ $1 ਬਿਲੀਅਨ ਦੀ ਵੇਚ ਕੇ ਤੇ $1 ਬਿਲੀਅਨ ICBC ਦੇ ਵਿੱਚੋਂ ਚੱਕ ਕੇ ਲੈ ਗਏ। ਮੇਰੇ ਜਵਾਕ ਦੀ ਅੱਜ $600 ਮਹੀਨੇ ਦਾ ਉਹਦੀ ਕਿਸ਼ਤ ਹੋਈ ਹੈ। ਇੱਕ ਬਹੁਤ ਵੱਡਾ ICBC ਦਾ ਇਸ਼ੂ ਹੈ ਜਿਹੜਾ ਇਹ ਮੱਦੇ ਨਜ਼ਰ ਹੋਣਾ। ਦੇਖੋ, ਇਹਦੇ 'ਚ ਜਿਹੜੀ ਸਭ ਤੋਂ ਇੰਪੋਰਟੈਂਟ ਚੀਜ਼ ਜਿਹੜੀ ICBC ਦੀ ਵੀ ਗੱਲ ਹੋ ਰਹੀ ਹੈ, ICBC ਦੀ ਗੱਲ ਹੋ ਰਹੀ ਹੈ ਕਿ ICBC ਨੂੰ ਲੈ ਕੇ, ਕਿਉਂਕਿ ਇਹਦੇ 'ਚ ਜਿਹੜੇ ਲਿਬਰਲ ਨੇ ਉਹਨਾਂ ਨੇ ਇੱਕ ਸਟੈਪ ਅੱਗੇ ਵਧਾਉਂਦੇ ਹੋਏ ਇਹ ਗੱਲ ਕੀਤੀ ਹੈ ਕਿ ਅਸੀਂ ਕਰ ਦਾਂਗੇ। ਦੇਖੋ, ਇਹਦੇ 'ਚ ਪ੍ਰਾਈਵੇਟ ਕਰਨ ਦੀ ਜਿਹੜੀ ਗੱਲ ਹੈ ਉਹ ਪਹਿਲਾਂ ਇਹ ਬਿਆਨ ਦਿੱਤਾ ਜਾ ਰਿਹਾ ਸੀ, ਪਰ ਕੱਲ ਐਂਡਰੂ ਵਿਲਕਿੰਸਨ ਨੇ ਅੱਜ ਵੀ ਇਹ ਗੱਲ ਕਲੀਅਰ ਕੀਤੀ। ਉਹਨੇ ਕਿਹਾ ਕਿ ਪ੍ਰਾਈਵੇਟਾਈਜੇਸ਼ਨ ਨਾਲੋਂ ਮੈਂ ਕੰਪੀਟੀਸ਼ਨ ਦੇ ਹੱਕ ਦੇ ਆਪਸ਼ਨ ਦਊਂਗਾ। ਮੈਂ ਚਾਹੁੰਦਾ ਕਿ ਆਪਸ਼ਨ ਇਹਦੇ 'ਚ ਆਵੇ, ਲੋਕਾਂ ਦੇ ਕੋਲ ਜ਼ਿਆਦਾ। ਦੇਖੋ, ਇਹਦੇ 'ਚ ਇੱਕ ਸਵਾਲ ਬਾਰ-ਬਾਰ ਉੱਠ ਰਿਹਾ ਕਿ ਕੀ ਜੇ ਤੁਸੀਂ ਪ੍ਰਾਈਵੇਟਾਈਜੇਸ਼ਨ ਕਰ ਦਿੰਦੇ ਹੋ, ਜੇ ਤੁਸੀਂ ਇਹਨਾਂ ਦੇ ਹੱਥੋਂ ਸਾਰੀ ਚਾਬੀ ਖੋਹ ਲੈਂਦੇ ਹੋ, ਤਾਂ ਲੋਕਾਂ ਦੇ ਜਿਹੜੇ ਰੇਟ ਨੇ ਉਹ ਘਟਣਗੇ। ਸਵਾਲ ਤਾਂ ਇਹ ਹੈ ਕਿ ਤੁਸੀਂ ਪ੍ਰਾਈਵੇਟਾਈਜੇਸ਼ਨ ਕਰੋ ਜਾਂ ਨਾ ਕਰੋ, ਤੁਸੀਂ ਇਹਨੂੰ ਹੋਰ ਆਪਸ਼ਨ ਦਿਓ ਜਾਂ ਨਾ ਦਿਓ, ਪਰ ਕੀ ਲੋਕਾਂ ਵਾਸਤੇ ਕਿਫਾਇਤੀ ਬਣਾਓਗੇ? ਇਹਦੇ ਵਾਸਤੇ ਕੀ ਕਰੋਗੇ? ਸਾਨੂੰ ਤਾਂ ਇਹ ਦੱਸੋ। ਤੁਸੀਂ ਜੇ ਵੱਡੀਆਂ ਕੰਪਨੀਆਂ ਦੇ ਨਾਲ ਦੋਸਤੀਆਂ ਪਾ ਕੇ ਉਹਨਾਂ ਨੂੰ ਹੀ, ਦੇਖੋ, ਧੱਕੇ ਨਾਲ ਤੁਸੀਂ ਇੰਸ਼ੋਰੈਂਸ ਕਰਵਾ ਰਹੇ ਹੋ, ਹਰੇਕ ਬੰਦੇ ਨੂੰ ਤੁਸੀਂ ਕਹਿ ਰਹੇ ਹੋ ਕਿ ਇੰਸ਼ੋਰੈਂਸ ਕਰਨੀ ਜ਼ਰੂਰੀ ਹੈ, ਫਿਰ ਤੁਸੀਂ ਉਹਦੇ ਤੇ ਐਸੀਆਂ ਜਿਹੜੀਆਂ ਕੰਡੀਸ਼ਨਸ ਰੱਖ ਦਿੱਤੀਆਂ ਕਿ ਲੋਕ, ਜੇ ਕਿਸੇ ਦਾ ਐਕਸੀਡੈਂਟ ਵੀ ਹੋ ਜਾਂਦਾ, ਤੁਸੀਂ ਕਿਸੇ ਨੂੰ ਜ਼ਿੰਮੇਦਾਰ ਨਹੀਂ ਠਹਿਰਾਉਂਦੇ, ਤੁਸੀਂ ਉਹਨਾਂ ਨੂੰ ਅੱਗੇ ਸੂ ਕਰਨ ਵਾਸਤੇ ਉਹਨਾਂ ਦੀਆਂ ਆਪਸ਼ਨਸ ਬੰਦ ਕਰ ਦਿੱਤੀਆਂ। ਤੁਸੀਂ ਤਾਂ ਬੇਸਿਕਲੀ ਲੋਕਾਂ ਦੇ ਕੋਲੋਂ ਉਹਨਾਂ ਦਾ ਪੈਸਾ ਖੋਹ ਰਹੇ ਹੋ, ਔਰ ਖੋਹ ਕਿਸ ਤਰੀਕੇ ਨਾਲ ਰਹੇ ਹੋ? ਤੁਸੀਂ ਕਾਨੂੰਨੀ ਇੱਕ ਐਸਾ ਪ੍ਰੋਵੀਜ਼ਨ ਬਣਾ ਰਹੇ ਹੋ ਕਿ ਇੱਕ ਕਾਨੂੰਨ ਦਾ ਇੱਕ ਰਸਤਾ ਬਣਾ ਕੇ ਤੁਸੀਂ ਲੋਕਾਂ ਦਾ ਪੈਸਾ ਲੈ ਕੇ ਜਾ ਰਹੇ ਹੋ। ਜਿੱਦਾਂ ਤੁਸੀਂ ਗੱਲ ਕੀਤੀ ਕਿ ਤੁਹਾਡੇ ਬੱਚਾ ਜਿਹੜਾ ਯੂਨੀਵਰਸਿਟੀ ਦਾ ਸਟੂਡੈਂਟ ਹੈ, ਉਹਦੇ
ਇੰਨਾ ਦੇਖੋ ਹੁਣ ਅਫੋਰਡ 550 ਕਿੱਥੋਂ ਦਊਗਾ ਜੀ? ਘਰਾਂ ਦੀ ਅਫੋਰਡੇਬਿਲਟੀ ਦੀ ਗੱਲ ਕਰਦੇ ਜੀ। ਹਾਂ 30% ਤੋਂ ਜ਼ਿਆਦਾ ਲੋਕ ਆਪਣੇ ਘਰਾਂ ਦਾ ਰੈਂਟ ਦੇ ਰਹੇ ਆਪਣੀ ਇਨਕਮ ਨਾਲੋਂ। ਬਿਲਕੁਲ। ਤੁਸੀਂ ਦੱਸੋ ਉਹ ਕਿੱਥੋਂ ਆਪਣੇ ਘਰ ਦੀ ਪੂਰੀ ਜਿਹੜੀ ਹੈ ਖਰਚੇ ਪੂਰੇ ਕਰਨਗੇ? ਫਿਰ ਜਿੱਥੇ ਇੰਨੀ ਜ਼ਿਆਦਾ ICBC ਦੀ ਲੁੱਟ ਮਚ ਰਹੀ ਹੋਵੇ ਔਰ ਜਿਹਦਾ ਵਾਪਸੀ ਕੋਈ ਨਹੀਂ ਹੈ, ਜਾਂ ਤਾਂ ਜਿਹੜੇ ਚੰਗੇ ਡਰਾਈਵਰ ਨੇ ਸਾਲ ਬਾਅਦ ਤੁਸੀਂ ਦੇਖੋ ਕਿ ਜੇ ਉਹਨਾਂ ਦਾ ਕੋਈ ਐਕਸੀਡੈਂਟ ਨਹੀਂ ਹੁੰਦਾ ਉਹ ਕੋਈ ਕਲੇਮ ਨਹੀਂ ਕਰਦੇ, ਉਹਨਾਂ ਨੂੰ ਇਹ ਨਹੀਂ ਹੈ ਕਿ ਤੁਸੀਂ $200 $300 ਵਾਪਸ ਕਰ ਦਿਓ। ਜੇ ਤੁਸੀਂ ਉਹਨਾਂ ਕੋਲ $2600 $2700 $3200 $3500 ਲੈਂਦੇ ਹੋ ਤਾਂ ਇੱਕ ਪਰਸੈਂਟੇਜ ਦਿਓ, ਘੱਟੋ ਘੱਟ ਉਹਨੂੰ 30% 40% ਵਾਪਸ ਕਰੋ ਤਾਂ ਕਿ ਕਿਸੇ ਨੂੰ ਦੇਣ ਦੇ ਵਿੱਚ ਵੀ ਕੋਈ ਲਾਭ ਦਿਖੇ। ਜੀ। ਇਹਦੇ ਚ ਦੇਖੋ ਇਹਨਾਂ ਨੇ ਆਪਣੇ ਚਾਹੇ ਕਿਸੇ ਵੀ ਚਾਹੇ ਟਰਾਂਸਲਿੰਕ ਦੀ ਗੱਲ ਕਰ ਲਈਏ, ਚਾਹੇ ਕਾਰਪੋਰੇਸ਼ਨ ਦੀ ਗੱਲ ਕਰ ਲਈਏ, ਕਰਾਊਨ ਕਾਰਪੋਰੇਸ਼ਨ ICBC ਦੀ, ਇਹਨਾਂ ਦੇ CEO ਜਿਹੜੇ ਉਹ ਇੰਨੀਆਂ ਵੱਡੀਆਂ ਤਨਖਾਹਾਂ ਤੇ ਰੱਖੇ ਹੋਏ ਆ। 3 ਮਿਲੀਅਨ ਕਦੀ ਆ ਕੇ ਉਹ ਬਿਆਨਬਾਜ਼ੀ ਨਹੀਂ ਕਰਦੇ, ਕਦੀ ਆ ਕੇ ਲੋਕਾਂ ਨਾਲ ਗੱਲ ਨਹੀਂ ਕਰਦੇ, ਲੋਕਾਂ ਦੀ ਗੱਲ ਨਹੀਂ ਸੁਣਦੇ। ਲੋਕਾਂ ਦੇ ਗ੍ਰੀਵੀਅੰਸ ਨੇ, ਲੋਕ ਫੋਨ ਕਰਦੇ ਆ, ਉਹਨਾਂ ਦੇ ਫੋਨ ਨਹੀਂ ਚੱਕੇ ਇਹਨਾਂ ਜਾਂਦੇ। ਨੇ ਵੀ 4 ਸਾਲ ਹੁਣ ਟਾਊਨ ਹਾਲ ਮੀਟਿੰਗ ਨਹੀਂ ਕਰਨੀ। ਜਿਹੜੇ ਹੁਣ ਆਪਣੇ ਦਰ ਤੇ ਤਿੰਨੇ ਲੀਡਰ ਚਾਹੁੰਦੇ ਆ ਆਪਣੇ ਨਾਲ ਹਰ ਰੋਜ਼ ਗੱਲ ਕਰਨੀ ਚਾਹੁੰਦੇ ਆ, ਹੱਥ ਮਿਲਾਉਣਾ ਚਾਹੁੰਦੇ ਆ। ਮੈਂ ਇਹੀ ਗੱਲ ਕਰ ਰਿਹਾ ਸੀ ਵੀ ਕੀ, ਚਲੋ ਇਹ ਤਾਂ ਦੂਰ ਦੀ ਗੱਲ ਹੈ, ਤੁਹਾਡਾ ਲੋਕਲ MLA ਮਹੀਨੇ 'ਚ ਇੱਕ ਵਾਰ ਆਪਣੇ ਕੰਸਟੀਚੁਐਂਟਸ ਦੇ ਨਾਲ ਕਿਉਂ ਨਹੀਂ ਟਾਊਨ ਹਾਲ ਮੀਟਿੰਗ ਕਰ ਸਕਦਾ, ਜਿਹੜਾ ਹੁਣ ਮਿੰਨਤਾਂ ਕਰਦਾ ਹਰ ਰੋਜ਼? ਮੈਂ ਲੋਕਾਂ ਨੂੰ ਸਿਰਫ ਇੱਕ ਹੀ ਗੱਲ ਯਾਦ ਦਿਲਾਣੀ ਚਾਹੁੰਦਾ, ਔਰ ਜ਼ਿਆਦਾ ਪੁਰਾਣੀ ਗੱਲ ਨਹੀਂ ਹੈ, 2019 ਦੀ ਗੱਲ ਹੈ। ਇਲੈਕਸ਼ਨ ਹੋ ਕੇ ਹਟੇ ਫੈਡਰਲ, ਦੇਖ ਲਓ ਕਿ ਕਿੰਨਾ MP ਤੁਹਾਡੇ ਤੱਕ ਅਪਰੋਚ ਕਰ ਰਹੇ ਆ। MP ਜਿਹੜੇ ਸੀ ਜਿਨ੍ਹਾਂ ਨੂੰ ਤੁਸੀਂ ਜਿਤਾ ਕੇ ਭੇਜਿਆ, ਬੇਸ਼ੱਕ ਠੀਕ ਹੈ ਤੁਹਾਡੀਆਂ ਆਪਣੀਆਂ ਪਰਸਨਲ ਚੋਇਸਸ ਨੇ, ਜਿਹਨੂੰ ਤੁਸੀਂ ਸੋਚਿਆ ਕਿ ਵਧੀਆ ਵੋਟ ਪਾਣੀ ਹੈ, ਜਿਹਨੂੰ ਤੁਸੀਂ ਵਧੀਆ ਉਮੀਦਵਾਰ ਸੋਚਿਆ ਤੁਸੀਂ ਪਾਤੀ, ਦੈਟ ਇਜ਼ ਟੋਟਲੀ ਯੂਰ ਓਨ ਚੋਇਸ। ਪਰ ਤੁਸੀਂ ਇਹ ਦੇਖੋ ਕਿ ਤੁਹਾਡੇ ਤੱਕ ਪਹੁੰਚ ਕਿਹਨੇ ਬਣਾਈ, ਔਰ ਉਹਨਾਂ ਨੂੰ ਵੀ ਦੇਖੋ ਜਿਹੜੇ ਇਹਦੇ 'ਚ ਹਾਰ ਗਏ, ਜਿਹੜੇ ਇਹਦੇ 'ਚ ਲੜੇ, ਇਲੈਕਸ਼ਨ ਲੜੇ, ਕਿ ਉਹਨਾਂ ਨੇ ਵੀ ਤੁਹਾਡੇ ਤੱਕ ਅਪਰੋਚ ਕਰਨ ਦੀ ਕੋਸ਼ਿਸ਼ ਕੀਤੀ? ਸਿਰਫ ਔਰ ਸਿਰਫ ਲੋਕਾਂ ਦੇ ਜਿਹੜੇ ਲੋਕਾਂ ਦੀ ਇਮੋਸ਼ਨਸ ਨੇ ਉਹਨਾਂ ਨਾਲ ਖੇਡਣ ਵਾਲੇ ਜਿਹੜੇ ਲੀਡਰਸ ਨੇ ਉਹਨਾਂ ਦਾ ਖਿਆਲ ਰੱਖੋ। ਇਸ ਚੀਜ਼ ਦਾ ਯਕੀਨੀ ਬਣਾਓ ਇਸ ਚੀਜ਼ ਨੂੰ ਕਿ ਤੁਸੀਂ ਜਿਹੜੀ ਵੋਟ ਦਾ ਅਧਿਕਾਰ ਹੈ ਉਹਦਾ ਪ੍ਰਯੋਗ ਕਰਨਾ ਹੈ, ਪਰ ਸਹੀ ਜਗ੍ਹਾ ਕਰੋ। ਅਗਲੇ 4 ਸਾਲ ਵਾਸਤੇ ਰੋਈਓ ਨਾ ਕਿ ਸਾਡੇ ਮੁਤਾਬਕ ਦੀ ਸਰਕਾਰ ਨਹੀਂ ਬਣੀ। ਬ੍ਰੇਕ ਲੈ ਲਈਏ ਜੀ, ਵਾਪਸ ਆ ਕੇ ਅਗਲੇ ਹਿੱਸੇ ਚੱਲਦੇ ਆ ਕਿ ਹੁਣ ਕੀ ਹੋਇਆ। ਵੇਟ ਲੀਡਰਸ ਦੀ ਚੱਲ ਰਹੀ ਹੈ ਜੀ CKNW ਤੇ ਉਸ ਤੇ ਉਹਦਾ ਮੁਲਾਂਕਣ ਅਸੀਂ ਕਰ ਰਹੇ ਹਾਂ, ਮੈਂ ਤੇ ਸਮੀਰ ਕੌਸ਼ਲ ਜੀ। ਤੇ 11 ਵਜੇ ਦਾ ਨਿੰਮੀ ਡੋਲਾ ਸ਼ੋਅ ਸ਼ੁਰੂ ਹੋਏਗਾ ਤੇ ਫਿਰ ਅਸੀਂ ਤਿੰਨੇ ਰਲ ਕੇ ਕੁਛ ਅੱਧਾ ਘੰਟਾ ਹੋਰ ਗੱਲਬਾਤ ਕਰਾਂਗੇ। ਦੂਸਰੇ ਬੰਨੇ ਸ਼ੋਅ ਮੇ ਵੀ ਥੋੜ੍ਹਾ ਜਿਹਾ ਲੇਟ ਹੋਊਗਾ ਅੱਜ, ਤੇ ਇੱਕ ਜਗ੍ਹਾ ਹੀ ਹੋ ਸਕਦਾ, ਮੈਂ 2 ਜਗ੍ਹਾ ਤਾਂ ਹੋ ਨਹੀਂ ਸਕਦਾ। ਤੇ ਔਲਖ ਸਾਹਿਬ ਸਾਡੇ ਇੱਕ ਕਾਲਰ ਨੇ, ਕੁਛ ਉਹ ਕਹਿਣਾ ਚਾਹੁੰਦੇ ਨੇ। ਔਲਖ ਸਾਹਿਬ ਤੁਸੀਂ ਏਅਰ ਤੇ ਹੋ ਜੀ। ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ। ਤੁਹਾਡੇ ਗੈਸਟ ਨੂੰ ਤੁਹਾਨੂੰ ਬੜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅੱਛਾ ਕੌਸ਼ਲ ਸਾਹਿਬ ਨੂੰ ਮੈਂ ਇੱਕੋ ਸਵਾਲ ਕਰਦਾ ਜੀ, ਕਿਉਂਕਿ ਇਹਨਾਂ ਦੀ ਯਾਦਾਸ਼ਤ ਜ਼ਰੂਰ ਸਾਹਿਬ ਮੇਰੇ ਨਾਲੋਂ ਤੇ ਤੁਹਾਡੇ, ਤੁਸੀਂ ਸ਼ਾਇਦ ਨੋਟ ਕਰਕੇ ਕੀਤੀ ਹੋਊਗੀ, ਜ਼ਰੂਰ ਇਹਨਾਂ ਨੂੰ ਪਤਾ ਹੋਊ ਜਿਸ ਵੇਲੇ, ਹੈਲੋ ਜੀ ਸੁਣਦੇ ਮੇਰੀ ਗੱਲ? ਸੁਣ ਰਿਹਾ ਜੀ ਔਲਖ ਸਾਹਿਬ, ਸੁਣ ਰਿਹਾ ਜੀ। ਜਿਸ ਵੇਲੇ ਕਿਸੇ ਕਲਾਰਕ ਗਈ ਆ ਹਾਰ ਕੇ, ਉਹ ਜਦੋਂ ਆਪਣੀ ਹਾਰ ਗਈ ਆ ਤੇ ਉਹ ਜਾਣ ਲੱਗੀ ਆਪਣੀ NDP ਗਵਰਨਮੈਂਟ ਨੂੰ $2 ਬਿਲੀਅਨ ਕੈਸ਼ ਨੈਟ ਦੇ ਕੇ ਗਈ ਆ। ਕੈਸ਼ ਇਹਨਾਂ ਨੂੰ ਸਰਪਲਸ ਪਿਆ ਸੀਗਾ ਤੇ $1 ਬਿਲੀਅਨ ਉਸ ਵੇਲੇ ਅਖਬਾਰਾਂ ਦੇ ਵਿੱਚ ਆਇਆ ਸੀਗਾ। ਮੈਨੂੰ ਚੇਤਾ ਵਾ ਵੀ ਬਨਾਜ਼ਾ ਵੱਜਾ ਵਾ NDP ਨੂੰ, ਬਨਾਜ਼ਾ ਲਫ਼ਜ਼ ਉਹ ਮੈਨੂੰ ਚੇਤਾ ਜੇ ਜੀ ਬਨਾਜ਼ਾ ਵੱਜਾ ਵਾ $1 ਬਿਲੀਅਨ ਜੇ ਆਊਟਸਟੈਂਡਿੰਗ ਪਿਆ ਵਾ ਕੰਪਨੀਆਂ ਕੋ ਜਾਂ ਲੋਕਾਂ ਕੋ, ਕੰਪਨੀਆਂ ਕੋ ਗਰਾਉਣ ਵਾਲਾ ਪੈਸਾ। ਸੋ ਪ੍ਰੈਕਟੀਕਲੀ $3 ਬਿਲੀਅਨ ਇਹਨਾਂ ਨੂੰ ਕੈਸ਼ ਦੇ ਕੇ ਗਈ ਸੀ ਤੇ ਜਿਹੜਾ $1 ਬਿਲੀਅਨ ਤੋਂ ਕੱਢਿਆ ਵਾ, ਉਹਦੇ ਵਿੱਚ ਗੌਰਮੈਂਟ ਜਿਹੜੀ ਅਸੀਂ ਚੁਣਦੇ ਹਾਂ ਉਹਦੇ ਕੋਲ ਹਰ ਅਧਿਕਾਰ ਹੈਗਾ ਵਾ। ਦੇਖੋ ਅਸੀਂ ਜਦੋਂ ਨਿੱਕੇ ਹੁੰਦੇ ਸੀ ਨਾ, ਖੂਹਾਂ ਤੇ ਪਾਣੀ ਲਾਉਂਦੇ ਹੁੰਦੇ ਸੀ, ਜੇ ਕਿਆਰਾ ਜਿਹੜਾ ਉੱਚਾ ਹੁੰਦਾ ਸੀ ਨਾ ਤੇ ਉਹਦੇ 'ਚ ਪਾਣੀ ਜ਼ਿਆਦਾ ਪਾਉਣਾ ਪੈਂਦਾ ਥੋੜ੍ਹਾ ਜਿਹਾ ਦੂਜੇ ਵੱਲੋਂ ਮੋੜ ਕੇ, ਕਿਉਂਕਿ ਉੱਚਾ ਤਾਂ ਹੀ ਕਿਉਂਕਿ ਸਟਾਲਾ ਜਾਂ ਮਕਈ ਦਾ ਕਿ ਉਹ ਸੁੱਕ ਨਾ ਜਾਵੇ। ਤੇ ਇਹ ਗੌਰਮੈਂਟ ਕੋਲ ਹਰ ਹੱਕ ਹੈਗਾ ਵਾ, ਜਿੱਧਰ ਪੈਸੇ ਦੀ ਲੋੜ ਆ ਉਹਨਾਂ ਦੇ ਹੱਥ ਦੇ ਵਿੱਚ ਖਜ਼ਾਨਾ ਵਾ, ਉਹ ਉਧਰ ਨੂੰ ਉਹਦਾ ਮੂੰਹ ਮੋੜ ਸਕਦੇ ਆ। ਹੁਣ ਇਸ ਗੌਰਮੈਂਟ ਨੇ ਵੀ ਲੱਖਾਂ ਕਰੋੜਾਂ ਦੀ ਇੱਕ ਡਿਪਾਰਟਮੈਂਟ ਦਾ ਜਿਹੜੀ ਪ੍ਰਾਪਰਟੀ ਹਸਪਤਾਲ ਬਣਾਉਣ ਲਈ ਦੂਜੇ ਡਿਪਾਰਟਮੈਂਟ ਟ੍ਰਾਂਸਫਰ ਕੀਤੀ ਹੈ ਕਿ ਨਹੀਂ? ਹੁਣੇ ਕੀਤੀ ਕਿ ਨਹੀਂ? ਅੱਛਾ, ਨੰਬਰ 1 ਤੀਜਾ ਸਵਾਲ ਮੇਰਾ ਹੋਰ ਹੈ, 1 ਮਿੰਟ ਮੈਨੂੰ ਹੋਰ ਦਿਓ। ਵੈਸੇ ਉਹਦੇ ਵਿੱਚ ਇਹ ਮੈਂ ਦੇਖਿਆ ਵਾ ਜਿਹੜੀ NDP ਗੌਰਮੈਂਟ ਹੈ ਨਾ, ਤੇ ਅਸੀਂ ਇਹਦਾ ਮੁਕਾਬਲਾ ਉੱਥੇ ਬਾਦਲਾਂ ਦੀ ਗੌਰਮੈਂਟ ਨਾਲ ਕਰੀਏ ਕਿ ਸਾਡੀਆਂ ਦੋਵੇਂ ਮਤਲਬ ਰਾਤ ਦਿਨ ਹੀ ਡਿਸਕਸ ਕਰਦੇ ਰਹਿੰਦੇ ਹਾਂ। ਮੈਂ ਹਿਸਾਬ ਲਾਇਆ ਜਿਹੜੇ ਬਾਦਲ ਆ ਇਹਨਾਂ ਦੇ ਨਾਲੋਂ ਔਨੈਸਟ ਨਿਕਲਦੇ ਆ ਥੋੜ੍ਹੇ ਜਿਹੇ, ਇਹਨਾਂ ਦੇ ਨਾਲੋਂ ਕਿਤੇ ਚੰਗੇ ਨਿਕਲੇ ਆ। ਉਹ ਜਦੋਂ ਇਲੈਕਸ਼ਨਾਂ ਆਉਂਦੀਆਂ ਨਾ ਪਹਿਲੋਂ ਹੀ ਸ਼ਰਾਬ ਦੀਆਂ ਬੋਤਲਾਂ ਲੋਕਾਂ ਨੂੰ ਵੰਡਦੇ ਆ 2-2 ਹਫ਼ਤੇ ਪਹਿਲਾਂ ਹੀ, ਤੇ ਉਹਦਾ ਮੁੜ ਕੇ ਨਾਲੇ ਉਹ ਆਪਣੇ ਬੋਰੀਆਂ ਦੇ ਬੋਰੀਆਂ ਪੈਸੇ ਸੁੱਟ ਦਿੰਦੇ ਆ ਲੋਕਾਂ ਨੂੰ ਵੋਟਾਂ ਖਰੀਦਣ ਲਈ। ਔਲਖ ਸਾਹਿਬ ਧੰਨਵਾਦ, ਤੁਹਾਡਾ ਪੁਆਇੰਟ ਲੈ ਲਿਆ।
ਕੌਸ਼ਲ ਸਾਹਿਬ ਉਹ ਕੀ ਕਹਿ ਰਹੇ ਨੇ, ਜਿਹੜਾ ਆਪਣੇ ਆਪਾਂ ਸਪੋਰਟਰ ਨੇ, ਕੋਈ NDP ਵਾਲਾ ਆਊਗਾ ਉਹਨੇ NDP ਦੀ ਗੱਲ ਕਰਨੀ ਆ। ਔਲਖ ਸਾਹਿਬ ਓਪਨਲੀ ਜਿਹੜਾ ਨੇ NDP ਦੇ ਖਿਲਾਫ ਇਸ ਦਾ ਉਹਨਾਂ ਦਾ ਮਨ ਹੈ, ਕਿਉਂਕਿ ਲਿਬਰਲ ਦੇ ਉਹ ਸਪੋਰਟਰ ਨੇ। ਹੁਣੇ ਹਾਂ ਉਹ ਰਿਸਪੈਕਟ ਕਰਦੇ ਉਹਨਾਂ ਦੀ ਗੱਲ ਦੀ, ਬਜ਼ੁਰਗ ਨੇ ਸਾਡੇ ਵੱਡੇ ਨੇ। ਗੱਲ ਉਹ ਇਹ ਜਿਹੜੀ ਕਹਿ ਰਹੇ ਨੇ, ਉਹ ਇਹ ਕਹਿ ਰਹੇ ਨੇ ਕਿ ਜਾਣ ਵੇਲੇ ਲਿਬਰਲਜ਼ $3 ਬਿਲੀਅਨ ਛੱਡ ਕੇ ਗਏ ਨੇ ਜੀ, ਉਹਦੀ ਗੱਲ ਉਹਨਾਂ ਨੇ ਕਿਹਾ ਸੀ। ਤੇ NDP ਕਹਿ ਰਹੀ ਹੈ ਵੀ ਸਾਨੂੰ ਇਹਨਾਂ ਨੇ ਕੱਖ ਨਹੀਂ ਦਿੱਤਾ, ਅਸੀਂ ਜਿਹਦੇ ਵਿੱਚ ਜਿਹੜਾ ICBC ਪਹਿਲੇ 7 ਮਹੀਨਿਆਂ 'ਚ 900 ਮਿਲੀਅਨ ਘਾਟੇ ਚਲੇ ਗਈ, $1 ਬਿਲੀਅਨ ਚੱਕ ਕੇ ਜਿਹੜਾ ਬਜਟ ਬੈਲੈਂਸ ਕਰ ਦਿੱਤਾ। ਇੱਕ ਬਹੁਤ ਵੱਡੀ ਗੱਲ ਸੀ ਜਿਹੜੀ ਕ੍ਰਿਸਟੀ ਕਲਾਰਕ ਦੇ ਹਾਰਨ ਤੋਂ ਬਾਅਦ ਮਾਈਕ ਡਿਓਂਗ ਦੇ ਕੋਲ ਜਿਹੜੇ ਪੈਸੇ ਪਏ ਸੀ ਉਹਨੇ ਦੱਸੇ ਨਹੀਂ, ਉਹ ਪਤਾ ਨਹੀਂ ਕੀ ਕਾਰਨ ਸੀ, ਉਹ ਵੀ ਇੱਕ ਇਸ਼ੂ ਆਇਆ ਸੀ। ਉਹ ਕਹਿਣਾ ਚਾਹੁੰਦੇ ਸੀ ਕੁਛ, ਤੁਸੀਂ ਇਹਦੇ ਬਾਰੇ ਕੋਈ ਗੱਲਬਾਤ ਹੋਰ ਕਰੋ। ਦੇਖੋ, ਇਹਦੇ 'ਚ ਇੱਕ ਬੜੀ ਇੰਪੋਰਟੈਂਟ ਚੀਜ਼ ਹੈ ਕਿ ਹਮੇਸ਼ਾ ਜਦੋਂ ਵੀ ਬੈਲੈਂਸ ਬਜਟ ਦੀ ਗੱਲ ਆਈ, ਬਜਟ ਨੂੰ ਬੈਲੈਂਸ ਕਰਨ ਦੀ ਗੱਲ ਆਈ, ਤੇ ਜਿਹੜੀਆਂ ਕਰਾਊਨ ਕਾਰਪੋਰੇਸ਼ਨਸ ਹੈ, ਜਿਹੜੇ ਉਹਨਾਂ ਦੇ ਪੈਸੇ ਪਏ ਹੁੰਦੇ ਸੀ, ਸਰਪਲਸ ਮਨੀ ਪਈ ਹੁੰਦੀ ਸੀ, ਉਹ ਲੋਕਾਂ ਦੇ ਵਿੱਚ ਦੇਣ ਦੀ ਬਜਾਏ ਉਹ ਸਰਕਾਰੀ ਖਜ਼ਾਨੇ 'ਚ ਪਾ ਦਿੱਤੀ ਜਾਂਦੀ ਸੀ। ਔਰ ਇਸ ਕਰਕੇ ਪਾ ਦਿੱਤੀ ਜਾਂਦੀ ਸੀ ਕਿ ਆਪਣੇ ਨੰਬਰ ਜਿਹੜੇ ਆ ਉਹ ਵਧੀਆ ਕਰਕੇ ਦਿਖਾਏ ਜਾਣ। ਔਰ ਇਸ ਕੇਸ ਦੇ ਵਿੱਚ ਵੀ ਕਾਫੀ ਹੱਦ ਤੱਕ ਐਸਾ ਹੀ ਹੋਇਆ। ਔਰ ਇਹ ਸਿਰਫ ਇਹ ਨਹੀਂ ਹੈ ਕਿ ਇਕੱਲੀ ਇੱਕ ਪਾਰਟੀ ਨੇ ਕੀਤਾ, ਅਜੇ ਤੱਕ ਸਾਰੀਆਂ ਪਾਰਟੀਆਂ ਕਰ ਰਹੀਆਂ। ਔਰ ਜਦ ਤੱਕ ਇਹਦੇ ਤੇ ਕੋਈ ਸਖਤ ਕਾਨੂੰਨ ਨਹੀਂ ਬਣਦਾ, ਬਣ ਗਿਆ ਜੀ ਹੁਣ, ਉਦੋਂ ਹੁਣ ਬਣਾ ਗਏ ਉਹ NDP ਨੇ ਇਹ ਸਭ ਵੱਡੀ ਗੱਲ ਕੀਤੀ ਵੀ ਕਰਾਊਨ ਕਾਰਪੋਰੇਸ਼ਨ ਦੇ ਵਿੱਚੋਂ ਪੈਸੇ ਨਹੀਂ ਲੈ ਸਕਦੇ, ਕੈਸ਼ ਕਾਊ ਨਹੀਂ ਹੈ। ਸੋ ਇਸ ਕਰਕੇ ਇਹ ਅਜੇ ਤੱਕ ਜਿੰਨੀਆਂ ਵੀ ਪਾਰਟੀਆਂ ਆਈਆਂ ਸਾਰੀਆਂ ਨੇ ਇਸੇ ਤਰੀਕੇ ਨਾਲ ਹੀ ਕਰਦੀਆਂ ਰਹੀਆਂ। ਜਿਹੜੀ ਇਸ ਵੇਲੇ ਡਿਬੇਟ ਚੱਲ ਰਹੀ CKNW ਤੇ, ਇਹ ਵੀ ਕਾਫੀ ਆਰਗੇਨਾਈਜ਼ ਚੱਲ ਰਹੀ ਹੈ, ਬੜੇ ਸ਼ਾਂਤਮਈ ਤਰੀਕੇ ਦੇ ਨਾਲ ਹੀ ਚੱਲ ਰਹੀ ਹੈ। ਸਿਮੀ ਸੈਰਾ ਨੇ ਪਹਿਲਾਂ ਸਮਝਾ ਵੀ ਦਿੱਤਾ ਸਭ ਨੂੰ ਕਿ ਕੀ ਰੂਲਸ ਨੇ। ਹੁਣ ਜਿਹੜੀ ਗੱਲਬਾਤ ਚੱਲ ਰਹੀ ਹੈ ਇਹਦੇ 'ਚ ਆ ਰਹੀ ਹੈ ਕਿ ਸਵਾਲ ਪੁੱਛਿਆ ਗਿਆ ਜੌਨ ਹੌਰਗਨ ਨੂੰ ਕਿ ਸਕੂਲ ਜਿਹੜੇ ਖੋਲ੍ਹੇ, ਰੀਸਟਾਰਟ ਕੀਤੀ ਸਕੂਲਸ ਨੂੰ ਖੋਲ੍ਹਣ ਦੀ ਇਸ ਪੈਂਡੈਮਿਕ ਦੇ ਦੌਰਾਨ, ਲੋਕ ਡਰੇ ਹੋਏ ਸੀ, ਪੇਰੈਂਟਸ ਡਰੇ ਹੋਏ ਸੀ ਕਿ ਕੀ ਜਿਹੜਾ ਸਕੂਲ ਖੋਲ੍ਹਣ ਨੂੰ ਲੈ ਕੇ ਤੁਹਾਡਾ ਇਹ ਫੈਸਲਾ ਸੀ ਕਿ ਇਹ ਹੋਰ ਜ਼ਿਆਦਾ ਬਿਹਤਰ ਨਹੀਂ ਸੀ ਹੋ ਸਕਦਾ, ਸਰਕਾਰ ਇਹ ਤੇ ਹੋਰ ਜ਼ਿਆਦਾ ਵਧੀਆ ਕੰਮ ਨਹੀਂ ਸੀ ਕਰ ਸਕਦੀ, ਤੁਸੀਂ ਬਹੁਤ ਜਲਦਬਾਜ਼ੀ ਨਹੀਂ ਕਰਤੀ ਸਕੂਲ ਖੋਲ੍ਹਣ 'ਚ, ਜਿਹੜੀ ਆਪਾਂ ਇਕਨੋਮੀ ਰਿਕਵਰੀ ਦੀ ਗੱਲ ਕਰਾਂ। ਸੋ ਇਹ ਸਵਾਲ ਜਿਹੜਾ ਸਿਮੀ ਸਾਰਾ ਵੱਲੋਂ ਪੁੱਛਿਆ ਗਿਆ, ਉਹਦਾ ਹੌਰਗਨ ਨੇ ਜਵਾਬ ਦਿੱਤਾ। ਉਹਨਾਂ ਨੇ ਕਿਹਾ ਕਿ ਯੈਸ, ਸਰਕਾਰ ਜਿਹੜੀ ਹੈ ਹੋਰ ਵਧੀਆ ਕਰ ਸਕਦੀ ਸੀ, ਅਸੀਂ ਹਮੇਸ਼ਾ ਵਧੀਆ ਕਰ ਹੀ ਸਕਦੇ ਹਾਂ। ਉਹਨਾਂ ਨੇ ਕਿਹਾ ਕਿ ਇਹਦੇ ਬਾਰੇ ਮੈਂ ਆਪਣੇ ਪਰਿਵਾਰ ਕੋਲੋਂ ਵੀ ਪੁੱਛਦਾ ਰਿਹਾ। ਉਹਨਾਂ ਨੇ ਆਪਣੇ ਪਰਿਵਾਰ ਦੀ ਇੱਕ ਐਗਜ਼ਾਮਪਲ ਵੀ ਦਿੱਤੀ। ਉਹਨਾਂ ਨੇ ਕਿਹਾ ਕਿ ਮੇਰੇ ਪਰਿਵਾਰ ਦੇ ਵਿੱਚ ਵੀ ਕੁਝ ਲੋਕ ਨੇ ਜਿਨ੍ਹਾਂ ਦੀ ਇਮਿਊਨਿਟੀ ਜਿਹੜੀ ਕੰਪਰੋਮਾਈਜ਼ਡ ਹੈ, ਔਰ ਉਹਨਾਂ ਦੇ ਨਾਲ ਵੀ ਗੱਲਬਾਤ ਚੱਲੀ। ਔਰ ਦੇਖੋ, ਇੱਕ ਬੜੀ ਵੱਡੀ ਚੀਜ਼ ਹੈ ਕਿ ਬੇਸ਼ੱਕ ਇਸ ਗੱਲ ਦਾ ਇਹ ਸਾਫ਼ ਤੌਰ 'ਤੇ ਇਹਨੂੰ ਅਸੈਪਟ ਕਰਨ ਜਾਂ ਨਾ ਕਰਨ, ਮੰਨਣ ਜਾਂ ਨਾ ਮੰਨਣ, ਪਰ NDP ਬਹੁਤ ਜਗ੍ਹਾ ਦੇ ਉੱਤੇ ਡਾਕਟਰ ਬੌਨੀ ਹੈਨਰੀ ਦੀ ਐਕਸਪਰਟੀਜ਼ ਦਾ ਸਹਾਰਾ ਲੈ ਰਹੀ ਹੈ। ਬਿਲਕੁਲ। ਡਾਕਟਰ ਬੌਨੀ ਹੈਨਰੀ ਜਿਹੜੇ ਨੇ ਉਹ ਫ੍ਰੀ ਹੈਂਡ ਦੇਣਾ ਵੀ ਬਹੁਤ ਵਧੀਆ ਗੱਲ। ਹਾਂ, ਉਹਨਾਂ ਦੀ ਜਿਹੜੀ ਐਕਸਪਰਟੀਜ਼ ਹੈ ਉਹਦਾ ਬਹੁਤ ਸਹਾਰਾ ਲੈ ਰਹੇ ਨੇ। ਕਹਿ ਰਹੇ ਨੇ ਕਿ ਉਹਨਾਂ ਦੀ ਜਿਹੜੀ ਸਲਾਹ ਸੀ ਉਹਦੇ ਉੱਤੇ ਚੱਲ ਕੇ ਇਹ ਜਿਹੜਾ ਪਲਾਨ ਹੈ ਉਹ ਲਿਆਂਦਾ ਗਿਆ, ਸਕੂਲ ਜਿਹੜੇ ਖੋਲ੍ਹੇ ਗਏ। ਬੇਸ਼ੱਕ ਉਹਦਾ ਕ੍ਰੈਡਿਟ ਉਸ ਤੋਂ ਬਾਅਦ NDP ਲੈਣ ਦੀ ਕੋਸ਼ਿਸ਼ ਕਰ ਰਹੀ ਹੈ, ਇੱਕ ਪਾਸੇ ਉਹਨਾਂ ਉੱਤੇ ਸੁੱਟ ਰਹੀ ਹੈ, ਦੂਜੇ ਪਾਸੇ ਲੈਣ ਦੀ ਕੋਸ਼ਿਸ਼ ਕਰ ਰਹੀ ਹੈ। ਬਿਲਕੁਲ ਇਸੇ ਤਰੀਕੇ ਨਾਲ ਜਿਹੜਾ ਸਵਾਲ ਉਸ ਤੋਂ ਬਾਅਦ ਹੁਣ ਕੀਤਾ ਗਿਆ ਐਂਡਰੂ ਵਿਲਕਿੰਸਨ ਵੱਲੋਂ ਵੀ ਕੀਤਾ ਗਿਆ ਕੌਨਫੀਡੈਂਸ ਆਫ ਸਪਲਾਈ ਐਗਰੀਮੈਂਟ ਨੂੰ ਲੈ ਕੇ, ਕਿ ਜੇ ਤੁਹਾਡਾ ਇਹਨਾਂ ਦੇ ਨਾਲ ਸਮਝੌਤਾ ਹੋਇਆ ਸੀ ਤੇ ਫਿਰ ਉਸ ਤੋਂ ਬਾਅਦ ਟੁੱਟਿਆ ਤੇ ਹੁਣ ਤੁਸੀਂ ਕੀ ਕਰੋਗੇ। ਸੋ ਉਹ ਕਹਿੰਦੇ ਕਿ ਅਸੀਂ ਤਾਂ ਬ੍ਰਿਟਿਸ਼ ਕੋਲੰਬੀਅਨਸ ਦੇ ਹੱਕ ਦੀ ਗੱਲ ਕਰਦੇ ਹਾਂ, ਅਸੀਂ ਤਾਂ ਉਹਨਾਂ ਦੇ ਹੱਕ ਦੇ ਵਿੱਚ ਜੋ ਗੱਲਬਾਤ ਹੋਊਗੀ ਉਹ ਕਰਾਂਗੇ। ਇਹਦੇ 'ਚ ਇੱਕ ਹੋਰ ਚੀਜ਼ ਜਿਹੜੀ ਦੇਖੋ, ਇਹ 'ਚ ਇੱਕ ਬਹੁਤ ਜ਼ਰੂਰੀ ਜਿਹੜਾ ਵਿਸ਼ਾ ਸਾਹਮਣੇ ਲਿਆਉਣਾ ਚਾਹੀਦਾ ਸੀ ਮਿਸਟਰ ਗਿੱਲ, ਜਿਹੜਾ ਕਿ ਇਸ ਪੂਰੇ ਪਲੇਟਫਾਰਮ ਦੇ ਵਿੱਚ, ਸਾਰੀਆਂ ਪਾਰਟੀਆਂ ਦੇ ਪਲੇਟਫਾਰਮ ਦੇ ਵਿੱਚ ਇਹਨਾਂ ਨੇ ਜ਼ਰੂਰ ਕਿਤੇ ਨਾ ਕਿਤੇ ਲਿਖਿਆ ਹੋਇਆ, ਪਰ ਇਹਨੂੰ ਮੁੱਦੇ ਨੂੰ ਉਭਾਰ ਕੇ ਪੇਸ਼ ਨਹੀਂ ਕੀਤਾ ਗਿਆ। ਜਿਹੜਾ ਸਿੱਧਾ ਸਾਊਥ ਏਸ਼ੀਅਨ ਕਮਿਊਨਿਟੀ ਨਾਲ ਜੁੜਿਆ ਸੀ ਉਹ ਸੀ ਜਿਹੜੀਆਂ ਓਵਰਡੋਜ਼ ਕਰਕੇ ਮੌਤਾਂ ਹੋ ਰਹੀਆਂ, ਓਪੀਓਇਡ ਕ੍ਰਾਈਸਿਸ ਆ, ਜਿਹੜਾ 2015 ਤੋਂ 2018 ਦੇ ਅੰਕੜੇ ਜਿਹੜੇ ਆਏ ਆ ਉਹਦੇ 'ਚ 255% ਵੱਧ ਮੌਤਾਂ ਸਾਊਥ ਏਸ਼ੀਅਨ ਬੰਦਿਆਂ ਦੀਆਂ ਹੋਈਆਂ। ਤਿੰਨ ਬੰਦੇ ਦਿਹਾੜੀ ਦੇ। ਦੇਖੋ, ਮਈ ਦੇ ਵਿੱਚ, ਜੂਨ ਦੇ ਵਿੱਚ, ਜੁਲਾਈ, ਅਗਸਤ, ਇਹਨਾਂ ਦੇ ਵਿੱਚ 200 ਐਵਰੇਜ, ਹਾਂ ਕਰੀਬਨ ਪੌਣੇ 200 ਦੀ ਐਵਰੇਜ ਕਰੀਬਨ ਗਈ ਹੈ। ਔਰ ਹੈਰਾਨਗੀ ਵਾਲੀ ਗੱਲ ਇਹ ਹੈ ਕਿ ਜਿੱਥੇ 4-4 ਬੰਦੇ ਹਰ ਰੋਜ਼ ਮਰ ਰਹੇ ਹੋਣ, ਸੂਬੇ ਦੇ ਲੀਡਰ ਕੁਛ ਨਾ ਕਰ ਰਹੇ ਹੋਣ, ਲੋਕਾਂ ਨੂੰ ਇਸ ਗੱਲ ਦੀ ਇਨਫੋਰਮੇਸ਼ਨ ਜਾ ਕੇ ਮਹੀਨੇ ਬਾਅਦ ਪਤਾ ਲੱਗਦੀ ਹੈ, ਖਬਰ ਸਿਰਫ 2 ਦਿਨ ਚੱਲਦੀ ਹੈ, ਲੋਕ ਉਸੇ ਤਰ੍ਹਾਂ ਕੰਮ ਕਰ ਰਹੇ ਆ, ਉਹਦੇ ਬਾਅਦ ਦੱਬੀ ਜਾਂਦੀ ਹੈ। ਦੇਖੋ, ਇਹਦੇ 'ਚ ਗੱਲ ਕੀ ਹੈ, ਗੱਲ ਕੀਤੀ ਜਾਂਦੀ ਕਿ ਸਾਊਥ ਏਸ਼ੀਅਨ ਮੈਨ, ਫਿਰ ਕਿਹਾ ਜਾਂਦਾ ਦੀ ਸਟਿਗਮਾ ਹੈ, ਲੋਕ ਗੱਲ ਨਹੀਂ ਕਰਦੇ, ਇਹਨੂੰ ਕਲੰਕ ਸਮਝਦੇ ਆ, ਲੋਕ ਛੱਡਣਾ ਚਾਹੁੰਦੇ। ਮੈਂ ਖੁਦ ਲੋਕਾਂ ਨੂੰ ਮਿਲ ਕੇ ਆਇਆ, ਵੱਡੇ ਮਹਿਲਾਂ 'ਚ ਲੋਕ ਰਹਿ ਰਹੇ ਆ, ਉਹ ਛੱਡਣਾ ਚਾਹੁੰਦੇ ਆ, ਉਹ ਕਹਿੰਦੇ ਕਿ ਅਸੀਂ ਐਡਿਕਟ ਬਣ ਚੁੱਕੇ ਹਾਂ, ਸਾਨੂੰ ਛਡਾਓ, ਪਰ ਸਾਨੂੰ ਉਹ ਸੇਵਾਵਾਂ ਜਿਹੜੀਆਂ ਉਸ ਤਰੀਕੇ ਨਾਲ ਨਹੀਂ ਮਿਲ ਰਹੀਆਂ। ਗਿੱਲ ਸਾਹਿਬ, ਇਹਦੇ ਤੇ ਕੰਮ ਕਰਨ ਦੀ ਬਹੁਤ ਜ਼ਰੂਰਤ ਹੈ। ਅਸੀਂ ਇੱਕ ਪਾਸੇ ਕਹਿ ਰਹੇ ਸੀ ਕਿ ਇਸ ਮੁਲਕ ਦੇ ਵਿੱਚ ਆ ਕੇ ਅਸੀਂ ਆਪਣੇ ਲੋਕਾਂ ਨੂੰ ਤਰੱਕੀ ਵਾਲੇ ਪਾਸੇ ਲੈ ਕੇ ਜਾਣਾ ਚਾਹੁੰਦੇ ਹਾਂ, ਅਸੀਂ ਵਧੀਆ ਇੱਥੇ ਕਾਹਦੇ ਲਿਆਉਂਦੇ ਹਾਂ, ਸਾਫ਼ ਹਵਾ ਪਾਣੀ ਕਾਹਦੇ ਲਿਆਉਂਦੇ ਹਾਂ, ਵਧੀਆ ਐਜੂਕੇਸ਼ਨ ਕਾਹਦੇ ਲਿਆਉਂਦੇ ਹਾਂ, ਸਿਵਲ ਸਿਕਿਉਰਿਟੀ, ਸੋਸ਼ਲ ਸਿਕਿਉਰਿਟੀ। ਪਰ ਜੇ ਐਟ ਦ ਐਂਡ ਆਫ ਦਾ ਡੇ ਕਿਸੇ ਦੇ ਪਰਿਵਾਰਕ ਮੈਂਬਰ 23 ਸਾਲ ਦੇ ਮੁੰਡੇ, 24 ਸਾਲ ਦੇ ਮੁੰਡੇ, 12 ਸਾਲ ਦੇ ਬੱਚੇ ਵੀ ਡਰੱਗ ਐਡਿਕਟ ਬਣੇ ਹੋਏ ਆ, ਕੁੜੀਆਂ ਜਿਹੜੀਆਂ
ਇਕੱਲੇ ਮੁੰਡੇ ਨਹੀਂ, ਕੁੜੀਆਂ, ਔਰਤਾਂ, ਇਹਨਾਂ ਦੇ ਵਿੱਚ ਵੀ ਕਿਤੇ ਨਾ ਕਿਤੇ ਐਡਿਕਸ਼ਨ ਜਿਹੜੀ ਆ ਉਹ ਫਸੀ ਹੋਈ ਹੈ। ਇਹ ਜਿਹੜੇ ਕੇਸਿਸ ਨੇ ਔਨ ਰੈਕਰਡ ਨੇ, ਤੁਸੀਂ ਜਾ ਕੇ ਫਰੇਜ਼ਰ ਹੈਲਥ ਦੀ ਵੈਬਸਾਈਟ ਤੇ ਜਾ ਕੇ ਦੇਖੋ। ਇਹ BC ਕਾਰਨਰ ਦੀ ਰਿਪੋਰਟ ਆਈ ਹੈ, ਟੌਕਸਿਸਿਟੀ ਡੈਥ ਜਿਹੜੀ ਕਿ ਇਲਿਸਿਟ ਡਰੱਗਸ ਦੇ ਕਾਰਨ ਹੋਈ ਹੈ। ਬੜੀ ਸ਼ਰਮਨਾਕ ਗੱਲ ਹੈ, ਮੈਂ ਕਹੂੰਗਾ ਜੌਨ ਹੌਰਗਨ ਵਾਸਤੇ ਵੀ ਔਰ ਇਹਨਾਂ ਦੇ ਟੀਮ ਦੇ ਵਾਸਤੇ ਵੀ। ਇਹਨਾਂ ਦਾ ਇਹ ਕਹਿਣਾ ਕਿ ਪੈਂਡੈਮਿਕ ਦੇ ਵਿੱਚ ਇਹ ਜ਼ਿਆਦਾ ਮੌਤਾਂ ਵਧੀਆਂ ਨੇ ਔਰ ਇਹਦਾ ਕਾਰਨ ਇਹ ਹੈ ਕਿ ਬਾਰਡਰ ਤੋਂ ਜਿਹੜੀ ਡਰੱਗਸ ਆਉਂਦੀ ਸੀ ਉਹਦੀ ਸਪਲਾਈ ਬੰਦ ਹੋ ਗਈ। ਤਾਂ ਕੀ ਮਤਲਬ, ਡਰੱਗਸ ਜਿਹੜੀ ਆ ਰਹੀ ਸੀ ਤੁਸੀਂ ਉਹਨੂੰ ਰੋਕ ਨਹੀਂ ਸਕੇ। ਜੇ ਉਹ ਸਪਲਾਈ ਹੁੰਦੀ ਸੀ ਤਾਂ ਮਤਲਬ ਸਰਕਾਰ ਜਿਹੜੀ ਹੈ ਉਹ ਜਾਣਬੁੱਝ ਕੇ ਸਪਲਾਈ ਕਰਾਉਂਦੀ ਸੀ। ਔਰ ਦੂਜੇ ਪਾਸੇ ਇਹ ਡਰੱਗਸ ਦੀ ਸਪਲਾਈ ਹੋਣੀ ਹੀ ਸਾਡੀ ਸਭ ਤੋਂ ਵੱਡਾ ਫੇਲਿਅਰ ਹੈ। ਬੇਸ਼ੱਕ ਉਹ NDP ਹੈ, ਬੇਸ਼ੱਕ ਉਹ ਲਿਬਰਲ ਹੈ, ਜੇ ਅੱਜ ਤੱਕ ਡਰੱਗਸ ਦੀ ਸਪਲਾਈ ਹੋ ਰਹੀ ਹੈ, ਇਹ ਡਰੱਗ ਦੀ ਸਪਲਾਈ ਕਰਕੇ ਇਕੱਲੇ ਓਵਰਡੋਜ਼ ਕਰਕੇ ਲੋਕ ਨਹੀਂ ਮਰ ਰਹੇ। ਸਾਡੇ ਉਹ ਛੋਟੇ ਛੋਟੇ ਬੱਚੇ, ਮੈਨੂੰ ਅਜੇ ਤੱਕ ਯਾਦ ਹੈ ਜਸਕਰਨ ਝੂਠੀ ਦੀ ਮੌਤ ਉਹਦੀ ਅਜੇ ਤੱਕ ਪਤਾ ਨਹੀਂ ਲੱਗ ਸਕਿਆ। ਜਸਕਰਨ ਭੰਦਲ ਮੁੰਡਾ, ਉਹ ਮਾਰ ਦਿੱਤੇ ਗਏ। ਇੱਥੇ ਭੰਗੜੇ ਦਾ ਇੱਕ ਸੀਗਾ ਜਿਹੜਾ ਇੰਸਟ੍ਰਕਟਰ, ਉਹ ਸ਼ਰੇਆਮ ਮਾਰ ਦਿੱਤਾ ਗਿਆ। ਕਿੰਨੇ ਹੀ ਇਸ ਤਰ੍ਹਾਂ ਦੇ ਕੇਸ ਹੈ, ਮਿਸਟੇਕਨ ਆਇਡੈਂਟੀਟੀ ਦੇ ਕਿੰਨੇ ਕੇਸ ਹੈ ਜਿਹਦੇ ਚ ਮੁੰਡਿਆਂ ਨੂੰ ਸ਼ਰੇਆਮ ਮਾਰਿਆ ਗਿਆ, ਅੱਗੇ ਜਾ ਕੇ ਕਾਰਾਂ ਸਾੜੀਆਂ ਗਈਆਂ। ਇੱਕ ਸ਼ਹਿਰ ਚ ਮਾਰ ਕੇ ਤੀਸਰੇ ਸ਼ਹਿਰ ਚ ਕਾਰ ਸਾੜੀ ਜਾਂਦੀ ਹੈ। ਇਸੇ ਤਰ੍ਹਾਂ ਹੀ ਹੁੰਦਾ, ਇਸੇ ਬਿਲਕੁਲ ਮੋਡਸ ਆਪਰੈਂਡੀ ਸੇਮ ਹੈ। ਮੈਨੂੰ ਸਮਝ ਨਹੀਂ ਆਉਂਦੀ ਕਿ ਅਸੀਂ ਗੱਲਾਂ ਕਰਦੇ ਹਾਂ, ਅਸੀਂ ਡਿਵੈਲਪ ਕੰਟਰੀ ਦੇ ਵਿੱਚ ਆ, ਇਹਨਾਂ ਦੇ ਕੋਲ ਲਾਅ ਐਂਡ ਆਰਡਰ ਨੂੰ ਸਾਂਭਣ ਵਾਸਤੇ ਕੁਝ ਨਹੀਂ, ਉਹਦੇ ਬਾਰੇ ਗੱਲ ਨਹੀਂ ਕੀਤੀ ਜਾ ਰਹੀ। ਗਿੱਲ ਸਾਹਿਬ, ਜਿਹੜੇ ਅਸਲੀ ਮੁੱਦੇ ਸੀ ਉਹ ਕਿਤੇ ਨਾ ਕਿਤੇ ਇਹਨਾਂ ਦੇ ਰੌਲੇ ਦੇ ਵਿੱਚ ਉਹ ਦਬ ਗਏ, ਰੋਲ ਰਹੇ ਨੇ ਹਾਲੇ। ਅਸੀਂ ਚਾਹਾਂਗੇ ਕਿ ਜੇ ਕੋਈ ਸਾਡਾ ਲਿਸਨਰ ਵੀ ਕਿਸੇ ਰੀਅਲ ਮੁੱਦੇ ਦੇ ਬਾਰੇ ਗੱਲਬਾਤ ਕਰਨਾ ਚਾਹੁੰਦਾ, ਮੋਸਟ ਵੈਲਕਮ ਹੈ। ਗਿੱਲ ਸਾਹਿਬ, ਆਪਣਾ ਨੰਬਰ ਇੱਕ ਵਾਰੀ ਰਿਪੀਟ ਕਰ ਦਿਓ ਜੀ। 604-204-0600 604-204-0600 ਤੇ ਤੁਸੀਂ ਗੱਲਬਾਤ ਕਰ ਸਕਦੇ ਹੋ। 604-204-0600 ਤੇ ਤੁਹਾਡੇ ਨਾਲ ਗੱਲਬਾਤ ਹੋ ਸਕਦੀ ਹੈ। ਪਰਮਿੰਦਰ ਥਿੰਦ ਥਿੰਕ ਇੰਸ਼ੋਰੈਂਸ ਤੋਂ ਪ੍ਰੋਗਰਾਮ ਦੇ ਸਪਾਂਸਰ ਨੇ। 604-828-7213 ਅਲਬਰਟਾ ਤੇ BC ਸੇਵਾਵਾਂ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਮੌਰਗੇਜ, ਸੁਪਰ ਵੀਜ਼ਾ ਤੇ ਡਿਸੇਬਿਲਿਟੀ ਦੀ ਇੰਸ਼ੋਰੈਂਸ। 6048287213 ਪਰਮਿੰਦਰ ਸਿੰਘ ਥਿੰਦ। ਤੇ ਪ੍ਰੋਗਰਾਮ ਦੇ ਸਪਾਂਸਰ ਹਨ ਟਾਈਲ ਮਾਰਟ ਵਾਲੇ। 604-427-8453। ਤੁਸੀਂ ਕਿਸੇ ਵੀ ਕਿਸਮ ਦੀਆਂ ਦਾ ਘਰ, ਟਾਊਨ ਹਾਊਸ, ਕੋਂਡੋ ਬਣਾ ਰਹੇ ਹੋ, ਟਾਈਲਾਂ ਚਾਹੀਦੀਆਂ, 4 ਲੋਕੇਸ਼ਨਾਂ ਟਾਈਲ ਮਾਰਟ ਦੀਆਂ 6245-202 ਸਟਰੀਟ ਲੈਂਗਲੀ, 129-90-80 ਐਵਨਿਊ ਯੂਨਿਟ ਨੰਬਰ 5, 34-252 ਮਾਰਸ਼ਲ ਰੋਡ ਨੰਬਰ 3 ਐਬਸਫੋਰਡ, 3999 ਸਟਰੀਟ ਨਾਰਥ ਵੈਸਟ ਯੂਨਿਟ 100, 604-427-8453। ASAP ਕੰਟੇਨਰ ਵਾਲੇ ਕੰਟੇਨਰ ਦੇ ਸੋਲਿਊਸ਼ਨ ਤੁਹਾਡੇ ਤੱਕ ਲੈ ਕੇ ਆਉਂਦੇ ਨੇ। ਅਰਸ਼ ਢਿੱਲੋਂ 778-252-5563, 778-896-2478। ਹਰਜੀਤ ਸਿੰਘ ਸਿੱਧੂ। ਕੰਟੇਨਰ ਜਦ ਉਤਰ ਗਿਆ ਤਾਂ ਉਹਨੂੰ ਤੁਹਾਡੇ ਘਰ ਤੱਕ ਪਹੁੰਚਣ ਲਈ, ਕ੍ਰਾਸ ਡੌਕਿੰਗ ਲਈ, ਦੂਜੇ ਸੂਬੇ ਤੱਕ ਪਹੁੰਚਣ ਲਈ ਸਾਰੀਆਂ ਸੇਵਾਵਾਂ ਇੱਕ ਜਗ੍ਹਾ ਤੇ। ਉਹਨਾਂ ਨੂੰ ਵਰਕਰ ਵੀ ਚਾਹੀਦੇ ਆ। ASAP ਕੰਟੇਨਰ ਸਰਵਿਸ, ਅਰਸ਼ ਢਿੱਲੋਂ ਤੇ ਹਰਜੀਤ ਸਿੱਧੂ ਜੀ। 778-896-2478। ਡੇ ਟੂ ਡੇ ਹੋਲਸੇਲ ਕੈਸ਼ ਐਂਡ ਕੈਰੀ, ਗੁਰੂ ਜੀ ਵਾਲੇ ਜਿਹੜੇ ਪ੍ਰੋਡਕਟ ਸੀ ਲੈ ਕੇ ਆ ਰਹੇ ਜਲੰਧਰੋਂ, ਉਹਨਾਂ ਨੇ ਡੇ ਟੂ ਡੇ ਹੋਲਸੇਲ ਕੈਸ਼ ਐਂਡ ਕੈਰੀ ਖੋਲ੍ਹੀ ਆ 78 ਤੇ 128 ਤੇ ਐਨਵਲ ਵੇ ਤੇ 128। ਉਹਦੇ ਬਿਲਕੁਲ ਸਾਹਮਣੇ ਬਹੁਤ ਵੱਡਾ ਸਟੋਰ ਹੈ, ਸਾਹਮਣੇ ਉਹਨਾਂ ਦਾ ਵੇਅਰ ਹਾਊਸ ਹੈ। ਸਮਾਨ ਕਦੇ ਘਟਦਾ ਨਹੀਂ, ਵੱਡੀ ਪੈਕਿੰਗ ਹੈ ਤੇ ਕੀਮਤਾਂ ਬਹੁਤ ਵਾਜਬ ਨੇ। ਫਰੈਸ਼ ਤਾਜ਼ਾ ਜਿਹੜੀਆਂ ਸਬਜ਼ੀਆਂ, ਤਾਜ਼ਾ ਫਲ। 604-503-8787 ਘਰ ਦਾ ਸਾਰਾ ਸਮਾਨ ਤੁਸੀਂ ਉਹਨਾਂ ਤੋਂ ਖਰੀਦ ਸਕਦੇ ਹੋ। ਵਪਾਰਕ ਸੰਦੇਸ਼ਾਂ ਤੋਂ ਬਾਅਦ ਆ ਕੇ ਕਾਲਸ ਤੁਹਾਡੀਆਂ ਲੈਣੇ ਆ ਜੀ। 604-204-0600 ਤੇ 11 ਵਜੇ ਨਿੰਮੀ ਡੌਲਾ ਜੀ ਆਪਣਾ ਸ਼ੋਅ ਸ਼ੁਰੂ ਕਰਨਗੇ ਤੇ ਮੈਂ ਤੇ ਸਮੀਰ ਕੌਸ਼ਲ ਜੀ ਉਹਨਾਂ ਦੇ ਨਾਲ ਰਵਾਂਗੇ ਅੱਧਾ ਘੰਟਾ ਇਸ ਵਿਸ਼ੇ ਤੇ ਹੋਰ ਗੱਲਬਾਤ ਕਰਨ ਲਈ ਕਿ ਡਿਬੇਟ ਦੇ ਵਿੱਚ ਕੀ ਹੋਇਆ ਤੇ ਅਸੀਂ ਮੋਨੀਟਰ ਕਰ ਰਹੇ ਹਾਂ। ਬਹਿਸ ਦੇ ਬਾਰੇ ਸਾਡੀ ਬਹਿਸ ਤਿੰਨੇ ਜਣੇ ਅਸੀਂ ਰਲ ਕੇ 11 ਵਜੇ ਤੋਂ ਬਾਅਦ ਫਿਰ 12 ਵਜੇ ਤੱਕ ਨਿੰਮੀ ਡੌਲਾ ਜੀ ਦੇ ਸ਼ੋਅ ਦੇ ਵਿੱਚ ਸਮੀਰ ਕੌਸ਼ਲ ਜੀ ਤੇ ਮੈਂ ਤੁਹਾਡੀ ਸੇਵਾ 'ਚ ਹਾਜ਼ਰ ਰਹਾਂਗੇ। 1 ਘੰਟਾ ਹੋਰ ਇਸ ਵਿਸ਼ਿਆਂ ਤੇ। ਅਸਲ ਮੁੱਦੇ ਬਹੁਤ ਨੇ, ਅਸੀਂ ਮੁੱਦਿਆਂ ਤੋਂ ਭਟਕ ਗਏ, ਗੱਲਾਂ ਹੋਰ ਹੋ ਰਹੀਆਂ ਨੇ। ਕੌਸ਼ਲ ਸਾਹਿਬ ਕੀ ਕਹਿਣਾ ਚਾਹੁੰਦੇ ਹੋ? ਦੇਖੋ, ਮੈਂ ਸਭ ਤੋਂ ਪਹਿਲਾਂ ਜਿਹੜੇ ਸਾਡੇ ਲਿਸਨਰ ਇਸ ਵੇਲੇ ਇਸ ਸ਼ੇਰੇ ਪੰਜਾਬ ਨੂੰ ਪੂਰੇ BC ਦੇ ਵਿੱਚ ਜਿੱਥੇ ਜਿੱਥੇ ਵੀ ਸੁਣ ਰਹੇ ਨੇ ਉਹਨਾਂ ਦਾ ਧੰਨਵਾਦ ਕਰਦਾ। ਸਾਡੇ ਫੇਸਬੁੱਕ ਪੇਜ ਦੇ ਉੱਤੇ ਵੀ ਅਸੀਂ ਇਹਦਾ ਨਾਲ ਦੇ ਨਾਲ ਪ੍ਰਸਾਰਣ ਜਿਹੜਾ ਕਈ ਤਰੀਕਿਆਂ ਦੇ ਨਾਲ ਕਰ ਰਹੇ ਹਾਂ ਸੋਸ਼ਲ ਮੀਡੀਆ ਪੇਜ ਤੇ। ਔਰ ਗਿੱਲ ਸਾਹਿਬ ਦੇਖੋ, ਇੱਕ ਚੀਜ਼ ਬਹੁਤ ਜ਼ਰੂਰੀ ਹੈ ਕਿ ਸ਼ੇਰੇ ਪੰਜਾਬ AM 600 ਜਿਹੜਾ ਰੇਡੀਓ ਸਟੇਸ਼ਨ ਹੈ, ਇਹ ਕਮਿਊਨਿਟੀ ਦੇ ਵਾਸਤੇ ਜਿਹੜਾ ਆਪਣਾ ਫਰਜ਼ ਆ ਉਹ ਨਿਭਾ ਰਿਹਾ। ਪੂਰੀ ਟੀਮ ਜਿਹੜੀ ਇਸ
ਵੇਲੇ ਬਿਲਕੁਲ। ਉਹ ਇਸ ਡਿਬੇਟ ਦੇ ਵੱਲ ਅੱਖਾਂ ਕੱਢ ਕੇ ਬੈਠੀ ਹੈ। ਛੇ ਅਸੀਂ ਜਣੇ ਦੇਖ ਰਹੇ ਲੱਗੇ ਹੋਏ ਨੇ। ਹਾਂ ਇਸ ਵੇਲੇ ਸਰਮੀਤ ਸਿੰਘ ਆਪਣਾ ਕੰਮ ਕਰ ਰਿਹਾ, ਮਨਿੰਦਰ ਸਿੰਘ ਆਪਣਾ ਪੂਰਾ ਟੈਕਨੀਕਲ ਇਸ ਐਸਪੈਕਟ ਨੂੰ ਦੇਖ ਰਹੇ ਆ, ਉਹਨਾਂ ਨਾਲ ਤਨਵੀਰ ਹੈ, ਨਿੰਮੀ ਦੌਲਾ ਜੀ ਸਾਡੇ ਕੋਲ ਭੱਜ ਕੇ ਆ ਰਹੇ ਆ, ਰਿਚਾ ਇਨਫੋਰਮੇਸ਼ਨ ਸ਼ਰਮਾ ਲੈ ਜੀ ਕੇ ਆ ਰਹੇ ਨੇ। ਰਿਚਾ ਸ਼ਰਮਾ ਆਪਰੇਸ਼ਨਲ ਸਾਰਾ ਦੇਖ ਰਹੇ ਆ। ਅਸੀਂ ਲੋਕਾਂ ਦੇ ਨਾਲ ਇਸ ਵੇਲੇ ਗੱਲਬਾਤ ਕਰ ਰਹੇ ਹਾਂ ਔਰ ਬਿਲਕੁਲ ਇਹੀ ਲੋਕਾਂ ਦੇ ਨਾਲ ਜਿਹੜੀ ਗੱਲਬਾਤ ਹੈ, ਲੋਕਾਂ ਦੇ ਸਵਾਲਾਂ ਦੇ ਜਵਾਬ ਹੈ, ਉਹ ਇਸ ਵੇਲੇ ਸਿਮੀ ਸਹਿਰਾ ਜਿਹੜੇ ਨੇ ਉਹ 980 CKNW ਤੋਂ ਪੁੱਛ ਰਹੇ ਨੇ। ਲੋਕ ਜਿਹੜੇ ਨੇ ਆਪਣੇ ਸਵਾਲ ਉਹਨਾਂ ਨੂੰ ਭੇਜ ਰਹੇ ਨੇ ਈਮੇਲ ਦੇ ਜ਼ਰੀਏ ਔਰ ਸਿਮੀ ਸਹਿਰਾ ਉਹ ਪੜ੍ਹ ਕੇ ਉਹਨਾਂ ਦੇ ਜਵਾਬ ਜਿਹੜੇ ਮੰਗ ਰਹੇ ਨੇ। ਇਹਦੇ 'ਚ ਕਈ ਚੀਜ਼ਾਂ ਪੁੱਛੀਆਂ ਜਾ ਰਹੀਆਂ। ਇਹਦੇ 'ਚ ਸਭ ਤੋਂ ਮੇਜਰ ਜਿਹੜੀਆਂ ਚੀਜ਼ਾਂ ਇਸ ਵੇਲੇ ਪੁੱਛੀਆਂ ਜਾ ਰਹੀਆਂ ਉਹ ਇਹ ਪੁੱਛੀ ਜਾ ਰਹੀ ਹੈ ਕਿ ਐਂਡਰੂ ਵਿਲਕਿੰਸਨ ਨੇ ਹੌਰਗਨ ਤੋਂ ਇੱਕ ਸਵਾਲ ਪੁੱਛਿਆ ਗਿੱਲ ਸਾਹਿਬ ਕਿ ਤੁਸੀਂ 23 ਨਵੇਂ ਟੈਕਸ ਲਗਾ ਦਿੱਤੇ ਜਾਂ ਵਾਧਾ ਕਰ ਦਿੱਤਾ, ਤੁਸੀਂ ਰੋਡ ਟੈਕਸ ਨਵਾਂ ਲਗਾਉਣ ਜਾ ਰਹੇ ਹੋ, ਇਹਦੇ ਬਾਰੇ ਕੀ ਕਹਿਣਾ? ਉਹ ਕਹਿੰਦੇ ਕੋਈ ਅਸੀਂ ਰੋਡ ਟੈਕਸ ਨਹੀਂ ਲਗਾ ਰਹੇ, ਕਹਿੰਦੇ ਅਸੀਂ ਤਾਂ ਸਗੋਂ ਟੋਲ ਟੈਕਸ ਚੱਕੇ ਹੈ। ਉਹ ਕਹਿੰਦੇ ਤੁਹਾਡੀ ਪਾਰਟੀ ਜਿਹੜੀ ਹੈ ਇਹ ਤਾਂ ਪਲਾਨ ਕਰ ਰਹੀ ਹੈ ਕਿ ਅੱਗੇ ਜੇ ਜਾ ਕੇ ਕੋਈ ਨਵਾਂ ਪੁਲ ਵੀ ਬਣਾਏਗੀ, ਕੋਈ ਚੀਜ਼ ਕਰੇਗੀ, ਉੱਥੇ ਵੀ ਟੈਕਸ ਲਗਾਏਗੀ, ਤੇ ਅਸੀਂ ਤਾਂ ਟੈਕਸ ਚੱਕੇ ਹੈ, ਅਸੀਂ ਕੋਈ ਟੈਕਸ ਲਗਾਏ ਨਹੀਂ। ਮੈਂ ਹੈਰਾਨ ਇਸ ਚੀਜ਼ ਤੇ ਹਾਂ ਕਿ ਆਟਾ ਦਾਲ ਦੀ ਸਕੀਮ ਸ਼ੁਰੂ ਕੀਤੀ ਗਈ ਸੀ ਪੰਜਾਬ ਦੇ ਵਿੱਚ, ਜਿਹਨੂੰ ਲੈ ਕੇ ਲੋਕਾਂ ਨੇ ਪੋਲਰਾਈਜੇਸ਼ਨ ਹੋ ਗਈ ਸੀ। ਹਲੇ ਵੀ ਵੋਟਾਂ ਪੈ ਰਹੀਆਂ, ਵੋਟਾਂ ਅਜੇ ਤੱਕ ਪੈ ਰਹੀਆਂ। ਅਜੇ ਵੀ ਲੋਕ ਇਹ ਸਮਝਦੇ ਆ ਕਿ ਜਿਹੜਾ ਸਾਨੂੰ ਕੁਝ ਦੇ ਜਾਏਗਾ। ਮੈਂ ਹੈਰਾਨ ਇਸ ਚੀਜ਼ ਤੇ ਹਾਂ ਕਿ ਅੱਜ ਜੇ ਗੱਲ ਕੀਤੀ ਜਾਂਦੀ ਹੈ ਕਿ $1000 ਲੋਕਾਂ ਦੇ ਖਾਤਿਆਂ 'ਚ ਪਾ ਦਿੱਤਾ ਜਾਏਗਾ, ਇਹ ਕਿਸ ਕਿਸਮ ਦੇ ਨਾਲ ਰਿਸ਼ਵਤ ਨਹੀਂ ਹੈ? ਵੋਟ ਦਾ ਹੱਕ, ਵੋਟ ਦਾ ਪ੍ਰਾਈਜ਼, ਇਹਨੂੰ ਕਿਉਂ ਨਹੀਂ ਮੰਨਿਆ ਜਾ ਸਕਦਾ? ਜਦੋਂ ਸਾਡੇ ਲੀਡਰ ਇਹ ਕਹਿੰਦੇ ਆ ਕਿ ਤੁਹਾਡੇ ਖਾਤਿਆਂ 'ਚ ਜੇ ਸਾਡੀ ਸਰਕਾਰ ਬਣ ਜਾਂਦੀ ਹੈ ਤੁਹਾਡੇ ਖਾਤਿਆਂ 'ਚ ਇੰਨਾ ਪੈਸਾ ਪੈ ਜਾਊਗਾ, ਕੀ ਅਸੀਂ ਦੂਜੇ ਤਰੀਕੇ ਨਾਲ ਸਿੱਧੇ ਜਾਂ ਸਿੱਧੇ ਤਰੀਕੇ ਨਾਲ ਅਸੀਂ ਵੋਟ ਨਹੀਂ ਆਪਣੀ ਵੇਚ ਰਹੇ? ਕੀ ਅਸੀਂ ਇਹ ਕਿਉਂ ਨਹੀਂ ਪੁੱਛਦੇ ਕਿ ਤੁਸੀਂ ਸਾਨੂੰ ਕਿਉਂ ਇਹ ਲਾਲਚ ਦਿੰਦੇ ਹੋ ਕਿ ਤੁਸੀਂ ਸਾਡੇ ਖਾਤਿਆਂ 'ਚ ਇਹ ਪੈਸਾ ਪਾਓਗੇ ਜਾਂ ਇਹ ਬੈਨੀਫਿਟ ਪਾਓਗੇ? ਬੈਨੀਫਿਟ ਜਿਹੜਾ ਉੱਥੇ ਹੋਣਾ ਚਾਹੀਦਾ ਜਿੱਥੇ ਜਿਸ ਤਬਕੇ ਨੂੰ, ਜਿਸ ਥਾਂ ਨੂੰ ਜ਼ਰੂਰਤ ਹੈ। ਜਿਹੜੀਆਂ ਸਾਡੀਆਂ ਕਮਿਊਨਿਟੀਜ਼ ਫਲੱਡਿੰਗ ਤੋਂ ਪ੍ਰਭਾਵਿਤ ਨੇ, ਜਿਹੜੀਆਂ ਕਮਿਊਨਿਟੀਜ਼ ਵਾਈਲਡ ਫਾਇਰ ਤੋਂ ਪ੍ਰਭਾਵਿਤ ਨੇ, ਉੱਥੇ ਜਿਹੜੇ ਕੰਮ ਕਰਨ ਦੀ ਲੋੜ ਹੈ ਉੱਥੇ ਜਾ ਕੇ ਉਹ ਕੰਮ ਕਰਨਾ ਚਾਹੀਦਾ। ਸਾਡੇ ਉਹ ਤਬਕੇ ਜਿਹੜੇ ਫਾਇਰ ਤੋਂ ਪ੍ਰਭਾਵਿਤ ਨੇ, ਉੱਥੇ ਜਿਹੜੇ ਕੰਮ ਕਰਨ ਦੀ ਲੋੜ ਹੈ ਉੱਥੇ ਜਾ ਕੇ ਉਹ ਕੰਮ ਕਰਨਾ ਚਾਹੀਦਾ। ਸਾਡੇ ਉਹ ਤਬਕੇ ਜਿਹੜੇ ਗਰੀਬ ਗੁਰਬਤ ਵਾਲੇ ਤਬਕੇ ਨੇ, ਹੋਮਲੈਸ ਲੋਕ ਨੇ, ਅਸੀਂ ਜਾਣਦੇ ਹਾਂ ਹੇਸਟਿੰਗ ਦੇ ਉੱਤੇ ਅੱਜ ਹੁਣ ਗਰੀਬ ਗੁਰਬਤ ਵਾਲੇ ਤਬਕੇ ਨੇ, ਹੋਮਲੈਸ ਲੋਕ ਨੇ, ਅਸੀਂ ਜਾਣਦੇ ਹਾਂ ਹੇਸਟਿੰਗ ਦੇ ਉੱਤੇ ਅੱਜ ਹੁਣ ਡੈਮੋਨਸਟ੍ਰੇਟ ਕਰ ਰਹੇ ਜੀ ਉਹ ਹੇਸਟਿੰਗ ਤੇ ਮੇਨ ਤੇ ਉਹਨਾਂ ਨੇ ਟੈਂਟ ਵਿੱਚ ਇੰਟਰਸੈਕਸ਼ਨ ਦੇ ਲਾਤੇ ਆ ਕੇ। ਉਹ ਕਹਿੰਦੇ ਸਾਡੇ ਸਿਰ ਤੇ ਛੱਤ। ਕੱਲ ਆਪਾਂ ਇਸ਼ੂ ਆਪਣੇ ਪ੍ਰੋਗਰਾਮ 'ਚ ਕੀਤਾ ਸੀ 1 ਘੰਟਾ। ਮੈਂ ਕਿਹਾ ਇਹਨਾਂ ਵੱਲ ਟੋਟਲ 7000 ਬੰਦਾ ਤੇ ਅਸੀਂ 5 ਮਿਲੀਅਨ BC ਦੇ ਲੋਕ ਆ, 7000 ਬੰਦੇ ਨੂੰ ਅਸੀਂ ਸਿਰ ਦੀ ਛੱਤ ਨਹੀਂ ਦੇ ਸਕਦੇ। ਔਰ ਉਸ ਤੋਂ ਵੱਡੀ ਗੱਲ ਦੇਖੋ, ਸੀ ਇਹ ਤਾਂ ਅਸੀਂ ਗੱਲ ਕਰ ਰਹੇ ਹਾਂ ਹੋਮਲੈਸਨੈਸ ਦੀ। ਅਸੀਂ ਜੇ ਹੁਣ ਗੱਲ ਕਰੀਏ ਰੰਗ ਭੇਦਭਾਵ ਦੀ, ਅਸੀਂ ਗੱਲ ਕਰੀਏ ਨਸਲਵਾਦ ਦੀ, ਅਸੀਂ ਅੱਜ ਤੱਕ ਇੱਥੇ ਬੇਸ਼ੱਕ ਅਸੀਂ ਜਿੰਨਾ ਮਰਜ਼ੀ ਅਸੀਂ ਆਪਣੇ ਆਪ ਨੂੰ ਕਹਿੰਦੇ ਆ, ਸਾਡੇ ਪ੍ਰਧਾਨ ਮੰਤਰੀ ਤੱਕ ਨੇ ਗੱਲ ਕਰਤੀ ਕਿ ਸਿਸਟੈਮਿਕ ਰੇਸਿਜ਼ਮ ਹੈ। ਮੇਰੇ ਖਿਆਲ ਨਾਲ ਖਬਰਾਂ ਦਾ ਸਮਾਂ ਹੋ ਗਿਆ, ਨਿੰਮੀ ਜੀ ਇਸ਼ਾਰਾ ਕਰ ਰਹੇ ਨੇ ਤੇ ਖਬਰਾਂ ਲੈ ਲਈਏ। ਖਬਰਾਂ ਤੋਂ ਬਾਅਦ ਨਿੰਮੀ ਡੌਲਾ ਜੀ ਆਪਣਾ ਸ਼ੋਅ ਸ਼ੁਰੂ ਕਰਨਗੇ ਤੇ ਉਹਦੇ ਵਿੱਚ ਅਸੀਂ ਨਾਲ ਰਹਾਂਗੇ ਨਿੰਮੀ ਡੌਲਾ ਜੀ ਦੀ ਸੇਵਾ ਦੇ ਵਿੱਚ ਤੇ ਤੁਹਾਡੇ ਤੱਕ ਸਾਰੀ ਗੱਲ ਇਹ ਪਹੁੰਚਦੀ ਕਰਾਂਗੇ। ਤੇ ਵਾਪਸ ਆਏ ਖਬਰਾਂ ਤੋਂ ਬਾਅਦ। ਸ਼ੇਰੇ ਪੰਜਾਬ ਰੇਡੀਓ AM 600 ਤੁਸੀਂ ਸੁਣ ਰਹੇ ਹੋ ਜੀ, ਤੁਹਾਡਾ ਆਪਣਾ ਫੇਵਰਿਟ ਨਿਊਜ਼ ਟਾਕ ਸਟੇਸ਼ਨ, ਜਿੱਥੇ ਹਰ ਉਹ ਗੱਲ ਕੀਤੀ ਜਾਂਦੀ ਹੈ ਜੋ ਤੁਹਾਡੇ ਵਾਸਤੇ ਮਾਇਨੇ ਰੱਖਦੀ ਹੈ। ਤੇ ਅੱਜ ਖਾਸ ਤੌਰ ਤੇ ਬੜੀਆਂ ਹੀ ਵਧੀਆ ਤੇ ਬੜੀਆਂ ਹੀ ਜਾਣਕਾਰੀ ਭਰਪੂਰ ਗੱਲਾਂ ਹੋ ਰਹੀਆਂ ਨੇ ਸ਼ੇਰੇ ਪੰਜਾਬ ਰੇਡੀਓ ਤੇ। 11:05 ਹੋ ਚੁੱਕੇ ਨੇ, 15 ਅਕਤੂਬਰ ਹੈ। ਸੋ 15 ਅਕਤੂਬਰ ਵੈਸੇ ਤਾਂ ਚਲੋ ਤਰੀਕ ਜਿਹੜੀ ਹੈ ਹਰ ਸਾਲ ਹੀ ਆਉਂਦੀ ਹੈ, ਪਰ ਅੱਜ ਖਾਸੀਅਤ ਇਹ ਹੈ ਕਿ ਐਡਵਾਂਸ ਵੋਟਿੰਗ BC ਵਿੱਚ ਜਿਹੜੀ ਉਹ ਸ਼ੁਰੂ ਹੋ ਚੁੱਕੀ ਹੈ। ਸੋ ਵੋਟਾਂ ਦਾ ਸਿਲਸਿਲਾ ਜਿਹੜਾ ਹੈ ਜੀ ਉਹ ਹੁਣ ਆਪਣੀ ਚਾਲ ਫੜ ਗਿਆ ਹੈ ਜੀ, ਤੇ ਹੌਲੀ ਹੌਲੀ ਲੋਕੀ ਜਿਹੜੇ ਨੇ ਉਹਨਾਂ ਦਾ ਧਿਆਨ ਇਸ ਗੱਲ ਵੱਲ ਜਾ ਰਿਹਾ ਕਿ ਐਡਵਾਂਸ ਵੋਟਿੰਗ ਤੇ ਹੋਰ ਸਾਰਾ ਕੁਝ ਜਿਹੜਾ ਹੈ ਉਹ ਸਿਸਟਮ, ਉਸ ਵਿੱਚ ਹੁਣ ਤੁਸੀਂ ਸ਼ਾਮਿਲ ਹੋਣਾ। ਔਰ ਨਾਲ ਦੀ ਨਾਲ ਤੁਹਾਨੂੰ ਦੱਸ ਦਈਏ ਕਿ ਅੱਜ CKNW ਤੇ ਜਿਹੜੀ ਡਿਬੇਟ ਚੱਲ ਰਹੀ ਹੈ ਤਿੰਨੋਂ ਪਾਰਟੀਜ਼ ਦੇ ਲੀਡਰਸ ਦੀ, ਉਹਦਾ ਪੂਰਾ ਲੇਖਾ ਜੋਖਾ ਤੁਹਾਡੇ ਨਾਲ ਸਾਂਝਾ ਕੀਤਾ ਜਾ ਰਿਹਾ। ਔਰ ਹਰਜੀਤ ਗਿੱਲ ਸ਼ੋਅ ਦੇ ਵਿੱਚ ਸਮੀਰ ਕੌਸ਼ਲ ਜੀ ਔਰ ਹਰਜੀਤ ਗਿੱਲ ਹੋਰਾਂ ਨੇ ਬੜੇ ਵਧੀਆ ਤਰੀਕੇ ਨਾਲ ਇਸ ਸਾਰੀ ਗੱਲ ਨੂੰ ਐਕਸਪਲੇਨ ਕੀਤਾ ਤੇ ਇਸੇ ਕਰਕੇ ਉਹਨਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਤੁਸੀਂ ਹਾਲੀ ਵੀ ਜਿਹੜਾ ਹੈ ਜੀ ਰਹੋ ਇਸ ਸ਼ੋਅ ਦੇ ਵਿੱਚ ਔਰ ਇਸ ਸਾਰਾ ਐਨਾਲਿਸਿਸ ਜਿਹੜਾ ਤੁਹਾਡੇ ਸਾਹਮਣੇ ਪੇਸ਼ ਕਰੀਏ। ਤੇ ਲਓ ਉਹਨਾਂ ਨੂੰ ਇੱਕ ਵਾਰ ਫੇਰ ਮਾਈਕ ਤੇ ਲੈ ਕੇ ਆਉਣੀ ਆ ਔਰ ਗੱਲਬਾਤ ਜਿਹੜੀ ਉਹ ਜਾਰੀ ਰੱਖਦੇ ਆ। ਐਡਵਾਂਸ ਵੋਟਿੰਗ ਸ਼ੁਰੂ ਹੋ ਚੁੱਕੀ ਹੈ ਤੇ ਹੁਣ ਪਾਉਣੀ ਕਿਹਨੂੰ ਹੈ ਵੋਟ, ਇਹ ਤੁਹਾਡਾ ਫੈਸਲਾ ਹੈ, ਪਰ ਉਹ ਫੈਸਲਾ ਲੈਣ ਵਾਸਤੇ ਥੋੜਾ ਸੋਚ ਵਿਚਾਰ ਤੇ ਕਰਨਾ ਪੈਣਾ। ਸੋ ਉਹਦੇ ਵਿੱਚ ਅਸੀਂ ਤੁਹਾਨੂੰ ਥੋੜੀ ਐਕਸਪਲੇਨੇਸ਼ਨ ਹੀ ਦੇ ਸਕਦੇ ਹਾਂ, ਪਰ ਤੁਸੀਂ ਆਪਣੀ ਮਰਜ਼ੀ ਨਾਲ ਵੋਟ ਪਾਉਣੀ ਹੈ। ਥੋੜਾ ਧਿਆਨ ਰੱਖਿਓ ਗੱਲਬਾਤ ਸੁਣ ਕੇ। ਜੀ ਸਮੀਰ ਜੀ, ਬਹੁਤ ਬਹੁਤ ਸ਼ੁਕਰੀਆ ਨਿੰਮੀ ਦੌਲਾ ਜੀ। ਔਰ
ਇੱਕ ਵਾਰ ਫੇਰ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਨਿਮੀ ਦੌਲਤ ਸ਼ੋਅ ਦੇ ਵਿੱਚ ਔਰ ਨਿਮੀ ਜੀ ਦੇ ਨਾਲ ਹਰਜੀਤ ਗਿੱਲ ਹੋਣੀ ਵੀ ਨਾਲ ਨੇ। ਦੱਸ ਦਈਏ ਕਿ CKNW ਦੀ ਜਿਹੜੀ ਡਿਬੇਟ ਹੈ ਉਹ ਖਤਮ ਹੋ ਚੁੱਕੀ ਹੈ। ਜਿਹੜੀ ਕਲੋਜ਼ਿੰਗ ਸਟੇਟਮੈਂਟ ਹੈ ਤਿੰਨੇ ਲੀਡਰਸ ਦੀ ਉਹ ਲਈ ਜਾ ਚੁੱਕੀ ਹੈ। ਲੋਕਾਂ ਦੇ ਸਵਾਲਾਂ ਤੋਂ ਬਾਅਦ 1.5 ਮਿੰਟ ਦੀ ਇਹ ਕਲੋਜ਼ਿੰਗ ਸਟੇਟਮੈਂਟ ਸੀ ਜਿਹਦੇ ਜੌਨ ਹੌਰਗਨ ਤੋਂ ਪਹਿਲਾਂ ਪੁੱਛਿਆ ਗਿਆ। ਉਹਨਾਂ ਨੇ ਇਹ ਜਾਣਕਾਰੀ ਦਿੱਤੀ ਕਿ ਮਾਰਚ ਤੋਂ ਸਾਡੀ ਜਿਹੜੀ ਲਾਈਫ ਹੈ ਅਪਸਾਈਡ ਡਾਊਨ ਹੋ ਗਈ ਹੈ। ਮਾਰਚ ਤੋਂ ਐਕਚੁਅਲੀ ਕੈਨੇਡਾ ਦੇ ਵਿੱਚ ਭਮਾਰਾ ਫੈਲਣਾ ਸ਼ੁਰੂ ਹੋਇਆ, ਜਦਕਿ ਨਵੰਬਰ ਤੋਂ ਇਹ ਚੀਨ ਦੇ ਵਿੱਚ ਫੈਲਣਾ ਸ਼ੁਰੂ ਹੋ ਗਿਆ ਸੀ। ਦਸੰਬਰ ਦੇ ਵਿੱਚ ਇਹਦੀਆਂ ਰਿਪੋਰਟਸ ਆਉਣੀਆਂ ਸ਼ੁਰੂ ਹੋ ਗਈਆਂ ਸੀ ਕਿ ਚੀਨ ਦੇ ਵਿੱਚ ਕੋਈ ਐਸਾ ਵਾਇਰਸ ਆ ਗਿਆ ਜਿਹੜਾ ਉੱਥੇ ਫੈਲਣਾ ਸ਼ੁਰੂ ਹੋ ਗਿਆ। ਉਸ ਵੇਲੇ ਲੱਗ ਨਹੀਂ ਸੀ ਰਿਹਾ ਕਿ ਇੰਨਾ ਵੱਡੀ ਇਹ ਮਹਾਮਾਰੀ ਜਿਹੜੀ ਗਲੋਬਲ ਪੱਧਰ ਦੀ ਇਹ ਮਹਾਮਾਰੀ ਇਹ ਬਣ ਜਾਏਗੀ। ਇਹ ਐਪੀਡੈਮਿਕ ਨਹੀਂ, ਇਹ ਪੈਂਡੈਮਿਕ ਬਣ ਜਾਏਗਾ। ਔਰ ਇਹਨਾਂ ਨੇ ਗੱਲ ਕਹੀ ਕਿ ਚੈਲੰਜਸ ਜਿਹੜੇ ਸਾਡੇ ਸਾਹਮਣੇ ਆਏ ਨੇ ਉਹਨਾਂ ਨੂੰ ਨਜਿੱਠਣ ਵਾਸਤੇ ਬਹੁਤ ਕੁਝ ਕੀਤੇ ਜਾਣ ਦੀ ਜ਼ਰੂਰਤ ਹੈ ਔਰ ਇਹਦੇ ਵਾਸਤੇ ਲੋਕ ਸਮਝਦੇ ਨੇ ਕਿ ਉਹ ਚੈਲੰਜ ਨਾਲ ਕਿੱਦਾਂ ਨਜਿੱਠਿਆ ਜਾਏ। ਸਰਕਾਰ ਜਿਹੜੀ ਹੈ ਉਹ ਇਸ ਵੇਲੇ ਚਾਹੁੰਦੀ ਹੈ ਕਿ ਲੋਕ ਆਪਣਾ ਫੈਸਲਾ ਦੇਣ ਔਰ ਉਹ ਫੈਸਲੇ ਦੇ ਨਾਲ ਜਿਹੜੀ ਸਰਕਾਰ ਹੈ ਉਹ ਚੱਲੇ। ਇਹ ਜੌਨ ਹੌਰਗਨ ਨੇ ਕਿਹਾ। ਉਸ ਤੋਂ ਬਾਅਦ ਸੋਨੀਆ ਫਰਟਸਨੋ ਨੇ ਆਪਣੀ 1.5 ਮਿੰਟ ਦੀ ਜਿਹੜੀ ਕਲੋਜ਼ਿੰਗ ਸਟੇਟਮੈਂਟ 'ਚ ਕਿਹਾ ਕਿ ਲੋਕਲ ਇਕਨੋਮੀ ਨੂੰ ਬਚਾਏ ਜਾਣ ਦੀ ਜ਼ਰੂਰਤ ਹੈ। ਬਹੁਤ ਸਾਰੇ ਛੋਟੇ ਕਾਰੋਬਾਰੀ ਨੇ ਜਿਹੜੇ ਬੰਦ ਹੋਣ ਦੀ ਕਗਾਰ 'ਤੇ ਹੈ ਔਰ ਇਹ ਵਿੰਟਰ ਦੇ ਵਿੱਚ ਬਹੁਤ ਸਾਰੇ ਵਪਾਰ ਐਸੇ ਨੇ ਜਿਹੜੇ ਬੰਦ ਹੋ ਜਾਣਗੇ, ਜਿਨ੍ਹਾਂ 'ਤੇ ਤਾਲੇ ਲੱਗ ਜਾਣਗੇ। ਉਹਨਾਂ ਨੇ ਕਿਹਾ ਕਿ ਐਵੀਡੈਂਸ ਡਰਿਵਨ ਡਿਸੀਜਨ ਜਿਹੜੇ ਹੈ ਉਹ ਲੈਣੇ ਪੈਣੇ ਆ। ਖਾਸ ਤੌਰ 'ਤੇ ਡਾਕਟਰ ਬੌਨੀ ਹੈਨਰੀ ਨੇ ਜਿਸ ਤਰੀਕੇ ਨਾਲ ਦੱਸਿਆ ਸੀ 2018 ਦੀ ਰਿਪੋਰਟ ਦੇ ਵਿੱਚ ਉਹਨਾਂ ਨੇ ਦੱਸਿਆ ਸੀ ਕਿ ਹੈਲਥ ਕੇਅਰ ਵਾਸਤੇ ਕੰਮ ਕਰਨੇ ਪੈਣੇ ਆ, ਉਹਨਾਂ ਵੱਲ ਧਿਆਨ ਦਿੱਤੇ ਜਾਣ ਦੀ ਜ਼ਰੂਰਤ ਹੈ। ਐਂਡਰੂ ਵਿਲਕਿਨਸਨ ਨੇ ਇਹ ਕਿਹਾ ਕਿ ਬੜੀ ਹੈਲਪਫੁਲ ਐਕਸਰਸਾਈਜ਼ ਹੈ ਇਸ ਤਰ੍ਹਾਂ ਦੀਆਂ ਡਿਬੇਟਸ ਔਰ ਇਸ ਤਰ੍ਹਾਂ ਦੀਆਂ ਡਿਬੇਟਸ ਜਿਹੜੀਆਂ ਅੰਗਰੇਜ਼ੀ ਭਾਸ਼ਾ 'ਚ ਹੁੰਦੀਆਂ ਅਸੀਂ ਉਹਦਾ ਤੁਹਾਨੂੰ ਜਿੰਨਾ ਕੁ ਤਰਜਮਾ ਕਰਕੇ ਦੇ ਸਕੇ ਹਾਂ ਉਹ ਦਿੱਤਾ ਤਾਂ ਕਿ ਤੁਹਾਡੇ ਤੱਕ ਵੀ ਇਹ ਕਲੈਰਿਟੀ ਪਹੁੰਚੇ ਕਿ ਦਰਅਸਲ ਇਹ ਲੀਡਰ ਕਹਿ ਕੀ ਰਹੇ ਨੇ, ਇਹ ਲੀਡਰਸ ਦੇ ਮੁੱਦੇ ਕੀ ਨੇ, ਇਹਨਾਂ ਲੀਡਰਸ ਦੇ ਕੀ ਮੁੱਦੇ ਨੇ, ਤੁਹਾਡੇ ਮੁੱਦੇ ਕੀ ਨੇ, ਅਸਲ ਮੁੱਦੇ ਕੀ ਨੇ, ਇਹਨਾਂ ਦੇ ਬਾਰੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਐਂਡਰੂ ਵਿਲਕਿਨਸਨ ਨੇ ਕਿਹਾ ਕਿ ਪ੍ਰੀਮੀਅਰ ਜਿਹੜਾ ਸੱਚ ਨਹੀਂ ਬੋਲਦਾ, ਇਹਨੂੰ ਸੱਚ ਬੋਲਣਾ ਚਾਹੀਦਾ। ਫੈਸਲਾ ਤੁਸੀਂ ਕਰਨਾ ਕਿ ਤੁਸੀਂ ਵੋਟ ਕਿਹਨੂੰ ਪਾਣੀ ਹੈ। ਆਪਣੇ ਮੈਡੀਕਲ ਡਾਕਟਰ ਹੋਣ ਦਾ ਹਵਾਲਾ ਵੀ ਇਹਨਾਂ ਨੇ ਦਿੱਤਾ, ਪਰ ਇਹ ਹੈ ਕਿ ਇਹ ਡਿਬੇਟ ਜਿਹੜੀ ਹੈ ਇਹਦੇ ਵਿੱਚ ਵੀ ਕੋਈ ਖਾਸ ਫਾਇਰ ਵਰਕ ਜਿਹੜਾ ਉਹ ਦੇਖਣ ਨੂੰ ਨਹੀਂ ਮਿਲਿਆ। ਜੀ ਗਿੱਲ ਸਾਹਿਬ। ਅੱਛਾ, ਇੱਕ ਇਹਦਾ ਤਜਰਬਾ ਬੜਾ ਮੈਂ ਨੇੜਿਓਂ ਵੇਖਿਆ ਕਿ ਵੋਟਾਂ ਦੇ ਵੇਲੇ ਕੌਸ਼ਲ ਸਾਹਿਬ, ਨਿਮੀ ਜੀ ਧੰਨਵਾਦ ਬਹੁਤ-ਬਹੁਤ ਆਪਣਾ ਸ਼ੋਅ ਦੇ ਵਿੱਚ ਸਾਨੂੰ ਸਮਾਂ ਦੇਣ ਲਈ। ਇਹਦੇ ਵਿੱਚ ਵੱਡਾ ਇਸ਼ੂ ਇਹ ਹੈ ਜੀ ਕਿ ਵੱਡੇ ਜਿਹੜੇ ਮੇਨ ਮੁੱਦੇ ਲੁਕਾਈ ਦੇ ਨੇ ਉਹ ਮੁੱਦਿਆਂ ਤੋਂ ਬਿਲਕੁਲ ਪਰਾਂ ਹੋ ਜਾਂਦੇ ਅਸੀਂ। ਹੁਣ ਸਿਸਟੈਮਿਕ ਰੇਸਿਜ਼ਮ ਦੀ ਆਪਾਂ ਗੱਲ ਕਰੀਏ, ਤਿੰਨੇ ਪਾਰਟੀਆਂ ਸਾਡਾ ਧਿਆਨ ਖਿੱਚ ਰਹੀਆਂ ਨੇ ਵੀ ਅਸੀਂ ਬਰਾਬਰ, ਮਿਨੋਰਿਟੀ, ਡਾਇਵਰਸਿਟੀ, ਬੜੇ ਉਹ ਵਧੀਆ ਸ਼ਬਦ ਨੇ, ਬੁਕੇ, ਕਲਰਫੁਲ। ਹੁਣ ਜੇ ਪਲੇਟਫਾਰਮ ਇਹਨਾਂ ਦਾ ਵੇਖੀਏ, ਜੇ ਅਸੀਂ ਇੱਥੇ ਬਹੁਤ ਵੱਡੀ ਗਿਣਤੀ 'ਚ ਰਹਿੰਦੇ ਹਾਂ, ਸਰੀ ਵਰਗੇ ਸ਼ਹਿਰ 'ਚ 70% ਅਸੀਂ ਟੈਕਸ ਪੇਅਰ ਹਾਂ। ਜਿਹੜੇ ਹੁਣ ਸਾਰੇ ਇਹਨਾਂ ਦੇ ਪਲੇਟਫਾਰਮ ਨੇ ਜਿਹੜੇ ਇਹਨਾਂ ਨੇ ਜਾਰੀ ਕੀਤੇ ਨੇ ਉਹਨੂੰ ਦੂਜੀ ਭਾਸ਼ਾ 'ਚ, ਕਿਉਂਕਿ ਇੱਕ ਡਿਪਾਰਟਮੈਂਟ ਆ ਜਿਹੜੀ ਮੀਡੀਆ ਨੂੰ ਕਵਰ ਕਰਦਾ, ਜਿਹੜਾ ਪਿਛਲੀ NDP ਸਰਕਾਰ ਦੇ ਵਿੱਚ ਸੀ, ਜਿਹੜਾ ਸਾਡੀਆਂ ਗੱਲਾਂ ਵਿਕਟੋਰੀਆ ਪਹੁੰਚਾਉਂਦਾ। ਮੈਂ ਜਾ ਰਿਹਾ ਸੀ ਸਾਰਿਆਂ ਦੇ ਪਲੇਟਫਾਰਮ ਤੇ, NDP ਨੇ ਪੰਜਾਬੀ ਦੇ ਵਿੱਚ ਆਪਣਾ ਪਲੇਟਫਾਰਮ ਜਿਹੜਾ ਦਿੱਤਾ ਵੀ ਤੁਸੀਂ ਪੰਜਾਬੀ ਦੇ ਵਿੱਚ ਪੜ੍ਹ ਸਕਦੇ ਹੋ। ਤੇ ਮੈਂ ਲਿਬਰਲ ਨੂੰ ਵੀ ਵੇਖ ਰਿਹਾ ਸੀ, ਗ੍ਰੀਨ ਨੂੰ ਵੀ ਵੇਖ ਸਕਦੇ। ਚਲੋ ਕੋਈ ਕਾਰਨ ਹੋ ਸਕਦਾ ਹੈ, ਕੋਈ ਨੀਤੀ ਘਾੜੇ ਨੇੜੇ ਹੋ ਸਕਦੇ ਨੇ, ਇਹ ਚਲੋ ਇੱਕ ਗੱਲ ਹੈ, ਅਸੀਂ ਅੰਗਰੇਜ਼ੀ ਵੀ ਸਮਝਦੇ ਹਾਂ। ਪਰ ਗੱਲ ਮੁੱਦੇ ਤੇ ਜੇ ਆਈਏ, ਇਹਨਾਂ ਦਿਨਾਂ ਤੋਂ ਬਾਅਦ ਹੁਣ ਅਗਲੇ 4 ਸਾਲ ਕੀ ਇਹ ਲੋਕ ਜਿਹੜੇ ਸਾਡੇ ਇਹ ਤਿੰਨੇ ਪਾਰਟੀ ਦੇ ਲੀਡਰ ਨੇ ਸਾਡੇ ਨੇੜੇ ਰਹਿੰਦੇ ਆ, ਜਾਂ ਜਿਹੜੇ ਸਾਡੇ ਰਿਪਰੈਜ਼ੈਂਟੇਟਿਵ ਨੇ ਕੀ ਉਹ ਕੋਸ਼ਿਸ਼ ਕਰਨਗੇ ਕਿ ਕਮਿਊਨਿਟੀ ਦੇ ਇਸ਼ੂ, ਜਿਵੇਂ ਤੁਸੀਂ ਆਫ ਦੀ ਏਅਰ ਗੱਲ ਕਰ ਰਹੇ ਸੀ ਪਹਿਲਾਂ ਵੀ, ਓਪੀਓਇਡ ਕ੍ਰਾਈਸਿਸ, ਉਹ ਐਡਾ ਇੱਕ ਸਿਨ ਹੈ। ਜੇ ਕੋਈ ਬੰਦਾ ਅੱਜ ਐਡਿਕਟ, ਕੌਸ਼ਲ ਸਾਹਿਬ, ਆਪਣੇ ਆਪ ਨੂੰ ਸੋਬਰ ਕਰਨ ਲਈ ਇਹਨਾਂ ਦੇ ਕੋਲ ਜਾਂਦਾ ਕਿਤੇ ਵੀ ਸਿਸਟਮ ਦੇ ਵਿੱਚ, ਸਭ ਤੋਂ ਪਹਿਲਾਂ ਉਹਦਾ ਨਾਂ ਇੱਕ ਖਾਸ ਰਜਿਸਟਰੀ 'ਚ ਪਾਇਆ ਜਾਂਦਾ, ਜਿਹਦੇ ਬਾਅਦ ਉਹਨੂੰ ਪ੍ਰੋਫੈਸ਼ਨਲਿਜ਼ਮ ਦੇ ਵਿੱਚ, ਪ੍ਰੋਫੈਸ਼ਨਲ ਬਣਨ ਦੇ ਵਿੱਚ ਬਹੁਤ ਵੱਡੀ ਮੁਸ਼ਕਲ ਆ ਸਕਦੀ ਹੈ। ਉਹਨੂੰ ਕਮਰਸ਼ੀਅਲ ਲਾਇਸੈਂਸ ਨਹੀਂ ਮਿਲਣਾ, ਉਹਨੂੰ ਕੋਈ ਟਿਕਟ ਨਹੀਂ ਮਿਲਣੀ, ਇਹ ਕਿਉਂਕਿ ਉਹਦਾ ਨਾਂ ਉਹਦੇ ਵਿੱਚ ਆ ਜਾਣਾ। ਉਹਨੂੰ ਕਦੇ ਵੀ ਕੋਈ ਕ੍ਰਿਮੀਨਲ ਐਕਟੀਵਿਟੀ ਦੇ ਵਿੱਚ ਕੋਈ ਨਾਂ ਆ ਗਿਆ, ਜਿਵੇਂ ਜਦ ਕਿਤੇ ਸਰਚ ਕਰਨੀ ਉਹਦਾ ਨਾਂ ਉਸ ਸਮੇਂ ਆ ਜਾਣਾ। ਇਹ ਜਿਹੜੇ ਇਸ਼ੂ ਵੱਡੇ ਨੇ, ਜਿਵੇਂ ਜਾਂ ਫਿਰ ਝਾਂਸਾ ਦੇਣਾ, $1000 ਦੇ ਦਿਆਂਗੇ ਤੁਹਾਨੂੰ, ਇਹ ਦੇ ਦਿਆਂਗੇ, ਇਹ ਵੱਡੇ ਮੁੱਦਿਆਂ ਤੋਂ ਮੈਨੂੰ ਲੱਗਦਾ ਇਸ ਤਰ੍ਹਾਂ ਜਿਹੜੇ ਇਹ ਮੁੱਦਿਆਂ ਤੋਂ ਭਟਕਾ ਕੇ ਲੋਕਾਂ ਨੂੰ ਕੀਤਾ ਜਾਂਦਾ। ਕੀ ਇਹ ਸਾਡੇ ਲਈ ਵੀ ਆ ਜਾਂ ਮੇਨ ਸਟ੍ਰੀਮ ਸੁਸਾਇਟੀ ਨੂੰ ਵੀ ਇਸ ਤਰ੍ਹਾਂ ਹੀ ਵੱਡੇ ਮੁੱਦਿਆਂ ਤੋਂ ਪਰਾਂ ਕਰ ਦਿੰਦੇ ਜਾਂਦੇ? ਦੇਖੋ, ਜਦੋਂ ਅਸੀਂ ਗੱਲ ਕਰਦੇ ਹਾਂ ਮੇਨ ਸਟ੍ਰੀਮ ਸੁਸਾਇਟੀ ਦੀ ਜਾਂ ਸਾਡੀ ਸੁਸਾਇਟੀ ਦੀ, ਉਹਦੇ 'ਚ ਡਿਫਰੈਂਸ਼ੀਏਟ ਇਸੇ ਤਰੀਕੇ ਨਾਲ ਹੋ ਜਾਂਦਾ ਕਿ ਸਾਨੂੰ ਲੋਕ ਲੁਭਾਵਣੀਆਂ ਚੀਜ਼ਾਂ, ਪੋਪੂਲਸ ਜਿਹੜੀ ਸਟੇਟਮੈਂਟਸ ਦੇ ਕੇ ਸਾਨੂੰ ਉਲਝਾ ਦਿੱਤਾ ਜਾਂਦਾ। ਸਰੀ ਦਾ ਹਸਪਤਾਲ ਹੀ ਐਡਾ ਵੱਡਾ ਮੁੱਦਾ ਬਣਾ ਦਿੱਤਾ ਗਿਆ, ਜਦ ਕਿ ਇਹ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ, ਪ੍ਰੋਵਿੰਸ਼ੀਅਲ ਸਰਕਾਰ ਦੀ, ਹੈਲਥ ਫੈਸਿਲਿਟੀਜ਼ ਪ੍ਰੋਵਾਈਡ ਕਰਨੀਆਂ। ਇਹ ਤਾਂ ਇਹਨਾਂ ਨੂੰ ਪਹਿਲਾਂ ਹੀ ਕਰਨੀਆਂ ਚਾਹੀਦੀਆਂ। ਜਿੱਥੇ 6 ਲੱਖ ਦੀ 7 ਲੱਖ ਦੀ ਆਬਾਦੀ ਹੋਣ ਲੱਗੀ ਹੈ, ਹੋਣ ਜਾ ਰਹੀ ਹੈ ਸਰੀ ਦੀ, ਉਸ ਸ਼ਹਿਰ ਦੇ ਵਿੱਚ
30 ਸਾਲ ਪੁਰਾਣਾ ਹਸਪਤਾਲ ਨਾ ਹੋਵੇ। ਇਹਦੇ ਵਾਸਤੇ ਤਾਂ ਜਿੰਨੀਆਂ ਸਰਕਾਰਾਂ ਆਈਆਂ ਸਾਰੀਆਂ ਨੂੰ ਕਟਹਿਰੇ 'ਚ ਖੜਾ ਕਰਨਾ ਚਾਹੀਦਾ ਕਿ ਤੁਸੀਂ ਇਹ ਤਾਂ ਮੁੱਦਾ ਜਿਹੜਾ ਹੋਣਾ ਹੀ ਨਹੀਂ ਚਾਹੀਦਾ ਕਿ ਭਾਈ ਇਹ ਹਸਪਤਾਲ ਸਾਡੇ ਕੋਲ ਨਹੀਂ ਹੈਗਾ, ਇਹ ਤਾਂ ਇਹਨਾਂ ਨੂੰ ਬੜੀ ਦੇਰ ਪਹਿਲਾਂ ਤੋਂ ਦੇਣਾ ਚਾਹੀਦਾ ਸੀ। ਮੁੱਦੇ ਤਾਂ ਸਾਡੇ ਇਹ ਚੱਲ ਰਹੇ ਆ ਕਿ ਜੋ ਇਸ ਪੈਂਡੈਮਿਕ ਦੇ ਦੌਰਾਨ ਲੋਕਾਂ ਦੀਆਂ ਜੌਬਸ ਚਲੀਆਂ ਗਈਆਂ, ਇਕਨੋਮੀ ਰਿਕਵਰ ਕਿਵੇਂ ਕਰਨੀ ਹੈ। ਛੋਟੇ ਵਪਾਰੀ ਜਿਨ੍ਹਾਂ ਨੇ ਇਹ ਸੋਚ ਕੇ ਗਿੱਲ ਸਾਹਿਬ ਆਪਣੇ ਕੰਮ ਛੱਡ ਦਿੱਤੇ ਕਿ ਚਲੋ ਅਸੀਂ ਇੱਕ ਪਿਜ਼ਾ ਸ਼ਾਪ ਖੋਲ੍ਹ ਲਈਏ, ਅਸੀਂ ਛੋਟਾ ਰੈਸਟੋਰੈਂਟ ਖੋਲ੍ਹ ਲਈਏ, ਬੈਂਕਾਂ ਤੋਂ ਉਹਨਾਂ ਨੇ ਕਰਜ਼ੇ ਲੈ ਲਏ, ਬੈਂਕਾਂ ਤੋਂ ਕਰਜ਼ੇ ਲੈ ਕੇ ਉਹਨਾਂ ਨੇ ਦੁਕਾਨਾਂ ਖੋਲ੍ਹ ਲਈਆਂ, ਪਰਿਵਾਰ ਕੋਲ ਜੌਬਾਂ ਚੜਾ ਕੇ ਉੱਥੇ ਨਾਲ ਲਾ ਲਿਆ, ਅੱਜ ਦੀ ਡੇਟ ਬੰਦ ਹੋਣ ਦੇ ਕਗਾਰ ਤੇ ਆ। ਖੁਦ ਲੀਡਰ ਇਹ ਦੱਸ ਰਹੇ ਨੇ ਕਿ ਆ ਵਿੰਟਰ ਦੇ ਵਿੱਚ ਇੰਨੇ ਬਿਜ਼ਨਸ ਤਾਲੇ ਲੱਗਣ ਵਾਲੇ ਨੇ, ਕਹਿਣ ਦੀ ਹੱਦ ਨਹੀਂ। ਉਹਨਾਂ ਨੂੰ ਕੌਣ ਰੱਖੇਗਾ? ਅਸੀਂ ਕਿਸ ਪਾਸੇ ਤੋਰ ਰਹੇ ਹਾਂ? ਇਹਦੇ ਨਾਲ ਸਟ੍ਰੈਸ ਵਧੂਗੀ, ਇਹਦੇ ਨਾਲ ਮੈਂਟਲ ਹੈਲਥ ਜਿਹੜੀ ਆ ਉਹ ਅਫੈਕਟਡ ਹੋਊਗੀ, ਇਕਨੋਮਿਕ ਜਿਹੜੀ ਹੈ ਸਾਡੀ ਉਹ ਡਾਊਨ ਹੋ ਰਹੀ ਹੈ, ਓਪੀਓਇਡ ਕ੍ਰਾਈਸਿਸ ਹੋਣਗੇ। ਫਿਰ ਅਸੀਂ ਗੱਲ ਇਹ ਕਰ ਰਹੇ ਹਾਂ ਕਿ ਅਸੀਂ ਜਿਹੜੀ ਕਲਾਈਮੇਟ ਚੇਂਜ ਦੇ ਅਸੀਂ ਬਣਨਾ ਸਭ ਤੋਂ ਵੱਡੇ ਚੈਂਪੀਅਨ, ਅਸੀਂ ਇੱਕ ਪਾਸੇ ਕਲਾਈਮੇਟ ਚੇਂਜ ਦੇ ਚੈਂਪੀਅਨ ਬਣਨ ਦੀ ਗੱਲ ਕਰਦੇ ਹਾਂ, ਦੂਜੇ ਪਾਸੇ ਅਸੀਂ ਦੇਖਦੇ ਹਾਂ ਕਿ ਅਸੀਂ ਸਭ ਤੋਂ ਜ਼ਿਆਦਾ ਇਸ ਵੇਲੇ ਡਿਵੈਲਪਮੈਂਟ ਦੇ ਨਾਂ ਦੇ ਉੱਤੇ ਅਸੀਂ ਸਭ ਤੋਂ ਜ਼ਿਆਦਾ ਦਰਖਤ ਅਸੀਂ ਕੱਟ ਰਹੇ ਹਾਂ। ਜਿੰਨੇ ਦਰਖਤ ਜਿਸ ਲੈਵਲ ਤੇ ਦਰਖਤ ਕੱਟਣੇ ਚਾਹੀਦੇ ਸੀ ਉਸ ਤੋਂ ਕਿਤੇ ਜ਼ਿਆਦਾ ਦਰਖਤ ਜਿਹੜੇ ਨੇ ਉਹ ਕੈਨੇਡਾ ਦੇ ਵਿੱਚ ਇਸ ਵੇਲੇ ਕੱਟੇ ਜਾ ਰਹੇ ਨੇ। ਖਾਸ ਕਰ ਜੇ BC ਦੀ ਗੱਲ ਕਰੀਏ ਤਾਂ ਇਹਨਾਂ ਨੂੰ ਦੇਖਣਾ ਚਾਹੀਦਾ ਕਿ ਅਸੀਂ ਕਲਾਈਮੇਟ ਚੈਂਪੀਅਨ ਬਣਨ ਦੀ ਜਿਹੜੀ ਗੱਲ ਕਰਦੇ ਹਾਂ ਅਸੀਂ ਉਹ ਤੇ ਕਿੰਨਾ ਖਰਾ ਉਤਰਦੇ ਹਾਂ। ਖੈਰ ਅਸੀਂ ਦੁਬਾਰਾ ਵਾਪਸ ਆਉਂਦੇ ਹਾਂ, ਅਸੀਂ ਇਸੇ ਗੱਲ ਦੇ ਉੱਤੇ ਅਸੀਂ ਰਹੀਏ ਕਿ ਇਲੈਕਸ਼ਨ BC ਜਿਹੜੇ 2020 ਹੋ ਰਹੇ ਨੇ, 24 ਅਕਤੂਬਰ ਨੂੰ ਹੋ ਰਹੇ ਨੇ, 15 ਤੋਂ 21 ਅਕਤੂਬਰ ਤੱਕ ਅੱਜ ਸਵੇਰੇ 8 ਵਜੇ ਤੋਂ ਤੁਹਾਡੀ ਐਡਵਾਂਸ ਪੋਲਿੰਗ ਸ਼ੁਰੂ ਹੋ ਗਈ ਹੈ। ਇਹਦੇ 'ਚ ਇੱਕ ਚੀਜ਼ ਦੱਸਣੀ ਬਹੁਤ ਜ਼ਰੂਰੀ ਹੈ ਜਿਹੜੀ ਗਿੱਲ ਸਾਹਿਬ ਤੁਹਾਡੇ ਨਾਲ ਮੈਂ ਡਿਸਕਸ ਵੀ ਕਰ ਰਿਹਾ ਸੀ ਕਿ ਜਿਹੜੀਆਂ 9 ਰਾਈਡਿੰਗਸ ਨੇ ਸਰੀ ਦੀਆਂ, ਇਹਨਾਂ ਵੱਲ ਧਿਆਨ ਕਿਉਂ ਹੈ, ਇਹਨਾਂ ਵੱਲ ਧਿਆਨ ਜ਼ਿਆਦਾ ਕਿਉਂ ਹੈ, ਇਹਨਾਂ ਨੂੰ ਬੈਟਲ ਗਰਾਊਂਡ ਕਿਉਂ ਕਿਹਾ ਜਾਂਦਾ? ਜਿਹੜਾ ਹੁਣੇ ਅਸੀਂ ਡਿਸਕਸ ਕਰਕੇ ਹਟੇ ਹਾਂ ਕਿ ਸਾਡੇ ਮੁੱਦੇ ਮੇਨ ਸਟ੍ਰੀਮ ਨਾਲੋਂ ਡਿਫਰੈਂਟ ਕਿਵੇਂ ਹੋ ਜਾਂਦੇ ਆ, ਸਾਡੇ ਮੁੱਦਿਆਂ ਦੀ ਹਾਈਪ ਇੰਨੀ ਬਣਾ ਦਿੱਤੀ ਜਾਂਦੀ ਹੈ, ਹਵਾ 'ਚ ਇੰਨੇ ਉਛਾਲ ਦਿੱਤੇ ਜਾਂਦੇ ਆ, ਇੰਨਾ ਜ਼ਿਆਦਾ ਉਹਨਾਂ ਨੂੰ ਘੁਮਾ ਦਿੱਤਾ ਜਾਂਦਾ ਕਿ ਉਹ ਆਪੇ ਹੀ ਬੈਟਲ ਗਰਾਊਂਡ ਬਣ ਜਾਂਦੇ, ਆਈਸੋਲੇਸ਼ਨ 'ਚ ਲੈ ਜਾਂਦੇ ਨੇ ਵੀ ਤੁਹਾਡੇ ਇਹ ਨੇ ਸਾਡੇ ਇਹ ਨੇ। ਤੁਸੀਂ ਦੇਖੋ ਕਿ ਇਸੇ ਕਰਕੇ ਸਾਨੂੰ ਇੰਨਾ ਜ਼ਿਆਦਾ ਇਹਨਾਂ ਨੇ ਪੋਲਰਾਈਜ਼ ਕਰਤਾ, ਸਾਨੂੰ ਲੱਗਣਾ ਸ਼ੁਰੂ ਹੋ ਗਿਆ ਕਿ ਸਾਡੇ ਬੰਦੇ ਖੜਨਗੇ ਤਾਂ ਹੀ ਸਾਡਾ ਸੁਧਾਰ ਹੋ ਸਕਦਾ, ਨਹੀਂ ਤਾਂ ਸਾਡਾ ਸੁਧਾਰ ਨਹੀਂ ਹੋ ਸਕਦਾ। ਇਹਨਾਂ ਚੋਂ ਕਿੰਨੇ ਲੀਡਰ ਨੇ ਜਿਨ੍ਹਾਂ ਨੇ ਜਾ ਕੇ ਸਰੀ ਦੇ ਵਾਸਤੇ ਗੱਲਬਾਤ ਕੀਤੀ ਹੈ, ਉਹ ਆਪ ਆ ਕੇ ਦੱਸਣ ਕਿਸ ਤਰੀਕੇ ਦੀ ਗੱਲਬਾਤ ਕੀਤੀ ਹੈ, ਆਪ ਆ ਕੇ ਦੱਸਣ। ALR ਦਾ ਮੁੱਦਾ ਲੋਕ ਦੁਖੀ, ICBC ਦਾ ਮੁੱਦਾ ਲੋਕ ਦੁਖੀ, ਕ੍ਰਾਈਮ ਐਂਡ ਜਿਹੜੀ ਤੁਹਾਡੀ ਲਾਅ ਐਂਡ ਆਰਡਰ ਦਾ ਮੁੱਦਾ ਲੋਕ ਦੁਖੀ, ਘਰਾਂ ਦੇ ਪ੍ਰਾਈਸਿਸ ਹਾਊਸਿੰਗ ਅਫੋਰਡੇਬਿਲਿਟੀ ਦਾ ਮੁੱਦਾ ਲੋਕ ਦੁਖੀ। ਅਸੀਂ ਗੱਲ ਕਰਦੇ ਹਾਂ ਇਲੈਕਸ਼ਨਸ ਦੀ। ਇਲੈਕਸ਼ਨਸ ਦੇ ਵਿੱਚ ਇਸ ਵੇਲੇ ਸਰੀ ਦੀ ਜੇ ਗੱਲ ਕਰੀਏ, ਸਰੀ ਦੀਆਂ 9 ਰਾਈਡਿੰਗਸ ਦੇ ਵਿੱਚੋਂ ਸਭ ਤੋਂ ਵੱਡੀ ਰਾਈਡਿੰਗ ਜਿਹੜੀ ਸਭ ਤੋਂ ਜ਼ਿਆਦਾ ਜਿਹਦੇ 'ਚ ਵੋਟਰਸ ਨੇ, ਟੋਟਲ ਰਜਿਸਟਰਡ ਵੋਟਰ ਜਿਹੜੇ ਇਸ ਵੇਲੇ BC ਦੇ ਵਿੱਚ ਨੇ, ਉਹ ਐਜ਼ ਆਫ 26 ਸਤੰਬਰ 2020 ਪਿਛਲੇ ਮਹੀਨੇ ਦੀ ਜਿਹੜੀ ਜਾਣਕਾਰੀ ਇਲੈਕਸ਼ਨ BC ਦੀ ਹੈ, ਨਾਨ ਪਾਰਟੀਜ਼ਨ ਆਫਿਸ ਹੈ ਲੈਜਿਸਲੇਚਰ ਦਾ, 3.48 ਮਿਲੀਅਨ ਸਰੀ ਦੀ ਟੋਟਲ, ਪੂਰੇ BC ਦੀ, ਪੂਰੇ BC ਦੇ ਰਜਿਸਟਰਡ ਵੋਟਰ ਹੈ ਜਿਹੜੇ, ਉਹ 3.48 ਮਿਲੀਅਨ ਜਿਹੜੇ ਉਹ ਵੋਟਰ ਨੇ, 34,85,858 ਟੂ ਬੀ ਐਗਜ਼ੈਕਟ। ਇਹਦੇ ਵਿੱਚੋਂ ਸਰੀ ਦੀਆਂ ਜਿਹੜੀਆਂ 9, ਜੇ ਆਪਾਂ ਪੂਰੇ BC ਦੀ ਪਹਿਲਾਂ ਗੱਲ ਕਰੀਏ, ਪੂਰੇ BC 'ਚ ਸਭ ਤੋਂ ਜ਼ਿਆਦਾ ਵੋਟਾਂ ਵਾਲੀ ਕਨਸਟੀਚੁਐਂਸੀ ਜਿਹੜੀ ਹੈ, ਰਾਈਡਿੰਗ ਜਿਹੜੀ ਹੈ, ਉਹ ਹੈ ਕਲੋਨਾ ਦੀ ਲੇਕ ਕਾਉਂਟੀ। ਅੱਛਾ, ਇਹ ਲੇਕ ਕਾਉਂਟੀ ਦੇ ਵਿੱਚ 53,395 ਵੋਟਾਂ ਨੇ ਰਜਿਸਟਰਡ ਵੋਟਾਂ। ਇਹ 26 ਸਤੰਬਰ 2020 ਤੱਕ ਦੇ ਅੰਕੜੇ ਨੇ। ਅਜੇ ਤੱਕ ਮੈਂ ਕਿਸੇ ਅਖਬਾਰ 'ਚ ਜਾਂ ਕਿਸੇ ਰੇਡੀਓ 'ਚ ਨਹੀਂ ਚੱਲਦੇ ਦੇਖੇ, ਸ਼ੇਰੇ ਪੰਜਾਬ ਤੇ ਪਹਿਲੀ ਵਾਰ ਦੇ ਰਹੇ ਹਾਂ। ਔਰ ਸਭ ਤੋਂ ਘੱਟ ਜਿਹੜੀਆਂ ਵੋਟਾਂ ਨੇ ਪੂਰੇ BC ਦੇ ਵਿੱਚ, ਉਹ ਸਟਿਕਾਈਨ ਰੀਜਨ ਹੈ, ਕਿਟੀਮੈਟ ਦੇ ਕੋਲੇ ਰੀਜਨ ਹੈ, ਨਾਰਦਰਨ ਰੀਜਨ ਹੈ ਸਟਿਕਾਈਨ, ਇਹ ਕਨਸਟੀਚੁਐਂਸੀ ਹੈ, ਤੇ 14,250 ਵੋਟਰ ਨੇ ਰਜਿਸਟਰਡ, ਸਭ ਤੋਂ ਘੱਟ। ਪਰ ਜੇਕਰ ਅਸੀਂ ਗੱਲ ਕਰਦੇ ਹਾਂ ਸਰੀ ਦੀ, ਸਰੀ ਦੇ ਵਿੱਚ ਸਭ ਤੋਂ ਜ਼ਿਆਦਾ ਵੋਟਾਂ ਵਾਲੀ ਕਨਸਟੀਚੁਐਂਸੀ ਹੈ ਜੀ ਸਾਊਥ ਸਰੀ, ਜਿੱਥੇ 52,202 ਵੋਟਰ ਨੇ, ਔਰ ਸਭ ਤੋਂ ਘੱਟ ਹੈ ਸਰੀ ਗ੍ਰੀਨ ਟਿੰਬਰ, ਜਿੱਥੇ 29,528 ਹੈ। ਪਰ ਹੈਰਾਨਗੀ ਦੀ ਗੱਲ ਇਹ ਹੈ ਕਿ ਅਸੀਂ ਸਰੀ ਦੇ ਵੋਟਰਸ ਨੂੰ ਸਭ ਤੋਂ ਜ਼ਿਆਦਾ ਕਹਿੰਦੇ ਹਾਂ। ਸਰੀ ਦੀ ਨੋ ਡਾਊਟ ਪੋਪੂਲੇਸ਼ਨ ਵੀ ਇਸ ਵੇਲੇ ਜ਼ਿਆਦਾ ਹੈ। ਸਰੀ ਦਾ ਜਿਹੜਾ ਸਭ ਤੋਂ ਵੱਡਾ ਹਲਕਾ ਉਹ 'ਚ 52,000 ਹੈ, ਘੱਟ ਤੋਂ ਘੱਟ 29, ਪਰ ਸਭ ਤੋਂ ਜ਼ਿਆਦਾ 52,000 ਹੈ। ਪਰ ਲੈਂਗਲੀ ਈਸਟ, ਸਰੀ ਦੇ ਸਭ ਤੋਂ ਵੱਡੇ ਹਲਕੇ ਨਾਲੋਂ ਜ਼ਿਆਦਾ ਵੋਟਾਂ ਉਹ ਲੈਂਗਲੀ ਈਸਟ ਦੇ ਹਲਕੇ 'ਚ, ਲੈਂਗਲੀ ਈਸਟ ਦੇ ਹਲਕੇ 'ਚ 52,882 ਵੋਟਾਂ ਨੇ। ਅੱਛਾ ਜੀ, ਮਤਲਬ ਲੈਂਗਲੀ ਦਾ ਜਿਹੜਾ ਉਹ ਹਲਕਾ ਹੈ ਉਹ ਕਿਤੇ ਜ਼ਿਆਦਾ ਵੱਡਾ ਹਲਕਾ ਹੈ ਸਰੀ ਦੇ ਕਿਸੇ ਵੀ ਹਲਕੇ ਨਾਲ ਜੀ। ਔਰ ਸਰੀ ਦੇ ਜਿਹੜੇ 9 ਹਲਕੇ ਨੇ, ਇਹਨਾਂ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਇਹਨਾਂ ਦੇ ਮੁੱਦੇ ਅਜੇ ਵੀ ਉੱਥੇ ਕੀ ਫਸੇ ਹੋਏ ਨੇ, ਉਨੀਆਂ ਕੀ ਚੀਜ਼ਾਂ ਦੇ ਆਲੇ ਦੁਆਲੇ ਘੁੰਮ ਰਹੇ ਨੇ। ਉਸ ਤੋਂ ਬਾਹਰ ਲਿਆਉਣ ਦੀ, ਉਦੋਂ ਆਊਟ ਆਫ ਦਾ ਬਾਕਸ ਸੋਚਣ ਦੀ, ਲੋਕਾਂ ਦੀਆਂ ਜ਼ਰੂਰਤਾਂ ਸਮਝਣ ਦੀ। ਜਿਹੜੇ ਮਾਂ-ਬਾਪ ਪਿਛਲੇ ਕਿੰਨੇ ਸਾਲਾਂ ਤੋਂ ਕੰਮਾਂ ਦੇ ਵਿੱਚ ਫਸੇ ਨੇ, ਬੱਚਿਆਂ ਨੂੰ ਸਮਾਂ ਨਹੀਂ ਦੇ ਸਕਦੇ, ਅੱਜ ਤੱਕ ਇਸ ਬਾਰੇ ਗੱਲ ਨਹੀਂ ਕੀਤੀ ਗਈ। ਤੁਸੀਂ ਨਿਮੀ ਦੌਰਾ ਜੀ, ਤੁਸੀਂ
ਖੁਦ ਇੱਕ ਬਾਇਓਲੋਜਿਸਟ ਹੋ ਔਰ ਤੁਸੀਂ ਜਾਣਦੇ ਹੋ ਕਿ ਔਰਤਾਂ ਦੇ ਡੋਮੈਸਟਿਕ ਵਾਇਲੈਂਸ ਦੇ ਕਿੰਨੇ ਮੁੱਦੇ ਆ ਔਰ ਇਸ ਚੀਜ਼ ਨੂੰ ਅਸੀਂ ਅੱਖੋਂ ਪਰੋਖੇ ਨਹੀਂ ਕਰ ਸਕਦੇ ਕਿ ਸਾਡੀ ਕਮਿਊਨਿਟੀ 'ਚ ਵੀ ਜੀ ਡੋਮੈਸਟਿਕ ਵਾਇਲੈਂਸ ਜਿਹੜੀ ਹੈ ਉਹ ਬਹੁਤ ਹੈ। ਬਹੁਤ ਜ਼ਿਆਦਾ ਤੁਸੀਂ ਦੇਖੋ ਇਹਨੂੰ ਰੋਕਣ ਵਾਸਤੇ ਇਹਦੇ ਵਾਸਤੇ ਮੁੱਦਾ ਜਿਹੜਾ ਕੋਈ ਨਹੀਂ ਅੱਗੇ ਲਿਆਂਦਾ ਜਾਂਦਾ। ਤੁਸੀਂ ਗਿੱਲ ਸਾਹਿਬ ਹੁਣੇ ਆਪਣੇ ਪ੍ਰੋਗਰਾਮ 'ਚ ਗੱਲ ਕਰਕੇ ਹਟੇ ਹੋ ਸੈਕਸ਼ੂਅਲ ਅਸੌਲਟ ਦੀ, ਬਿਲਕੁਲ, ਔਰ ਸੈਕਸ਼ੂਅਲ ਅਸੌਲਟ 'ਚ ਕਿੰਨੇ ਕੇਸ ਐਸੇ ਆ ਰਹੇ ਨੇ ਜਿਨ੍ਹਾਂ ਸਾਊਥ ਏਸ਼ੀਅਨ ਜਿਹੜੇ ਲੋਕ ਨੇ ਉਹ ਭਾਗੀਦਾਰੀ ਉਹਨਾਂ ਦੀ ਆ ਰਹੀ ਹੈ, 70 ਕਿੰਨੀ ਕੰਟਰੀਬਿਊਸ਼ਨ ਆ ਰਹੀ। ਤੁਸੀਂ ਹੁਣੇ ਜਿਹੜੀ ਗੱਲ ਕਰ ਰਹੇ ਸੀ ਨਾ ਪਹਿਲਾਂ ਕਿ ਹਸਪੀਟਲ ਦਾ ਮੁੱਦਾ ਜਿਹੜਾ ਉਹੀ ਅਹਿਮ ਬਣਾ ਦਿੱਤਾ ਗਿਆ, ਇਹ ਗੱਲ ਵਾਕਈ ਸਹੀ ਹੈ ਕਿ ਇਹ ਤਾਂ ਬੇਸਿਕ ਨੈਸੈਸਿਟੀਜ਼ ਨੇ। ਔਰ ਥੋੜੇ ਦਿਨ ਪਹਿਲਾਂ ਆਪਾਂ ਦੋਨੋਂ ਇਹ ਗੱਲ ਕਰ ਵੀ ਰਹੇ ਸੀ ਕਿ ਜਿਹੜੀਆਂ ਇਹ ਗੱਲਾਂ ਕਈ ਵਾਰੀ ਪ੍ਰੋਮਿਸਸ ਹੁੰਦੇ ਨੇ ਇਹ ਤਾਂ ਹੋਣੇ ਹੀ ਚਾਹੀਦੇ ਨੇ। ਵੋਟਾਂ ਨੇੜੇ ਜਾ ਕੇ ਸਾਨੂੰ ਕਿਉਂ ਯਾਦ ਆ ਜਾਂਦਾ ਹੈ, ਵੋਟਾਂ ਨੇੜੇ ਜਾ ਕੇ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਨੌਕਰੀਆਂ ਪੈਦਾ ਕਰਾਂਗੇ ਜਾਂ ਅਸੀਂ ਹਸਪੀਟਲ ਬਣਾਵਾਂਗੇ। ਇਹ ਸਭ ਤਾਂ ਇਟਸ ਅ ਪ੍ਰੋਸੈਸ, ਯੂ ਸ਼ੁੱਡ ਹੈਵ ਡਨ ਦਿਸ ਬਿਫੋਰ, ਪਹਿਲਾਂ ਕਰਨਾ ਚਾਹੀਦਾ। ਇੱਕ ਹੋਰ ਨਿੰਮੀ ਜੀ ਜਾਨੂੰ ਇਹ 4 ਸਾਲਾਂ 'ਚ ਹਸਪਤਾਲ ਬਣਨਾ ਜੀ, ਜਾਨੂੰ ਸਰੀ 'ਚ 80,000 ਬੰਦਾ ਹੋਰ ਆ ਜਾਣਾ। ਦੇਖੋ ਤੇ ਹੁਣ ਸਕੂਲਾਂ ਦਾ ਐਨਡੀਪੀ ਕਹਿੰਦੀ ਆ ਵੀ ਅਸੀਂ 9900 ਸੀਟਾਂ ਦੇ ਲਈ ਸਕੂਲਾਂ 'ਚ ਕੰਮ ਕੀਤਾ, ਪਰ ਹਰ ਸਾਲ ਜਿਹੜੇ ਸ਼ਹਿਰ ਨੂੰ ਘਰ 15,000 ਬਣਾ ਰਹੇ ਨੇ ਬੰਦੇ, 15,000 ਦੇ ਵਿੱਚ ਬੱਚਾ ਇੱਕ ਜੇ ਲਾਈਏ ਜਾਂ ਉਹ ਹਾਊਸ ਹੋਲਡ ਚ ਲਾਈਏ ਵੀ ਘੱਟੋ ਘੱਟ ਚਲੋ 400 ਫੈਮਲੀਆਂ ਨੇ, 500 ਫੈਮਲੀਆਂ ਨੇ, ਉਹ 500 ਜਵਾਕ ਨਵਾਂ ਆ ਗਿਆ। ਮਤਲਬ ਜਦ ਨੂੰ ਅਸੀਂ ਉਹਨੂੰ ਕੈਚ ਕਰਨਾ, ਦੇਖੋ ਟਨਲ, ਉਹਦੇ ਬਾਅਦ ਬ੍ਰਿਜ ਤੇ ਉਹਦੇ ਬਾਅਦ ਹਸਪਤਾਲ, ਲੈ ਤਿੰਨੇ ਚੀਜ਼ਾਂ ਦੇ ਆਲੇ ਦੁਆਲੇ ਸਭ ਕੁਝ ਘੁੰਮ ਰਿਹਾ, ਸਭ ਕੁਝ ਘੁੰਮ ਰਿਹਾ ਜੀ, ਹੋਰ ਕੋਈ ਗੱਲ ਨਹੀਂ ਹੋ ਰਹੀ। ਬਿਲਕੁਲ ਠੀਕ ਹੈ। ਦੇਖੋ ਜਿਹੜੀਆਂ ਚੀਜ਼ਾਂ ਸਾਡੀ ਸੁਸਾਇਟੀ 'ਚ ਘੁਣ ਵਾਂਗੂ ਬੈਠੀਆਂ ਹੋਈਆਂ, ਜਿਹੜੀਆਂ ਪ੍ਰੋਬਲਮ ਕਰ ਰਹੀਆਂ ਲੋਕਾਂ ਦੇ ਪਰਿਵਾਰਾਂ ਦੇ ਵਿੱਚ, ਕਿਉਂ ਇਸ ਗੱਲ ਵੱਲ ਧਿਆਨ ਨਹੀਂ ਦਿੱਤਾ ਜਾਂਦਾ ਕਿ ਲੋਕਾਂ ਦੀ ਲਾਈਫ ਬੈਲੈਂਸ ਕਰਨ ਵਾਲੇ ਪਾਸੇ ਸਰਕਾਰ ਤੁਰੇ। ਲੋਕ ਆਪਣੇ ਬੱਚਿਆਂ ਨੂੰ ਸਮਾਂ ਦੇਣ, ਬੱਚਿਆਂ ਨੂੰ ਸਮਾਂ ਦੇਣਗੇ, ਬੱਚੇ ਹੱਥੋਂ ਬਾਹਰ ਨਹੀਂ ਨਿਕਲਦੇ, ਬੱਚੇ ਘਰਾਂ ਦੇ ਵਿੱਚ ਮਾਂ-ਬਾਪ ਦੇ ਨਾਲ ਗੱਲ ਕਰਨਗੇ, ਬੱਚੇ ਡਰੱਗਾਂ ਵਾਲੇ ਪਾਸੇ ਨਹੀਂ ਪਹੁੰਚਣਗੇ। ਕਿਉਂ ਲਾਅ ਐਂਡ ਆਰਡਰ ਦੀ ਸਥਿਤੀ ਮਜ਼ਬੂਤ ਨਹੀਂ ਕੀਤੀ ਜਾਂਦੀ? ਇਹ ਕਿਹਾ ਜਾਂਦਾ ਹੈ ਕਿ ਪੈਂਡੈਮਿਕ ਦੇ ਦੌਰਾਨ ਤਾਂ ਕੇਸ ਵਧਣੇ ਸ਼ੁਰੂ ਹੋ ਗਏ ਕਿਉਂਕਿ ਬਾਰਡਰ ਬੰਦ ਹੋ ਗਿਆ, ਬਾਰਡਰ ਤੋਂ ਡਰੱਗਸ ਨਹੀਂ ਆ ਰਹੀ। ਸ਼ਰਮ ਆਣੀ ਚਾਹੀਦੀ ਤੁਹਾਨੂੰ ਇਦਾਂ ਦੇ ਬਿਆਨ ਦੇਣ ਲੱਗਿਆ ਕਿ ਤੁਸੀਂ ਇਸ ਚੀਜ਼ ਦੀ ਵੇਟ ਕਰ ਰਹੇ ਹੋ ਕਿ ਬਾਰਡਰ ਖੁੱਲ ਜਾਏ ਔਰ ਜਿਹੜੀਆਂ ਡਰੱਗਸ ਨੇ ਉਹ ਦੁਬਾਰਾ ਆਉਣੀਆਂ ਸ਼ੁਰੂ ਹੋ ਜਾਣ। ਕਿਸ ਤਰ੍ਹਾਂ ਦੇ ਮੁੱਦਿਆਂ ਦੇ ਆਲੇ ਦੁਆਲੇ ਅਸੀਂ ਘੁੰਮ ਰਹੇ ਹਾਂ? ਤੁਸੀਂ ਦੱਸੋ ਗਿੱਲ ਸਾਹਿਬ, ਤੁਸੀਂ ਬੜੀ ਦੇਰ ਤੋਂ, ਤੁਹਾਡਾ ਖੁਦ ਆਪਣਾ ਐਕਸਪੀਰੀਅੰਸ ਰਿਹਾ, ਤੁਸੀਂ ਇਲੈਕਸ਼ਨ ਲੜੇ ਹੋ, ਤੁਸੀਂ ਦੱਸੋ ਕਿ ਕੀ ਵਾਕਈ ਜਿਹੜੇ ਅਸਲੀ ਮੁੱਦੇ ਨੇ ਉਹ ਵਾਅਦਿਆਂ ਦੀ ਰਜਾਈ 'ਚ ਗੁਆਚ ਜਾਂਦੇ ਨੇ? ਜਦ ਤੁਸੀਂ ਦਰ ਤੇ ਜਾਂਦੇ ਹੋ ਨਾ ਜੀ, ਕਾਰਨ ਕੀ ਆ ਕਲੈਕਟਿਵ? ਮੈਂ ਤਾਂ ਜਿਹੜਾ ਆਪਣਾ ਤਜਰਬਾ ਦੱਸਦਾ ਤੁਹਾਨੂੰ ਬਈ 7:30 ਤੱਕ ਘਰ ਦਾ ਮੁਖੀ ਘਰੇ ਹੈ ਨਹੀਂ, 7:30 ਤੱਕ 6 ਦਿਨ ਬਿਲਕੁਲ, ਤੇ 8:30 ਵਜੇ ਸੁੱਤਾ, 1 ਘੰਟੇ ਦੇ ਵਿੱਚ ਤੁਸੀਂ ਉਹਨੂੰ ਮਿਲ ਗਏ, ਅਦਰਵਾਈਜ਼ ਹੀ ਇਜ਼ ਔਨ ਬੈੱਡ ਇਨ ਆਵਰ। ਉਹਦੇ 'ਚ ਹੀ ਉਹਨੇ ਨਹਾਉਣਾ, ਉਹਦੇ 'ਚ ਉਹਨੇ ਡਿਨਰ, ਕਿਉਂਕਿ ਉਹਨੇ ਸਵੇਰੇ 4 ਵਜੇ ਫੇਰ ਉੱਠਣਾ। ਤੁਸੀਂ ਜ਼ਿੰਦਗੀ ਸਕੈਂਡੀਨੇਵੀਅਨ ਕੰਟਰੀਜ਼ 4 ਦਿਨਾਂ ਦੇ ਹਫ਼ਤੇ ਤੋਂ 3 ਦਿਨਾਂ ਨੂੰ ਕਰ ਰਹੇ ਨੇ, ਤੇ ਅਸੀਂ ਇੱਥੇ 7ਵੇਂ ਦਿਨ। ਤੁਸੀਂ ਦੇਖਿਓ ਕੰਸਟਰਕਸ਼ਨ ਇੰਡਸਟਰੀ, ਕੋਈ ਗਵਰਨਮੈਂਟ ਛੁੱਟੀ, ਕ੍ਰਿਸਮਸ, ਲੇਬਰ ਡੇ, ਤੁਸੀਂ ਵੇਖਿਓ ਬਈ ਇੱਕ ਛੁੱਟੀ ਮਸਾਂ ਹੁੰਦੀ ਆ। ਉਹਦਾ ਕਿਹਦਾ ਨਹੀਂ ਜੀ ਕਰਦਾ ਘਰ 'ਚ ਵਰਦੇ ਮੀਂਹ ਦੇ ਵਿੱਚ, ਬਰਫ਼ ਦੇ ਵਿੱਚ ਪਰਿਵਾਰ 'ਚ ਬਹਿ ਕੇ ਵੀ ਚਾਹ ਦਾ ਕੱਪ ਪੀ ਕੇ ਮੈਂ ਵੀ ਪਰਿਵਾਰ 'ਚ ਬੈਠਾ। ਜ਼ਰੂਰਤਾਂ ਹੀ ਇੰਨੀਆਂ ਹੋ ਗਈਆਂ। ਜੇ ਤੁਸੀਂ 20 ਸਾਲ ਦੀ ਮੇਰੀ ਜ਼ਿੰਦਗੀ ਦੀ ਗੱਲ ਦੱਸਾਂ, ਮਤਲਬ ਤੁਸੀਂ ਬਾਅਦ 'ਚ ਆਏ ਹੋ, ਨਿੰਮੀ ਡੌਲਾ ਜੀ ਅਸੀਂ ਇਕੱਠੇ ਜੇ ਆਏ ਹਾਂ, ਜਿਹੜੀ ਚੀਜ਼ 1.5 ਲੱਖ ਦੀ ਇੱਕ 60 ਬਾਈ 120 ਦਾ ਜ਼ਮੀਨ ਦਾ ਟੁਕੜਾ ਸਰੀ 'ਚ ਮਿਲਦਾ ਸੀ, ਅੱਜ ਉਹ 10 ਲੱਖ ਦਾ। ਬਿਲਕੁਲ 900% ਟ੍ਰਿਪਲ ਤੋਂ ਵੀ ਤੁਸੀਂ ਬਹੁਤ ਜ਼ਿਆਦਾ ਤੁਸੀਂ ਦੇਖੋ ਹੁਣ ਹਾਊਸਿੰਗ ਅਫੋਰਡੇਬਿਲਿਟੀ ਦੀ ਗੱਲ ਤਾਂ ਕੀਤੀ ਜਾਂਦੀ ਹੈ, ਪਰ ਉਹਨੂੰ ਕਿਵੇਂ ਕੀਤਾ ਜਾਏਗਾ ਇਹਦੀ ਗੱਲ ਨਹੀਂ ਕੀਤੀ। ਕੰਟਰੋਲ ਦੀ ਇਹ ਕਿਹਾ ਜਾਂਦਾ ਕਿ ਇਹਨੂੰ ਘਟਾਓ, ਇਹ ਕਿਹਾ ਜਾਂਦਾ ਹਾਊਸਿੰਗ ਅਫੋਰਡੇਬਿਲਿਟੀ ਨਹੀਂ ਹੈ, ਪਰ ਇਹਦਾ ਮੈਕੈਨਿਜ਼ਮ ਕੀ ਹੈ? ਅਸੀਂ ਗੱਲ ਕਰ ਰਹੇ ਹਾਂ ਹੁਣੇ ਕਿ ਤੁਸੀਂ ਨੋ ਡਾਊਟ ਤੁਸੀਂ ਸ਼ੁਰੂ ਕਰ ਦਿੱਤੀ ਕਿ ਜੀ ਜਿਹੜੀ ਬਲੈਕ ਮਨੀ ਹੈ ਉਹਨੂੰ ਅਸੀਂ ਨੱਪਣਾ, ਉਹਨੂੰ ਅਸੀਂ ਦੱਬਣਾ, ਪਰ ਦੂਜੇ ਪਾਸੇ ਦੱਬਣਾ ਕਿਵੇਂ ਹੈ? ਉਹਦੀ ਕੋਈ ਟਾਈਮ ਬਾਉਂਡ ਤੁਸੀਂ ਰਿਪੋਰਟ ਨਹੀਂ ਦੇ ਰਹੇ। ਤੁਸੀਂ ਲੋਕਾਂ ਨੂੰ ਕਿਸ ਤਰੀਕੇ ਨਾਲ ਸਾਬਤ ਕਰੋਗੇ ਕਿ ਸਰਕਾਰ ਲੋਕਾਂ ਦੇ ਵਾਸਤੇ ਕੰਮ ਕਰ ਰਹੀ ਹੈ? 2.5 ਸਾਲ ਦੀ ਇਨਵੈਸਟੀਗੇਸ਼ਨ, ਉਧਰੋਂ ਕੇਸ ਜਾਣਾ ਸਿਲਵਰ ਇੰਟਰਨੈਸ਼ਨਲ ਦਾ, ਤੇ 15 ਦਿਨ ਪਹਿਲਾਂ ਚਾਰਜਸ ਸਟੇ ਹੋ ਗਏ। 15 ਦਿਨ ਪਹਿਲਾਂ 2.5 ਸਾਲ ਆਰਸੀਐਮਪੀ ਲੱਗੀ ਰਹੀ, ਕਿਤੇ ਕੋਈ ਵਿਟਨੈਸ, ਕਿਤੇ ਕੋਈ ਇਨਵੈਸਟੀਗੇਸ਼ਨ ਦੇ ਵਿੱਚ ਕੁਝ ਅਜਿਹਾ ਹੋ ਗਿਆ ਤੇ ਖਤਮ। ਅਸੀਂ ਗੱਲ ਕਰ ਰਹੇ ਸੀ ਇੱਕ ਕਿ ਕਿਹੜੀਆਂ ਜਿਹੜੀਆਂ ਰਾਈਡਿੰਗਸ ਨੇ ਉਹ ਸਵਿੰਗ ਹੋ ਸਕਦੀਆਂ, ਕਿਹੜੀਆਂ ਕਨਸਟੀਚੁਐਂਸੀਜ਼ ਨੇ ਜਿਹੜੀਆਂ ਸਵਿੰਗ ਹੋ ਸਕਦੀਆਂ। 2017 ਦੇ ਵਿੱਚ ਜਿਹੜਾ ਮਾਰਜਨ ਆਫ ਵਿਕਟਰੀ ਰਿਹਾ, 4 ਰਾਈਡਿੰਗ ਐਸੀਆਂ ਸੀ ਜਿਨ੍ਹਾਂ ਦੇ ਵਿੱਚ ਜਿਹੜਾ ਮਾਰਜਨ ਆਫ ਵਿਕਟਰੀ ਰਿਹਾ ਉਹ 2500 ਤੋਂ ਘੱਟ ਰਿਹਾ, ਇਨਫੈਕਟ 2400 ਤੋਂ ਘੱਟ ਰਿਹਾ। ਲੈਂਗਲੀ ਜਿੱਥੇ BC ਲਿਬਰਲਸ ਨੇ ਇਹ ਸੀਟ ਫੜੀ ਹੋਈ ਹੈ, 2371 ਵੋਟਾਂ ਦੇ ਮਾਰਜਨ ਨਾਲੋਂ ਜਿੱਤੇ। ਸੋ ਇਹ ਕੋਈ ਐਡਾ ਵੱਡਾ ਮਾਰਜਨ ਨਹੀਂ ਹੈ, ਫਰਕ ਨਹੀਂ ਹੈ, 1200 ਵੋਟ। ਔਰ ਸਰੀ ਕਲੋਵਰਡੇਲ ਇੱਥੇ BC ਲਿਬਰਲ 2210 ਵੋਟਾਂ ਨਾਲ, ਮਾਰਵਨ ਹੰਟੋਨੀ, ਸਰੀ ਪੈਨੋਰਾਮਾ NDP ਇੱਥੇ ਰਹੀ 2163 ਵੋਟਾਂ। ਇਹ ਵੀ ਬਹੁਤ ਘੱਟ ਮਾਰਜਨ, ਬਹੁਤ ਘੱਟ ਮਾਰਜਨ। ਔਰ ਐਤਕੀ ਉੱਥੇ ਬੜੇ ਹੈਵੀ ਵੇਟ
ਦੋਨੇ। ਜਿਹੜੇ ਕੈਂਡੀਡੇਟ ਉਤਰੇ ਹੋਏ ਹਾਂ ਆ। ਨਾਲ ਯਾ ਸਰੀ ਗਿਲਫਰਡ ਐਨਡੀਪੀ 2248 ਵੋਟਾਂ ਦੇ ਨਾਲ ਤੁਸੀਂ ਦੇਖੋ ਕਿ Basically ਉਹਨਾਂ ਕੀ 2300 ਫਰਕ ਹੈ ਵੋਟਾਂ ਦੇ ਤਕਰੀਬਨ same। ਜਿਹੜਾ ਮਾਰਜਨ ਰਿਹਾ 1200 ਜੀ। ਵੋਟਾਂ ਜੀ, ਔਰ 1200 ਦੂਜੇ ਬੰਨੇ ਪੈ ਗਈਆਂ ਤੇ ਦੂਜੇ ਜਿੱਤ ਔਰ ਗਏ। ਇਹ ਦੋਨੋਂ ਪਾਰਟੀਆਂ ਦੀ ਅਸੀਂ ਗੱਲ ਕਰ ਰਹੇ ਹਾਂ, 2 BC ਲਿਬਰਲ ਕੋਲ ਆ, 2 NDP ਕੋਲ NDP ਕੋਲ। ਔਰ ਪਿਛਲੀ ਵਾਰ ਦਾ ਜਿਹੜਾ ਨਤੀਜਾ ਆਇਆ ਉਹ 43 ਤੇ 41 ਤੇ ਫਸਿਆ। 41 ਦੋ ਹੀ ਸੀਟਾਂ ਸੀ। 2 ਸੀਟਾਂ Exactly। ਜੇ ਇੱਕ ਸੀਟ ਲਿਬਰਲ ਨੂੰ ਮਿਲ ਜਾਂਦੀ ਸਰਕਾਰ ਬਣਦੀ ਸੀ, 3 ਸੀਟਾਂ ਇਹਨਾਂ ਨੂੰ ਵੱਧ ਮਿਲ ਜਾਂਦੀਆਂ, ਸਰਕਾਰ ਇਹਨਾਂ ਦੀ ਬਣਦੀ ਸੀ। ਪਰ ਜਿਹੜਾ ਹੁਣ ਅਸੀਂ ਗੱਲ ਕਰ ਰਹੇ ਸੀ ਕਿ 15 ਤੋਂ ਅੱਜ ਤੋਂ 8 ਵਜੇ ਤੋਂ ਸਵੇਰੇ ਐਡਵਾਂਸ ਪੋਲਿੰਗ ਸ਼ੁਰੂ ਹੋ ਗਈ ਹੈ। BC ਇਲੈਕਸ਼ਨ ਨੇ ਇੱਕ ਇਹਦੇ ਤੇ ਜਿਹੜੀ ਸਟੱਡੀ ਕੀਤੀ, ਜੋ ਉਹਨਾਂ ਨੇ ਸਟੱਡੀ ਕੀਤੀ ਆਫੀਸ਼ੀਅਲ ਇਹਨਾਂ ਦਾ ਜਿਹੜਾ VOTING ਟਰਨ ਆਊਟ ਬਾਈ ਡੇ ਹੈ ਕਿ ਹਰ ਰੋਜ਼ ਕਿੰਨੀ ਐਡਵਾਂਸ ਪੋਲਿੰਗ ਦੇ ਦਿਨਾਂ 'ਚ ਵੋਟ ਹੋਈ। ਇਹਨਾਂ ਨੇ ਸਾਲ 2001 ਤੋਂ ਲੈ ਕੇ 2013 ਦੇ ਡੇਟਾ ਪ੍ਰੈਜ਼ੈਂਟ ਕੀਤੇ ਆ, ਸਾਲ 2001 ਤੋਂ 2013 ਦੇ। ਇਹਦੇ 'ਚ ਇਹਨਾਂ ਨੇ ਦੱਸਿਆ ਕਿ ਜਦੋਂ VOTING ਟਰਨ ਆਊਟ ਹੁੰਦੀ ਹੈ ਉਹ ਕਿਹੜੇ ਜ਼ਿਆਦਾ ਜ਼ਿਆਦਾ ਹੁੰਦੀ ਹੈ। ਜੀ ਹੈਰਾਨਗੀ ਦੀ ਗੱਲ ਹੈ ਕਿ ਵੈਡਨਸਡੇ ਜਦੋਂ ਸਭ ਤੋਂ ਬੁੱਧਵਾਰ ਵੱਧ। ਹੁੰਦਾ, ਹਾਂ। ਬੁੱਧਵਾਰ ਬਹੁਤ ਜ਼ਿਆਦਾ ਹੁੰਦੀ ਹੈ, ਹਾਂ, ਹਾਂ। ਵੀਰਵਾਰ ਤੇ ਸ਼ੁੱਕਰਵਾਰ ਘੱਟ ਹੁੰਦੀ ਹੈ। ਅੱਜ ਵੀਰਵਾਰ ਹੈ, ਅੱਜ ਵੀਰਵਾਰ ਅੱਜ ਅਜੇ ਪਟਾਕੇ ਨਹੀਂ ਪੈਣੇ ਐਡਵਾਂਸ ਪੋਲਿੰਗ ਦੇ, ਇਹ ਪਟਾਕੇ ਪੈਣੇ ਜਾ ਕੇ ਸ਼ਨੀਵਾਰ ਤੋਂ। ਹਾਂ ਸ਼ਨੀਵਾਰ ਐਤਵਾਰ ਪੂਰਾ ਟੋਟਲ ਸ਼ਨੀਵਾਰ ਨੂੰ ਇਹ ਬੜੇ ਤਾਂ ਉੱਪਰ ਪਹੁੰਚ ਜਾਂਦੀ ਹੈ। ਜੀ 2001 ਦੇ ਵਿੱਚ ਜਿਹੜੀ ਐਡਵਾਂਸ ਪੋਲਿੰਗ ਹੋ ਰਹੀ ਸੀ ਉਹ ਤਕਰੀਬਨ 30,000 ਦੇ ਕਰੀਬ ਸੀ, ਜਿਹੜੀ 2013 ਚ ਆਂਦੇ 1.25 ਲੱਖ ਤੱਕ ਪਹੁੰਚ ਗਈ ਐਡਵਾਂਸ ਪੋਲਿੰਗ। ਸੋ ਲੋਕਾਂ ਦਾ ਐਡਵਾਂਸ ਪੋਲਿੰਗ ਵੱਲ ਵੀ ਬਹੁਤ ਜ਼ਿਆਦਾ ਝੁਕਾਅ ਹੈ। ਜੀ ਬਿਲਕੁਲ ਥੈਂਕ ਯੂ ਜੀ। ਮੈਂ ਤਾਂ ਐਕਚੁਅਲੀ ਤੁਹਾਡੇ ਦੋਨਾਂ ਦੀਆਂ ਗੱਲਾਂ ਸੁਣ ਕੇ ਬਹੁਤ ਇੰਪ੍ਰੈਸ ਹੋ ਰਹੀ ਹਾਂ। ਕਾਫੀ ਇਨਫੋਰਮੇਸ਼ਨ ਮੈਨੂੰ ਵੀ ਅੱਜ ਮਿਲੀ ਹੈ ਜਿਹੜੀ ਸ਼ਾਇਦ ਪਹਿਲਾਂ ਮੇਰੇ ਕੋਲ ਬਿਲਕੁਲ ਹੈ ਨਹੀਂ ਸੀ ਜੀ। ਸੋ ਕਈ ਵਾਰੀ ਅਸੀਂ ਕੀ ਸੋਚਦੇ ਆ ਨਾ, ਆਮ ਤੌਰ ਤੇ ਲੋਕਾਂ ਦਾ ਇਹ ਹੁੰਦਾ ਹੈ ਕਿ ਮਸਤ ਰਹੋ, ਕੋਈ ਗੱਲ ਨਹੀਂ, ਜੋ ਹੁੰਦਾ ਹੋ ਹੀ ਜਾਂਦਾ ਹੈ। ਪਰ ਫਿਰ ਜਦੋਂ ਕੋਈ ਮੁਸ਼ਕਲਾਂ ਆਉਂਦੀਆਂ ਨੇ ਫਿਰ ਅਸੀਂ ਸੋਚਦੇ ਵੀ ਉਦੋਂ ਅਸੀਂ ਆਹ ਗੱਲ ਕਿਉਂ ਨਹੀਂ ਕੀਤੀ ਜਾਂ ਅਸੀਂ ਵੋਟ ਪਾਉਣ ਵੇਲੇ ਆਹ ਗੱਲ ਕਿਉਂ ਨਹੀਂ ਸੋਚੀ। ਸੋ ਮਸਤੀ ਆਪਣੇ ਥਾਂ, ਪਰ ਜਿੱਥੇ ਸੀਰੀਅਸ ਗੱਲਾਂ ਕਰਨੀਆਂ ਨੇ ਉਹ ਆਪਣੇ ਥਾਂ।